ਬਾਬੇ ਬੁੱਲੇ ਦੇ ਨਾਂ ਦਾ ਇਹ ਇਕੱਠ ਹੈ ਜਿਹਦੇ ਵਿੱਚ ਅਸੀਂ ਬਾਬੇ ਬੁੱਲੇ ਸ਼ਾਹ ਦੇ ਨਾਲ, ਉਹਨਾਂ ਦੇ ਸੁਖਨ ਨਾਲ, ਉਹਨਾਂ ਦੀ ਫਿਕਰ ਫਲਸਫੇ ਨਾਲ, ਉਹਨਾਂ ਦੀ ਜਿਹੜੀ ਲੋਕ ਪੱਖੀ ਵਿਚਾਰਧਾਰਾ ਹੈ ਉਸ ਦੇ ਨਾਲ ਜੁੜੇ ਮਾਮਲਿਆਂ ਤੇ ਗੱਲ ਵੀ ਕਰਾਂਗੇ। ਲੇਖ ਜਿਹੜੇ ਨੇ ਉਹ ਤੁਹਾਡੇ ਸਾਹਮਣੇ 10-10 ਮਿੰਟ ਇਹਨਾਂ ਦੀ ਡਿਊਰੇਸ਼ਨ ਹੈ, ਔਰ ਉਸ ਤੋਂ ਬਾਅਦ ਗੱਲਾਂ ਨੇ ਤੇ ਗਾਵਣ ਹੈ। ਉਹ ਸ਼ਫਕਤ ਹੁਸੈਨ ਜੀ, ਉਹਨਾਂ ਦੇ ਕੋਲੋਂ ਅਸੀਂ ਸੁਣਾਂਗੇ। ਬੁੱਲੇ ਸ਼ਾਹ ਦਾ ਸ਼ੇਰ ਹੈ ਦੀ ਕਾਫੀ ਹੈ। ਕਿਹਨੂੰ ਲਾ ਮਕਾਨੀ ਦੱਸਦੇ ਹੋ, ਤੁਸੀਂ ਹਰ ਰੰਗ ਦੇ ਵਿੱਚ ਵਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ, ਤੁਸੀਂ ਹਰ ਰੰਗ ਦੇ ਵਿੱਚ ਵਸਦੇ ਹੋ। ਕੁਨ ਫਯਕੂਨ ਤੈਂ ਆਪ ਕਹਾਇਆ, ਤੈਂ ਬਾਝੋਂ ਹੋਰ ਕਿਹੜਾ ਆਇਆ। ਕੁਨ ਫਯਕੂਨ ਤੈਂ ਆਪ ਕਹਾਇਆ, ਤੈਂ ਬਾਝੋਂ ਹੋਰ ਕਿਹੜਾ ਆਇਆ। ਇਸ਼ਕੋਂ ਸਭ ਜ਼ਹੂਰ ਬਣਾਇਆ, ਤੇ ਆਸ਼ਿਕ ਹੋ ਕੇ ਦੱਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ, ਤੁਸੀਂ ਹਰ ਰੰਗ ਦੇ ਵਿੱਚ ਵਸਦੇ ਹੋ। ਪੁੱਛੋ ਆਦਮ ਕਿਸ ਨੇ ਆਂਦਾ ਹੈ, ਕਿੱਥੋਂ ਆਇਆ ਤੇ ਕਿੱਥੇ ਜਾਂਦਾ ਹੈ। ਉੱਥੇ ਕਿਸ ਦਾ ਤੈਨੂੰ ਲਾਂਝਾ ਹੈ, ਉੱਥੇ ਖਾ ਜਾਣਾ ਉੱਠ ਨੱਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ, ਤੁਸੀਂ ਹਰ ਰੰਗ ਦੇ ਵਿੱਚ ਵਸਦੇ ਹੋ। ਤੇ ਆਪੇ ਸੁਣੇ ਤੇ ਆਪ ਸੁਣਾਵੇ, ਆਪੇ ਗਾਵੇਂ ਆਪ ਵਜਾਵੇਂ, ਹੱਥੋਂ ਕੌਲ ਸਰੂਦ ਸੁਣਾਵੇ। ਕਿਤੇ ਜਾਹਿਲ ਹੋ ਕੇ ਨੱਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ। ਤੇਰੀ ਵਹਦਤ ਤੋਂ ਹੀ ਬੁਝਾਵੇਂ, ਅਨਲ ਹੱਕ ਦੀ ਤਾਰ ਹਿਲਾਵੇਂ। ਸੂਲੀ ਤੇ ਮਨਸੂਰ ਚੜਾਵੇਂ, ਤੇ ਕੋਲ ਖਲੋ ਕੇ ਹੱਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ। ਕਿਤੇ ਹੋ ਸਿਕੰਦਰ ਤਰਫ ਨੁਸ਼ਾਬਾਂ, ਸਾਡੀ ਲੋਕ ਰਵਾਇਤ ਵਿੱਚ ਨੁਸ਼ਾਬਾ ਔਰ ਰੁਖਸਾਨਾ ਸਿਕੰਦਰ ਦੀ ਮਹਿਬੂਬਾ ਦੇ ਨਾਲ, ਜਿਹੜੀ ਪਹਿਲੇ ਇੱਥੇ ਪੁਰਸ਼ ਨੂੰ ਆ ਕੇ ਭਰਾ ਬਣਾਉਂਦੀ ਸੀ। ਕਿਤੇ ਹੋ ਸਿਕੰਦਰ ਤਰਫ ਨੁਸ਼ਾਬਾਂ, ਤੇ ਹੋ ਰਸੂਲ ਲੈ ਆਵੇਂ ਕਿਤਾਬਾਂ। ਤੇ ਯੂਸਫ ਹੋ ਕੇ ਅੰਦਰ ਖਾਬਾਂ, ਜ਼ੁਲੈਖਾ ਦਾ ਦਿਲ ਖਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ। ਕਿਤੇ ਰੂਮੀ ਹੋ, ਕਿਤੇ ਜ਼ੰਗੀ ਹੋ, ਕਿਤੇ ਟੋਪੀ ਪੋਸ਼ ਫਰੰਗੀ ਹੋ, ਕਿਤੇ ਮਹਿਖਾਨੇ ਵਿੱਚ ਭੰਗੀ ਹੋ, ਕਿਤੇ ਮਹਿਰ ਮਹਿਰੀ ਬਣ ਵਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ। ਬੁੱਲਾ ਸ਼ਾਹ ਅਨਾਇਤ ਆਰਸ ਹੈ, ਆਰਸ ਸ਼ੀਸ਼ਾ। ਬੁੱਲਾ ਸ਼ਾਹ ਅਨਾਇਤ ਆਰਸ ਹੈ, ਉਹ ਮੇਰੇ ਦਿਲ ਦਾ ਵਾਰਿਸ ਹੈ। ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਉਸੇ ਦੇ ਸੰਗ ਕੱਸਦੇ ਹੋ। ਕਿਹਨੂੰ ਲਾ ਮਕਾਨੀ ਦੱਸਦੇ ਹੋ, ਤੁਸੀਂ ਹਰ ਰੰਗ ਦੇ ਵਿੱਚ ਵਸਦੇ ਹੋ। ਤੁਸੀਂ ਤਾੜੀਆਂ ਮਾਰ ਸਕਦੇ। ਸਾਡੀ ਬੜੀ ਇੱਕ ਜੋ ਕਿ ਨਵੀਂ ਗਾਇਕ ਮਾਪਾਰਾ ਖਾਨ, ਜਿਨ੍ਹਾਂ ਇਹ ਕਲਾਮ ਬਾਰੇ ਮੈਂ ਪਹਿਲੇ ਥੋੜ੍ਹੀ ਤਸਦੀਕ ਕਰਦੇ ਹਾਂ ਕਿ ਇਹਦੇ ਵਿੱਚ 1-2 ਲਾਈਨਾਂ ਨੇ ਬੁੱਲੇ ਦੇ ਕਲਾਮ ਦੀਆਂ, ਪਰ ਇਹ ਰਵਾਇਤ ਜਿਹੜੀ ਸਾਡੇ ਵੱਲ ਇਸ ਵੇਲੇ ਚੱਲ ਪਈ ਹੈ ਗਾਇਕੀ ਦਾ, ਗਾਇਕਾਂ ਵੱਲੋਂ, ਔਰ ਉਹਦੇ ਵਿੱਚ ਵੱਡੇ ਵੱਡੇ ਗਾਇਕ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਲੈ ਕੇ ਉਹਨਾਂ ਨੇ ਕਦਰੇ ਬਹੁਤ ਘੱਟ ਗਲਤ ਗਾਇਆ, ਲੇਕਿਨ ਜੇ ਫਰੀਦਾ ਟੁਰਿਆ ਟੁਰਿਆ ਜਾ ਕਰ ਗਾ ਦਿਓ ਤਾਂ ਕਿੱਥੇ ਕਿਹੜੀ ਲਾਈਨ ਹੋ। ਤੇ ਬਟ ਇਹਦੇ ਕਿ ਸਾਡੇ ਗਾਇਕਾਂ ਨੇ, ਕਿਉਂਕਿ ਜਿਹੜੇ ਅਥੈਂਟਿਕ ਨੁਸਖੇ ਨੇ, ਜਿਹੜੀ ਸੋਧ ਹੋਏ ਨੇ ਸੂਫੀਆਂ ਦੇ ਜਾਂ ਪੱਕੇ ਫਕੀਰ ਸ਼ਾਇਰਾਂ ਦੇ, ਉਹ ਉਹਨਾਂ ਨੇ ਪੜ੍ਹੇ ਨਹੀਂ। ਉਹ ਸੀਨਾ ਗਜ਼ਲ ਔਰ ਰਵਾਇਤ 'ਚ ਚੱਲਦੇ। ਇਸ ਕਰਕੇ ਬਹੁਤ ਸਾਰਾ ਕਲਾਮ ਜਿਹੜਾ ਤੁਸੀਂ ਬਾਬਿਆਂ ਦਾ ਸੁਣਦੇ ਹੋ ਉਹ ਓਰੀਜਨਲ ਅਸਲ ਕਲਾਮ ਨਹੀਂ ਹੈ। ਉਹਦਾ ਇੱਕ ਬੜੀ ਵੱਡੀ ਅਸੀਂ ਗੁਸਤਾਖੀ ਸਮਝਦੇ ਹਾਂ, ਜਾਂ ਇੱਕ ਘਾਟ ਸਮਝਦੇ ਹਾਂ, ਜਾਂ ਇੱਕ ਬੇਸਮਝੀ ਸਮਝਦੇ ਹਾਂ ਕਿ ਸਾਡੇ ਗਾਇਕ ਜਿਹੜੇ ਨੇ ਉਹ ਕਿਤਾਬ ਦੇ ਨਾਲ ਵੀ, ਖਾਸ ਤੌਰ 'ਤੇ ਸ਼ਾਇਰੀ ਨਾਲ ਵੀ ਉਹਨੇ ਗੂੜੇ ਜੁੜਨ, ਤਾਂ ਜੇ ਸਾਡੇ ਤੱਕ ਉਹੀ ਗੱਲ ਸਾਡੇ ਤੱਕ ਪਹੁੰਚੇ ਜੋ ਸਾਡੇ ਸ਼ਾਇਰਾਂ, ਫਕੀਰ ਸ਼ਾਇਰਾਂ ਨੇ ਲਿਖੀ। ਹੁਣ ਇਹ ਜਿਹੜਾ ਕਲਾਮ ਅਸੀਂ ਤੁਹਾਡੇ ਰੂਬਰੂ ਕਰਨ ਲੱਗੇ ਹਾਂ, ਇਹ ਕਿਉਂਕਿ ਬਹੁਤ ਇੱਥੇ ਪਾਪੂਲਰ ਹੋਇਆ, ਗੋ ਇਹਦੇ ਵਿੱਚ ਵੀ ਵਿਜ਼ਡਮ ਦੀਆਂ, ਫਕੀਰੀ ਦੀਆਂ, ਰੂਹਾਨੀਅਤ ਦੀਆਂ, ਮੁਹੱਬਤ ਦੀਆਂ ਗੱਲਾਂ ਨੇ, ਉਹ ਅਸੀਂ ਸੁਣਨੇ ਹਾਂ। ਲੇਕਿਨ ਇਸ ਸਾਰੇ ਦੇ ਵਿੱਚ ਬੁੱਲਿਆ ਸਾਈਆਂ ਦਾ ਬਹੁਤ ਜ਼ਿਕਰ ਹੈ, ਇਹ ਟੀਪ ਹੈ ਉਹਦੇ ਮਿਸਰ ਤੇ ਸਥਾਈ ਵਾਲਾ। ਤੇ ਇਹ ਗੀਤ ਅਸੀਂ ਅੱਜ ਇਸ ਇਕੱਠ ਦੇ ਵਿੱਚ ਉਚੇਚੇ ਤੌਰ 'ਤੇ ਸੁਣਨੇ ਹਾਂ।
ਤੇ ਮੈਂ ਦਾਵਤ ਦਿਆਂਗਾ ਮਾਂ ਪਾਰਾ ਖਾਨ ਨੂੰ, ਤੂੰ ਇਸੇ ਰੰਗ 'ਚ ਸਾਨੂੰ, ਤੂੰ ਤੁਹਾਡੇ ਸਾਰੀਆਂ ਤਾੜੀਆਂ 'ਚ ਮਾਂ ਪਾਰਾ ਖਾਨ। ਹੋ ਆਪਣੇ ਤਨ ਦੀ ਖਬਰ ਨਹੀਂ, ਸਜਣ ਦੀ ਖਬਰ ਲਵੇ ਕੌਣ, ਨਾ ਮੈਂ ਖਾਕੀ ਨਾ ਮੈਂ ਆਤਿਸ਼, ਨਾ ਪਾਣੀ ਨਾ ਕੌਣ। ਹੋ ਆਪਣੇ ਤਨ ਦੀ ਖਬਰ ਨਹੀਂ, ਸਜਣ ਦੀ ਖਬਰ ਲਵੇ ਕੌਣ, ਨਾ ਮੈਂ ਖਾਕੀ ਨਾ ਮੈਂ ਆਤਿਸ਼, ਨਾ ਪਾਣੀ ਨਾ ਕੌਣ। ਵੇ ਬੁੱਲਿਆ ਸਾਈਆਂ ਵੇ ਘੁੱਟ ਘੁੱਟ ਰੋਈਆਂ, ਵੇ ਬੁੱਲਿਆ ਸਾਈਆਂ ਵੇ ਘੁੱਟ ਘੁੱਟ ਰੋਈਆਂ, ਜਿਵੇਂ ਆਟੇ ਵਿੱਚ ਲੂਣ, ਜਿਵੇਂ ਆਟੇ ਵਿੱਚ ਲੂਣ। ਆਪਣੇ ਤਨ ਦੀ ਖਬਰ ਨਹੀਂ, ਸਜਣ ਦੀ ਖਬਰ ਲਵੇ ਕੌਣ। ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ, ਨਾ ਝੂਠੇ ਵਾਅਦੇ ਕੀਤਾ ਕਰ, ਨਾ ਝੂਠੀਆਂ ਕਸਮਾਂ ਖਾਇਆ ਕਰ। ਤੈਨੂੰ ਕਿੰਨੀ ਵਾਰੀ ਆਖਿਆ ਏ ਸਾਨੂੰ ਵਲ ਵਲ ਨਾ ਆਜ਼ਮਾਇਆ ਕਰ, ਤੇਰੇ ਪਿਆਰ ਦੇ ਵਿੱਚ ਮੈਂ ਮਰ ਜਾਸਾਂ, ਮੈਨੂੰ ਐਨਾ ਯਾਦ ਨਾ ਆਇਆ ਕਰ। ਸੱਜਣਾ ਵੇ ਆਜਾ ਮੁੜ ਛੇਤੀ ਨੇ, ਉਡੀਕਾਂ ਤੇਰੀਆਂ ਲੱਭਦਾ ਫਿਰੇਂਗਾ, ਫਿਰ ਲੱਭਣੀਆਂ ਤੈਨੂੰ ਮਿੱਟੀ ਦੀਆਂ ਢੇਰੀਆਂ। ਸੱਜਣਾ ਵੇ ਆਜਾ ਮੁੜ ਛੇਤੀ ਨੇ, ਉਡੀਕਾਂ ਤੇਰੀਆਂ ਲੱਭਦਾ ਫਿਰੇਂਗਾ, ਫਿਰ ਲੱਭਣੀਆਂ ਤੈਨੂੰ ਮਿੱਟੀ ਦੀਆਂ ਢੇਰੀਆਂ। ਆਪਣੇ ਤਨ ਦੀ ਖਬਰ ਨਹੀਂ, ਸਜਣ ਦੀ ਖਬਰ ਲਵੇ ਕੌਣ, ਨਾ ਮੈਂ ਖਾਕੀ ਨਾ ਮੈਂ ਆਤਿਸ਼, ਨਾ ਪਾਣੀ ਨਾ ਕੌਣ। ਵੇ ਬੁੱਲਿਆ ਸਾਈਆਂ ਵੇ ਘੁੱਟ ਘੁੱਟ ਰੋਈਆਂ, ਵੇ ਬੁੱਲਿਆ ਸਾਈਆਂ ਵੇ ਘੁੱਟ ਘੁੱਟ ਰੋਈਆਂ, ਜਿਵੇਂ ਆਟੇ ਵਿੱਚ ਲੂਣ, ਜਿਵੇਂ ਆਟੇ ਵਿੱਚ ਲੂਣ। ਆਪਣੇ ਤਨ ਦੀ ਖਬਰ ਨਹੀਂ, ਸਜਣ ਦੀ ਖਬਰ ਲਵੇ ਕੌਣ। ਚਲੋ ਜੀ, ਮੈਂ ਇੱਕ ਕਾਫੀ ਸੁਣਾ ਕੇ ਫਿਰ ਅਸੀਂ ਆਪਣੇ ਅੱਜ ਦੇ ਵਿਚਾਰ ਲੇਖ ਵੱਲ ਵਧਨੇ ਆ। ਇਹ ਤਾਂ ਖੈਰ ਥੋੜੀ ਮਸ਼ਹੂਰ ਹੀ ਕਾਫੀ ਹੈ। ਬੁੱਲੇ ਸ਼ਾਹ ਕਹਿੰਦੇ ਨੇ, ਇਸ਼ਕ ਦੀ ਨਵੀਓਂ ਨਵੀਂ ਬਹਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜੂੜਾ ਡਰਿਆ। ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜੂੜਾ ਡਰਿਆ। ਡੇਰੇ ਜਾ ਠਾਕੁਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ। ਇਸ਼ਕ ਦੀ ਨਵੀਓਂ ਨਵੀਂ ਬਹਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਤੋਤਾ ਮੈਨਾ ਮਾਰ ਗਵਾਈ। ਅੰਦਰ ਬਾਹਰ ਹੋਈ ਸਫਾਈ, ਜਿਤ ਵੱਲ ਵੇਖਾਂ ਯਾਰੋ ਯਾਰ। ਇਸ਼ਕ ਦੀ ਨਵੀਓਂ ਨਵੀਂ ਬਹਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਹੀਰ ਰਾਂਝੇ ਦੇ ਹੋ ਗਏ ਮੇਲੇ, ਹੀਰ ਰਾਂਝੇ ਦੇ ਹੋ ਗਏ ਮੇਲੇ। ਭੁੱਲੀ ਹੀਰ ਟੁਰੇਂਦੀ ਵੇਲੇ, ਤੇ ਰਾਂਝਾ ਯਾਰ ਬੁੱਕੜ ਵਿੱਚ ਖੇਲੇ। ਮੈਨੂੰ ਸੁਧ ਰਹੀ ਨਾ ਸਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਤੇ ਵੈਦ ਕੁਰਾਨਾ ਪੜ੍ਹ ਪੜ੍ਹ ਥੱਕੇ, ਵੈਦ ਕੁਰਾਨਾ ਪੜ੍ਹ ਪੜ੍ਹ ਥੱਕੇ। ਸਜਦੇ ਕਰਦਿਆਂ ਘਸ ਗਏ ਮੱਥੇ, ਨਾ ਰੱਬ ਤੀਰਥ ਨਾ ਰੱਬ ਮੱਕੇ। ਜਿਸ ਪਾਇਆ ਤਿਸ ਨੂਰ ਅਨਵਾਰ, ਇਲਮ ਇਸ਼ਕ ਦੀ ਨਵੀਓਂ ਨਵੀਂ ਬਹਾਰ। ਉਮਰ ਗਵਾਈ ਵਿੱਚ ਮਸੀਤੀ, ਉਮਰ ਗਵਾਈ ਵਿੱਚ ਮਸੀਤੀ।
ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਲੀਤੀ ਕਦੇ ਨਮਾਜ਼ ਤੌਹੀਦ ਨਾ ਨੀਤੀ ਤੇ ਹੁਣ ਕੀ ਕਰਨਾ ਹੈ ਸ਼ੋਰ ਪੁਕਾਰ ਇਸ਼ਕ ਦੀ ਨਵੀਂ ਨਵੀਂ ਬਹਾਰ ਤੇ ਫੂਕ ਮੁਸੱਲਾ ਭੰਨ ਸੱਟ ਲੋਟਾ ਨਾ ਫੜ ਤਸਬੀ ਆਸਾ ਸੋਟਾ ਆਸ਼ਿਕ ਕਹਿੰਦੇ ਦੇ ਹੋਕਾ ਤਰਕ ਹਲਾਲੋ ਖਾ ਮੁਰਦਾਰ ਇਸ਼ਕ ਦੀ ਨਵੀਂ ਬਹਾਰ ਤੇ ਆਖਰੀ ਸ਼ੇਰ ਹੈ ਕਿ ਇਸ਼ਕ ਭੁਲਾਇਆ ਸਜਦਾ ਤੇਰਾ ਹੁਣ ਕਿਉਂ ਐਵੇਂ ਪਾਵੇਂ ਝੇੜਾ ਬੁੱਲਾ ਹੁੰਦਾ ਚੁੱਪ ਬਥੇਰਾ ਇਸ਼ਕ ਰਹਿੰਦਾ ਮਾਰੋ ਮਾਰ ਇਸ਼ਕ ਦੀ ਨਵੀਂ ਬਹਾਰ ਇਸ਼ਕ ਦੀ ਨਵੀਂ ਬਹਾਰ ਤੁਸੀਂ ਹੁਣ ਤਾੜੀ ਸਕਦੇ ਹੋ ਮਾਰ ਬਹੁਤ ਮੁਦੱਬਰ ਹੋ ਕੇ ਤੁਸੀਂ ਸੁਣ ਰਹੇ ਹੋ ਬੜੀ ਖੁਸ਼ੀ ਹੋ ਰਹੀ ਤੋਬਾ ਤੋਂ ਇੰਜ ਲੱਗਦਾ ਕਿ ਜਿਵੇਂ ਘੋਟ ਕੇ ਪੀ ਲਿਆ ਹੈ ਬਾਬਾ ਲੇਕਿਨ ਮੈਂ ਵੀ ਜ਼ਰਾ ਲਾਡੀ ਕਰ ਰਿਹਾ ਤੁਹਾਨੂੰ ਪਤਾ ਮੇਰੇ ਕੋਲ ਬਾਜ਼ ਰਿਹਾ ਹੁੰਦਾ ਸੋ ਅੱਗੇ ਵਧਨੇ ਆ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਮੇਰੇ ਆਖੇ ਦਾ ਮਾਣ ਰੱਖਿਆ ਤੇ ਅੱਜ ਲਿਖਤੀ ਰੂਪ ਦੇ ਵਿੱਚ ਆਪਣੇ ਵਿਚਾਰ ਲੈ ਕੇ ਆਏ ਨੇ ਬਾਬੇ ਬੁੱਲੇ ਸ਼ਾਹ ਦੀ ਜੀਵਨ ਉਹਨਾਂ ਦੀ ਹਯਾਤੀ ਔਰ ਉਹਨਾਂ ਦੀ ਫਿਕਰ ਬਾਰੇ ਤੇ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਜਨਾਬ ਰਿਆਜ਼ ਦਾਨਿਸ਼ਵਰ ਉਹਨਾਂ ਨੂੰ ਕਹਾਂਗੇ ਕਿ ਉਹ ਆਉਣ ਔਰ ਸਾਨੂੰ ਬੁੱਲੇ ਸ਼ਾਹ ਦੇ ਜਿਹੜਾ ਕਿ ਅਸੀਂ ਟਾਈਟਲ ਰੱਖਿਆ ਹੈ ਕਿ ਬੁੱਲਾ ਸ਼ੋ ਅਸਾਂ ਥੀ ਵੱਖ ਨਹੀਂ ਸੋ ਸਾਡੇ ਤੋਂ ਵੱਖ ਨਹੀਂ ਹੈ ਬੁੱਲੇ ਸ਼ਾਹ ਦੇ ਵਾਲਦ ਸੈਯਦ ਸਖੀ ਮੁਹੰਮਦ ਦਰਵੇਸ਼ ਤੇ ਉਹਨਾਂ ਦੇ ਖਾਨਵਾਦੇ ਦਾ ਤਜ਼ਕਰਾ ਬੁੱਲੇ ਸ਼ਾਹ ਨੇ ਸ਼ਾਇਰੀ ਨੂੰ ਆਪਣੇ ਬਾਤਨ ਦੇ ਇਜ਼ਹਾਰ ਦਾ ਵਸੀਲਾ ਬਣਾ ਲਿਆ ਹਰ ਵਿੱਚ ਸੂਰਤ ਰੱਬ ਦੀ ਏ ਬੁੱਲੇ ਸ਼ਾਹ ਦਾ ਸਿਲਸਿਲਾ ਇਰਾਦਤ ਇਸਲਾਮੀ ਤਸੱਵੁਫ ਤੇ ਵੈਦਿਕ ਗਿਆਨ ਦੇ ਰਾਹੀਂ ਸਮਾਜ ਦੀਆਂ ਗੁੰਝਲਾਂ ਨੂੰ ਖੋਲ੍ਹਣ ਵਿੱਚ ਕਾਮਯਾਬ ਹੋ ਜਾਂਦੇ ਨੇ ਸੁੰਨੀ ਨਾ ਨਹੀਂ ਸ਼ੀਆ ਸੁਲ੍ਹਾ ਕੁਲ ਕਾ ਮਾਰਗ ਲਿਆ ਭੁੱਖੇ ਨਾ ਨਹੀਂ ਹਮ ਰੱਜੇ ਨੰਗੇ ਨਾ ਨਹੀਂ ਹਮ ਕੱਜੇ ਔਰ ਬੁੱਲੇ ਦਾ ਕੀ ਰੂਪ ਸਰੂਪ ਹੈ ਕੀ ਜੀਵਨ ਹੈ ਉਹਦੇ ਬਾਰੇ ਸਾਨੂੰ ਇੱਕ ਤਰ੍ਹਾਂ ਦੀ ਮੁੱਢਲੀ ਜਾਣਕਾਰੀ ਸਾਨੂੰ ਮਿਲੇਗੀ ਕਿ ਬੁੱਲੇ ਸ਼ਾਹ ਦੀ ਹਯਾਤੀ ਬਾਰੇ ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰੀ ਸੁਣਨਾ ਹੈ ਜਾਂ ਘੱਟ ਹੀ ਅਸੀਂ ਸੁਣਨੇ ਆ ਸੋ ਤੁਹਾਡੀਆਂ ਤਾੜੀਆਂ 'ਚ ਜਨਾਬ ਰਿਆਜ਼ ਦਾਨਿਸ਼ਵਰ ਆਪਣਾ ਲੇਖ ਸਾਨੂੰ ਸੁਣਾਉਣਗੇ ਮੇਰੇ ਇਸ ਛੋਟੇ ਜਿਹੇ ਮਜ਼ਮੂਨ ਦੇ ਵਿੱਚ ਬੁੱਲੇ ਸ਼ਾਹ ਦਾ ਜਿਹੜਾ ਸਿਰਫ ਇਸਮੇ ਗ੍ਰਾਮੀ ਹੈ ਨਾ ਉਹਦਾ ਵੀ ਇਹਾਤਾ ਨਹੀਂ ਹੋ ਸਕਦਾ ਬੁੱਲੇ ਸ਼ਾਹ ਦੀ ਤੇ ਕਿਸੇ ਇੱਕ ਲਾਈਨ ਦੇ ਉੱਤੇ ਬਲਕਿ ਇੱਕ ਲਫ਼ਜ਼ ਦੇ ਉੱਤੇ ਪੂਰੇ ਸੈਸ਼ਨ ਜਿਹੜੇ ਨੇ ਤੇ ਕਿਤਾਬਾਂ ਜਿਹੜੀਆਂ ਨੇ ਲਿਖੀਆਂ ਜਾ ਸਕਦੀਆਂ ਤੋ ਅਸੀਂ ਆਪ ਪੜ੍ਹਨ ਵਾਲੇ ਹਾਂ ਤੇ ਤੁਸੀਂ ਵੀ ਸਾਰੇ ਪੜ੍ਹਨ ਵਾਲੇ ਹੋ ਤੇ ਜਿਹੜੀਆਂ ਲਿਖੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਛਪੀਆਂ ਹੋਈਆਂ ਜਿਹੜੀਆਂ ਨੇ ਉਹ ਵੀ ਪੜ੍ਹਦੇ ਰਹਿੰਦੇ ਆ ਅਫਜ਼ਲ ਸਾਹਿਰ ਉਹਨਾਂ ਨੇ ਕਿਹਾ ਕਿ ਜਿਹੜੀ ਬੁੱਲਾ ਸ਼ਾਹ ਦੀ ਕਾਫੀ ਦਾ ਇਹ ਮਿਸਰਾ ਇਹਨੂੰ ਅਸੀਂ ਸਰਨਾਮਾ ਬਣਾਉਣਾ ਅੱਜ ਕਿ ਬੁੱਲਾ ਸ਼ੋ ਅਸਾਂ ਥੀ ਵੱਖ ਨਹੀਂ ਲੇਕਿਨ ਇਸ ਦੇ ਬਾਵਜੂਦ ਥੋੜ੍ਹਾ ਜਿਹਾ ਮੂੰਹ ਮੁਹਾਂਦਰਾ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਸੈਯਦ ਸਖੀ ਸ਼ਾਹ ਮੁਹੰਮਦ ਦਰਵੇਸ਼ ਦੇ ਪੁੱਤਰ ਸੈਯਦ ਅਬਦੁੱਲਾ ਸ਼ਾਹ ਕਾਦਰੀ ਦਾ ਜਨਮ 1681 ਵਿੱਚ ਹੋਇਆ ਦੱਸਿਆ ਜਾਂਦਾ ਹੈ ਆਪ ਜੀ ਦੇ ਜਨਮ ਤੇ ਆਪ ਜੀ ਦੇ ਵਸਾਲ ਦੇ ਬਾਰੇ ਸਾਡੇ ਕੋਲ ਕੋਈ ਪੱਕੀ ਲਿਖੀ ਪੜੀ ਤਾਰੀਖ ਨਹੀਂ ਪੁੱਜਦੀ ਹੋਰ ਲਿਖਾਰੀਆਂ ਤੇ ਸੋਧਕਾਰਾਂ ਨੇ ਆਪਣੀ ਸੋਚ ਤੇ ਸਮਝ ਦੇ ਮੁਤਾਬਕ ਜਨਮ ਤੇ ਵਸਾਲ ਦੀ ਤਾਰੀਖ ਲਿਖੀ ਹੈ ਕਿਸੇ ਨੇ 1671 ਲਿਖੀ ਹੈ ਪਰ ਜਿਸ ਤਰ੍ਹਾਂ ਬੁੱਲੇ ਸ਼ਾਹ ਦਾ ਕਲਾਮ ਸਾਡੇ ਤੱਕ ਪਿਛਲੇ 250 ਸਾਲ ਵਿੱਚ ਗਾਉਣ ਵਾਲਿਆਂ ਤੇ ਉਹਨਾਂ ਕੋਲੋਂ ਸੁਣ ਕੇ ਜਾਂ ਫਿਰ ਫਕਰਾਂ ਸੰਤਾਂ ਦੀਆਂ ਸੰਗਤਾਂ ਵਿੱਚ ਪੜ੍ਹਨ ਵਾਲਿਆਂ ਕੋਲੋਂ ਸੁਣ ਕੇ ਲਿਖਾਰੀਆਂ ਨੇ ਲਿਖਿਆ ਤੇ ਇਸ ਤਰ੍ਹਾਂ ਹੀ ਬੁੱਲੇ ਸ਼ਾਹ ਦੀ ਜਨਮ ਵਿਸਾਲ ਦੀਆਂ ਤਾਰੀਖਾਂ ਵੀ ਸਾਡੇ ਤੱਕ ਕਲਾਮੀ ਇਲਮ ਰਾਹੀਂ ਆਪਣੀਆਂ ਨੇ ਇੰਝ ਅਸੀਂ ਨਾਂ ਲਿਖਣ 'ਤੇ ਆਈਏ ਤੇ ਮੁਫਤੀ ਗੁਲਾਮ ਸਰਵਰ ਲਾਹੌਰੀ ਮੌਲਵੀ ਡਾਕਟਰ ਮੁਹੰਮਦ ਸ਼ਫੀ ਖੁਦ ਬਾਬਾ ਬੁੱਲੇ ਸ਼ਾਹ ਦੇ ਮੁਰਸ਼ਦ ਸ਼ਾਹ ਇਨਾਇਤ ਕਾਦਰੀ ਹੋਰਾਂ ਦਾ ਮੁਰਤਬ ਕੀਤਾ ਹੋਇਆ ਬੁੱਲੇ ਸ਼ਾਹ ਹੋਰਾਂ ਦਾ ਕਲਾਮ ਜਿਹੜਾ ਕਿ ਕੁਰੈਸ਼ੀ ਅਹਿਮਦ ਹਸਨ ਕਿਲਾਦਾਰ ਗੁਜਰਾਤੀ ਕੋਲ ਕਲਮੀ ਨੁਸਖਾ ਉਹਨਾਂ ਦੇ ਖਾਨਦਾਨ ਕੋਲ ਮੌਜੂਦ ਹੈ ਮੌਲਵੀ ਅਨਵਰ ਅਲੀ ਰੋਹਤਕੀ ਖਾਨ ਸਾਹਿਬ ਅਬਦੁਰਰਹਿਮਾਨ ਰਈਸ ਢੋਕਰਵੀ ਜ਼ਿਲ੍ਹਾ ਜਲੰਧਰ ਵਾਲੇ ਪ੍ਰੇਮ ਸਿੰਘ ਕਸੂਰੀ ਸ਼ੇਖ ਇਕਰਾਮ ਦੀਨ ਮੁਹੰਮਦ ਦੀਨ ਕਲੀਮ ਡਾਕਟਰ ਅਬਦੁਲ ਗਨੀ ਡਾਕਟਰ ਫਕੀਰ ਮੁਹੰਮਦ ਫਕੀਰ ਤੇ ਸਾਡੇ ਆਪਣੇ ਮੁਹੰਮਦ ਆਸਿਫ ਖਾਨ ਹੋਰਾਂ ਤੱਕ ਬੁੱਲੇ ਸ਼ਾਹ ਦੇ ਬਾਰੇ ਲਿਖਣ ਵਾਲਿਆਂ ਦੀ ਫਹਿਰਿਸਤ ਇੰਨੀ ਲੰਮੀ ਹੈ ਕਿ ਤੁਸੀਂ ਯਕੀਨ ਜਾਣੋ ਕਿ ਜੇ ਅੱਜ ਵੀ ਮੈਂ
ਪੂਰੇ ਨਾਂ ਇੱਥੇ ਪੜ੍ਹਦਾ ਤਾਂ ਸ਼ਾਇਦ ਉਹ ਨਾਵਾਂ ਦੇ ਵਿੱਚ ਹੀ ਮੇਰਾ ਟਾਈਮ ਜਿਹੜਾ ਲੰਘ ਜਾਂਦਾ। ਇਤਨੇ ਲੋਕਾਂ ਨੇ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ ਜਿਹੜਾ ਲਿਖਤਾਂ ਲਿਖੀਆਂ ਨੇ, ਔਰ ਐਸੀਆਂ ਵਕੀਲ ਲਿਖੀਆਂ ਨੇ ਕਿ ਕਮਾਲ ਹੈ। ਉਹਨਾਂ ਦੀਆਂ ਲਿਖਤਾਂ ਦੇ ਵਿੱਚ ਅਸੀਂ ਉਹਨਾਂ ਦੇ ਫਿਕਰ ਔਰ ਸਾਰੀ ਨੂੰ ਬੜੀ ਗਹਿਰਾਈ ਦੇ ਨਾਲ ਵੇਖਦੇ ਹਾਂ। ਇਸ ਬੈਠਕ ਵਿੱਚ ਅਸੀਂ ਉਹਨਾਂ ਦੇ ਸੀਰਤ ਨਿਗਾਰਾਂ ਦਾ ਤਜ਼ਕਰਾ ਵੀ ਮੁਕੰਮਲ ਨਾ ਕਰ ਸਕੀਏ। ਆਪ ਦੇ ਵਿਸਾਲ ਦੀ ਤਾਰੀਖ ਵੀ ਮੁਖਤਲਿਫ ਹਵਾਲਿਆਂ ਵਿੱਚ ਮੁਖਤਲਿਫ ਹੈ, ਪਰ 1681 ਈਸਵੀ ਤੇ ਬਹੁਤੇ ਲਿਖਾਰੀਆਂ ਦਾ ਇਤਫਾਕ। ਬੁੱਲੇ ਸ਼ਾਹ ਦੇ ਵਾਲਦ ਸੈਯਦ ਸਖੀ ਮੁਹੰਮਦ ਦਰਵੇਸ਼ ਤੇ ਉਹਨਾਂ ਦੇ ਖਾਨਵਾਦੇ ਦਾ ਤਜ਼ਕਰਾ ਬਾਵਲਪੁਰ ਦੇ ਕਸਬਾ ਉੱਚ ਗਿਲਾਨੀਆਂ ਤੋਂ ਹੀ ਮਿਲਦਾ ਹੈ। ਸਿਲਸਿਲਾ ਨਸਬ ਤੇ ਸਈਦਾਂ ਦੇ ਰਿਵਾਜ ਮੁਜਬ ਪੱਕਾ ਪੀੜਾ ਮੌਜੂਦ ਹੈ ਤੇ ਹਜ਼ਰਤ ਗੌਸਲ ਆਜ਼ਮ ਗਿਲਾਨੀ ਤੱਕ ਅਪੜਦਾ ਹੈ, ਪਰ ਆਪ ਦੇ ਵੱਡੇ ਉੱਚ ਗਿਲਾਨੀਆਂ ਤੱਕ ਕਿਵੇਂ ਆਪਣੇ ਇਸ ਬਾਰੇ ਮਹਿਜ਼ ਖਿਆਲੀ ਘੋੜੇ ਦੌੜਾਏ ਗਏ ਨੇ ਤੇ ਬਹੁਤ ਦੌੜਾਏ ਗਏ। ਬੁੱਲੇ ਸ਼ਾਹ ਹੋਰਾਂ ਦਾ ਇੱਕ ਹੋਰ ਸਿਲਸਿਲਾ ਇਰਾਦਤ ਵੀ ਹੈ ਜਿਹੜਾ ਸਾਡੇ ਅੱਜ ਦੇ ਇਸ ਵਿਸ਼ੇ ਨਾਲ ਵੀ ਉਹਦਾ ਬੜਾ ਸੰਬੰਧ ਬਣਦਾ ਹੈ। ਉਹ ਤਸੱਵੁਫ ਦੇ ਸਿਲਸਿਲਾ ਕਾਦਰੀਆ ਵਿੱਚ ਤਸੱਵੁਫ ਵਿੱਚ ਮਾਬਾਦ ਤਬੀਆਤੀ ਮਾਮਲਾਤ ਤੇ ਮਸਾਇਲ ਨਾਲ ਵਾਹ ਪੈਂਦਾ ਹੈ। ਹੁਣ ਤਸੱਵੁਫ ਦਾ ਤਾਲੁਕ ਇਨਸਾਨ ਦੇ ਜ਼ਾਹਰੀ ਨਹੀਂ ਕੁਝ ਬਾਤਨੀ ਹਿੱਸਿਆਤ ਨਾਲ ਹੁੰਦਾ ਹੈ। ਇਹ ਕੈਫੀਅਤ ਐਸੀ ਕਸ਼ਮਕਸ਼ ਪੈਦਾ ਕਰਦੀ ਹੈ ਜਿਹਦਾ ਇਜ਼ਹਾਰ ਸਿਰਫ ਸ਼ਾਇਰੀ ਵਿੱਚ ਹੀ ਹੋ ਸਕਦਾ ਹੈ। ਇਹ ਮੇਰਾ ਆਪਣਾ ਖਿਆਲ ਹੈ, ਹੋ ਸਕਦਾ ਹੈ ਤੁਸੀਂ ਕੁਝ ਹੋਰ ਤਰ੍ਹਾਂ ਸੋਚਦੇ ਹੋਵੋ। ਚੁਨਾਂਚੇ ਤਸੱਵੁਫ ਤੇ ਆਪਣੇ ਆਪ ਦੀ ਪਛਾਣਤਾ ਦੀ ਇਸ ਕੈਫੀਅਤ ਵਿੱਚ ਹੀ ਕਿਸੇ ਵੇਲੇ ਬੁੱਲੇ ਸ਼ਾਹ ਨੇ ਸ਼ਾਇਰੀ ਨੂੰ ਆਪਣੇ ਬਾਤਨ ਦੇ ਇਜ਼ਹਾਰ ਦਾ ਵਸੀਲਾ ਬਣਾ ਲਿਆ ਤੇ ਬੁੱਲਾ ਸ਼ਾਹ ਆਪਣੇ ਜ਼ਾਹਰੀ ਜਿਸਮਾਨੀ ਕਲਬੂਤ ਵਿੱਚੋਂ ਮਾਵਰਾ ਹੋ ਕੇ ਬੁੱਲਾ ਸ਼ਾਹ ਅਸਾਂ ਥੀ ਵੱਖ ਨਹੀਂ ਦੀ ਮੰਜ਼ਿਲ ਵੱਲ ਟੁਰ ਪਿਆ। ਸਾਰੇ ਹੀ ਲਹਿਜਿਆਂ ਤੇ ਮੁਹਾਂਦਰਿਆਂ ਦੇ ਲਫ਼ਜ਼ ਉਹਨਾਂ ਨੇ ਆਪਣੀ ਸ਼ਾਇਰੀ ਤੇ ਇਜ਼ਹਾਰ ਦਾ ਹਿੱਸਾ ਬਣਾ ਲਏ। ਇੰਜ ਬੁੱਲਾ ਸ਼ਾਹ ਪੰਜਾਬ ਦੇ ਹਰ ਜੀਵ ਦੇ ਦਿਲ ਦਿਮਾਗ ਤੇ ਸ਼ਊਰ ਤੇ ਨਾਲ ਹੀ ਲਾ ਸ਼ਊਰ ਦਾ ਵੀ ਹਿੱਸਾ ਬਣ ਗਏ। ਅੱਜ ਅਸੀਂ ਆਪਣੀ ਆਮ ਗੱਲਬਾਤ ਦੇ ਵਿੱਚ ਵੀ ਬੁੱਲੇ ਸ਼ਾਹ ਦੇ ਮਿਸਰੇ ਤੇ ਉਹਨਾਂ ਦੇ ਕਲਾਮ ਦੇ ਹਿੱਸੇ ਜਿਹੜੇ ਨੇ ਉਹ ਇੰਨੀ ਹੀ ਸਰਲਤਾ ਦੇ ਨਾਲ ਬਿਆਨ ਕਰ ਦਿੰਦੇ ਆ ਕਿ ਜਿਵੇਂ ਸਾਡੇ ਆਪਣੇ ਹੀ ਕਿਸੇ ਹਾਫਜ਼ੇ ਦਾ ਉਹ ਹਿੱਸਾ ਹੋਣ। ਬੁੱਲੇ ਸ਼ਾਹ ਆਪਣੀ ਸ਼ਾਇਰੀ ਵਿੱਚ ਆਪਣੇ ਮੁਰਸ਼ਦ ਹਾਦੀ ਤੇ ਆਪਣੇ ਅਣਡਿੱਠੇ ਆਦਰਸ਼ਾਂ ਨੂੰ ਆਪਣਾ ਆਪ ਅਰਪਣ ਕਰਕੇ ਆਪਣੀ ਜ਼ਾਤ ਨੂੰ ਮੁਰਸ਼ਦ ਦੀ ਜ਼ਾਤ ਵਿੱਚ ਸਮੋ ਦਿੱਤਾ। ਦੀਨੀ ਤਾਲੀਮਾਤ ਤੇ ਉਹਨਾਂ ਦੇ ਇਸ਼ਤਿਹਾਰਿਆਂ ਨੂੰ ਆਪਣੀ ਸ਼ਾਇਰੀ ਵਿੱਚ ਵਰਤਿਆ। ਕੁਨ ਕਿਆ ਫਯਕੂਨ ਕਹਾਇਆ, ਬੇਚੋਣੀ ਸੇ ਚੋਣ ਬਣਾਇਆ, ਆਹਦ ਦੇ ਵਿੱਚ ਮੀਮ ਰਲਾਇਆ, ਤਾਂ ਕੀਤਾ ਏਡ ਪਸਾਰ, ਹੁਣ ਮੈਂ ਲਿਖਿਆ ਸੋਹਣਾ ਯਾਰ, ਜਿਸ ਦੇ ਦਮ ਦਾ ਗਰਮ ਬਾਜ਼ਾਰ। ਤੁਸੀਂ ਇਸ ਬੰਦ ਦੀ ਇੱਕ ਇੱਕ ਲਾਈਨ ਨੂੰ ਵੇਖੋ ਤੇ ਉਹਨਾਂ ਦੀ ਇੱਕ ਆਲਮੇ ਹੈਰਤ ਔਰ ਉਸ ਦੇ ਵਿੱਚੋਂ ਹੀ ਆਪਣੀ ਖੋਜ ਔਰ ਉਹਦੇ ਜਵਾਬ ਦਾ ਤੁਹਾਨੂੰ ਜਿਹੜਾ ਪੂਰਾ ਮੰਜ਼ਰਨਾਮਾ ਜਿਹੜਾ ਉਹ ਮਿਲ ਜਾਂਦਾ ਹੈ। ਬੁੱਲੇ ਸ਼ਾਹ ਨੇ ਆਪਣੇ ਅੰਦਰ ਬਾਹਰ ਨੂੰ ਇੱਕ ਕਰਨ ਤੇ ਝੂਠ ਫਰੇਬ ਮੁਨਾਫਕਤ ਤੋਂ ਬਿਲਕੁਲ ਵੱਖ ਹੋ ਜਾਣ ਦੀ ਗੱਲ ਕੀਤੀ। ਜਿਹੜੇ ਲੋਕ ਮਹਿਜ਼ ਇਬਾਦਤ ਤੇ ਵਿਖਾਵੇ ਦੇ ਨੇਕ ਕਾਰਿਆਂ ਨਾਲ ਆਪਣੇ ਆਪ ਨੂੰ ਵਡਿਆਣਾ ਚਾਹੁੰਦੇ ਨੇ, ਉਹਨਾਂ ਦੀ ਇਸ ਹਰਕਤ ਨੂੰ ਬੁੱਲੇ ਸ਼ਾਹ ਨੇ ਤੁੰਬ ਕੇ ਰੱਖ ਦਿੱਤਾ। ਮੂੰਹ ਆਈ ਬਾਤ ਨਾ ਰਹਿੰਦੀ ਏ, ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆ ਭਾਂਬੜ ਮੱਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜੱਜ ਕੇ ਜੀਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਇੱਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਾਲੂਮੀ ਸਭ ਦੀ ਏ, ਹਰ ਵਿੱਚ ਸੂਰਤ ਰੱਬ ਦੀ ਏ, ਕਿਉਂ ਜ਼ਾਹਿਰ ਕਿਉਂ ਛੁਪੇਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਤੇ ਇਸੇ ਕਾਫੀ ਦੇ ਅਖੀਰਲੇ ਬੰਦ ਵਿੱਚ ਬੁੱਲਾ ਸ਼ਾਹ ਫਰਮਾਉਂਦੇ ਨੇ, ਜਿਹੜਾ ਸਾਡਾ ਅੱਜ ਦਾ ਵਿਸ਼ਾ ਵੀ ਏ, ਕਿ ਬੁੱਲਾ ਸ਼ਾਹ ਅਸਾਂ ਥੀ ਵੱਖ ਨਹੀਂ, ਹੁਣ ਸ਼ਾਹ ਥੀ ਦੂਜਾ ਕੱਖ ਨਹੀਂ, ਹਰ ਵੇਖਣ ਵਾਲੀ ਅੱਖ ਨਹੀਂ, ਤਾਈ ਜਾਨ ਪਈ ਦੁੱਖ ਸਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਸੂਫੀਆਨਾ ਰਚਾ ਆਪਣੀ ਕੁੱਲ ਮਿਰਾਜ ਉੱਤੇ ਵੇ ਤੇ ਆਪ ਹੋਰੀ ਸੂਫੀਆਨਾ ਪੰਥ ਤੇ ਇਸਲਾਮ ਦੀ ਵਿਚਾਰ ਧਾਰਾ ਦੇ ਵੱਡੇ ਤੇ ਸ਼ਾਇਦ ਪਹਿਲੇ ਸੂਫੀ ਸ਼ੇਖ ਅਕਬਰ ਮੁਹੀਉਦੀਨ ਇਬਨ ਅਰਬੀ ਦੇ ਵਿਖਾਏ ਹੋਏ ਤਸੱਵੁਫ ਦੇ ਪੈਂਡੇ ਦੇ ਸਿਰਫ ਰਾਹੀ ਨਹੀਂ ਬਣੇ, ਸਗੋਂ ਤਸੱਵੁਫ ਤੇ ਸਲੂਕ ਦੀਆਂ ਕੁਝ ਹੋਰ ਉਚੇਚੀਆਂ ਮੰਜ਼ਲਾਂ ਨੂੰ ਵੀ ਤਸੱਵੁਫ ਦੇ ਇਸ ਪੰਥ ਨਾਲ ਮਿਲਾ ਦਿੱਤਾ। ਬੁੱਲੇ ਸ਼ਾਹ ਦਾ ਸਿਲਸਿਲਾ ਇਰਾਦਤ ਇੰਜੇ ਸ਼ਾਹ ਇਨਾਇਤ ਕਾਦਰੀ ਮੁਰੀਦ ਸ਼ਾਹ ਮੁਹੰਮਦ ਰਜ਼ਾ ਕਾਦਰੀ, ਇਹ ਜਿਹੜਾ ਮੈਂ ਸਿਲਸਿਲਾ ਇਰਾਦਤ ਬਿਆਨ ਕਰਨ ਲੱਗਾ ਵਾਂ, ਇਹਦਾ
ਸਾਡੇ ਅੱਜ ਦੀ ਉਸ ਵਿਸ਼ੇ ਦੀ ਲਾਈਨ ਜਿਹੜੀ ਹੈ ਉਹਦੇ ਨਾਲ ਵੀ ਬੜਾ ਤਾਲੁਕ ਬਣੇਗਾ। शाह इनायत कादरी मुरीद शाह मोहम्मद रज़ा कादरी मुरीद शेख मोहम्मद फाजल कादरी लाहौरी मुरीद शेख अल्लाहदाद कादरी अकबराबादी मुरीद शेख मोहम्मद जलाल मुरीद सैयद नूर ज़ैनुल आबिदीन मुरीद शेख अब्दुल गफूर मुरीद शेख वजीहुद्दीन गुजराती ते मुरीद शाह मोहम्मद गौस ग्वालियारी। इत्थे पहुँच के बुल्ले शाह तसव्वुफ की इस्लामी विचारधारा नूं शेख मोहम्मद गौस ग्वालियारी की वकी तसनीफ अमृत कुंड के नाल मिलान विच कामयाब हो जाते हैं। इस्लामी तसव्वुफ ते वैदिक ज्ञान के राही समाज दीयां गुंझलां नूं खोलण विच कामयाब हो जाते हैं। मज़हबां ते अकीदियां विच वंडी हुई पंजाब की लुकाई नूं अपने कलाम राही अमन प्रेम ते सकून आशती की दिशा विखांदे ने। इहो ही कारण है कि पंजाब ते मावरा पंजाब के सारे ही मज़हबां के मनण वाले बुल्ले शाह नूं अपने जिस्म जान का हिस्सा समझण लग पैंदे ने। अज भी पूरे हिंदुस्तान विचों वख-वख मज़हबां ते अकीदियां दे मनण वाले बुल्ले शाह की हाज़री लई आउंदे ने ते रल के प्रेम प्रीत दे निघे गीत गाउंदे ने। इस वैदिक विचारधारा और इस्लामी तसव्वुफ के मेल तो बाद जिहड़ा सिंथेसिस बनता है बुल्ले शाह के कलाम दे विच ਉਹ ਦਾ ਕੋਈ ਵੈਸੇ ਤਾਂ ਸ਼ੁਮਾਰ ਕੋਈ ਨਹੀਂ ਹੈਗਾ। ਐਵੇਂ ਵਣਗੀ ਦੇ ਤੌਰ ਦੇ ਉੱਤੇ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਹਿੰਦੂ ਨਾ ਨਹੀਂ ਮੁਸਲਮਾਨ ਬਈਏ ਤਰਿੰਜਣ ਤਜ ਅਭਿਮਾਨ सुन्नी ना नहीं शिया सुलह कुल का मार्ग लिया भुखे ना नहीं हम रज्जे नंगे ना नहीं हम कज्जे रोंदे ना नहीं हम वसदे पापी ना सुधरी सुधर्मी ना मैनू असल च ना माधव खान मैनू कोई मेरे ख्याल 25-30 साल बाद मैं अज पहली मरतबा लिखिया तो मेरे को ना कंप्यूटर इस्तेमाल करने की वजह तो लिखण का मेरे बल्कि हाथ में भी सोच पै गई लिख ले इन्ना क लिखण नाल तो मेरे को अपना लिखिया भी नहीं पढ़िया जाता पाया। रोंदे ना नहीं हम वसदे पापी ना सुधर्मी ना पाप पुन की राह ना जाना बुल्ला शाह जो हर चित लागे हिंदू तर्क दूजन त्यागे बुलिया धर्मशाला तड़वाई रेंदे ठाकर द्वारे ठग विच मसीतां कुसतिए रेंदे आशिक रहन अलग बुलिया हिजरत विच इस्लाम दे मेरा नित है खास आराम नित नित मरा ते नित नित जीवा मेरा नित नित कूच मुकाम। हिजरत नूं एक खास अकीदे दे नाल जिसले बिल्कुल ब्रैकेट करता गया तो उन्होंने कहा कि बुलिया हिजरत विच इस्लाम दे मेरा नित है खास आराम नित नित मरा ते नित नित जीवा मेरा नित नित कूच मुकाम ते बुलिया चीरी मुसलमान दी हिंदू तो कुर्बान दुआ तो पानी वार पी जो करे भगवान ते पाठ नमाजा ते चिक्कड़ रोजे कलमे ते फिर गई स्याही बुल्ले शाह शव अंदरों मिलिया भली फिरे लुकाई ते बुल्ले शाह वो कौन है उत्तम तेरा यार उसे के हाथ कुरान है उसे गल सुनना। बड़ी मेहरबानी। सारी वो विचारधारा बारे उन्होंने सारी फिक्र बारे ते जे ये सुनते तुहाडे मन च कोई सवाल या विचार या कोई तनकीद हरे मन च आउंदी ते कोई गल आउंदी है तो वो सांझी हो सकती है नहीं तो असीं अगे अगले लेख वाल वधांगे उस तो बाद असीं गावण वाल जाना। मेरे को सुन लो एक बुल्ले दी काफ़ी बुक्कल दे विच चोर ने मेरी बुक्कल दे विच चोर चोरी चोरी निकल गया पै गया जगत विच शोर ने मेरी बुक्कल दे विच चोर। बुल्ले शाह कहते ने कि मुसलमान सिवियां तो डरदे हिंदू डरदे गोर दोवें इसे दे विच रलदे दोवें इसे दे विच मरदे इहो दोवां दी खोर। मुसलमान सिवियां तो डरदे हिंदू डरदे गोर दोवें इसे दे विच मरदे इहो दोवां दी खोर। किते रामदास किते फतेह मुहम्मद इहो कदीमी शोर ते मिट गया दोवां दा झगड़ा विचों निकल पिया कोई होर नहीं मेरी बुक्कल दे विचों।
ਅਰਸ਼ ਮੁਨੱਵਰ ਬਾਂਗਾ ਮਿਲੀਆਂ ਸੁਣੀਆਂ ਤਖਤ ਲਾਹੌਰ। ਸ਼ਾਹ ਅਨਾਇਤ ਕੁੰਡੀਆਂ ਪਾਈਆਂ ਲੁਕ ਛੁਪ ਖਿੱਚਦਾ ਡੋਰ। ਜਿਸ ਢੂੰਡਾਇਆ ਤਿਸ ਨੇ ਪਾਇਆ ਉਸੇ ਦੀ ਗੱਤ ਜ਼ੋਰ। ਦੱਸਾਂ ਮੈਂ ਤੁਸੀਂ ਪਕੜ ਲਿਆਓ ਬੁੱਲਾ ਚੁਗਲੀ ਖੋਰ। ਮੇਰੀ ਬੁੱਕਲ ਦੇ ਵਿੱਚ ਚੋਰ ਨੀ ਮੇਰੀ ਬੁੱਕਲ ਦੇ ਵਿੱਚ ਚੋਰ। ਤੇ ਬੁੱਲੇ ਸ਼ਾਹ ਕਹਿੰਦੇ ਨੇ ਕਿ ਮੈਂ ਬੇਕੈਦ ਨਾ ਰੋਗੀ ਨਾ ਵੈਦ, ਨਾ ਮੈਂ ਮੋਮਨ ਨਾ ਮੈਂ ਕਾਫਰ, ਨਾ ਸਯਾਦ ਨਾ ਸੈਦ। 14 ਤਬਕੀ ਸੈਰ ਅਸਾਡਾ ਕਿਤੇ ਨਾ ਹੁੰਦਾ ਕੈਦ। ਖਰਾਬਾਤ ਮੇ ਜਾਲ ਅਸਾਡੀ ਨਾ ਸ਼ੋਭਾ ਨਾ ਐਬ। ਬੁੱਲਾ ਸ਼ਾਹ ਦੀ ਜ਼ਾਤ ਕੀ ਪੁੱਛਣਾ ਨਾ ਪੈਦਾ ਨਾ ਪੈਦ। ਹੁਣ ਅਸੀਂ ਅਗਲੇ ਲੇਖ ਬਾਰੇ ਵਿਚਾਰ ਲੈਂਦੇ ਹਾਂ। ਮੈਂ ਹਿਤਮ ਤਨਵੀਰ ਅਕਰਮ ਨੂੰ ਕਹਾਂਗਾ ਕਿ ਉਹ ਆਪਣਾ ਲੇਖ ਬੁੱਲਾ ਸ਼ਾਹ ਦਾ ਇਸ਼ਕ ਬਘੇਲਾ ਬਘਿਆੜ ਨੂੰ ਕਹਿੰਦੇ ਨੇ ਚੀਤਾ। ਬੁੱਲੇ ਸ਼ਾਹ ਦਾ ਇਸ਼ਕ ਬਘੇਲਾ ਰਤ ਪੀਂਦਾ ਗੋਸ਼ਤ ਚਰਦਾ। ਪੰਜਾਬੀ ਸ਼ੇਰੀ ਰੀਤ ਵਿੱਚ ਇਸ਼ਕ ਨੂੰ ਇਸ ਢੰਗ ਨਾਲ ਬਿਆਨ ਕਰਨ ਵਾਲੇ ਵਿਰਲੇ ਹੀ ਮਿਲਦੇ ਨੇ। ਬੁੱਲੇ ਸ਼ਾਹ ਦੀ ਸ਼ਾਇਰੀ ਵਾਂਗ ਇਸ ਲੇਖ ਦਾ ਹਾਲ ਵੀ ਕੁਝ ਇੰਜ ਹੀ ਹੈ। ਉੱਤੇ ਸਰਨਾਮਾ ਹੋਰ ਤੇ ਥੱਲੇ ਮਜ਼ਮੂਨ ਹੋਰ। ਸਿੱਧੇ ਸੁਭਾਈ ਇਹ ਸ਼ਾਇਰੀ ਮਰਜ਼ੀ ਦੇ ਉਹ ਮਾਣੇ ਨਹੀਂ ਦਿੰਦੀ ਜੋ ਅਕਸਰ ਭਾਰੂ ਮੇਲ ਮਿੰਬਰ ਤੇ ਬੈਠੇ ਆਵਾਜ਼ ਪੁਕਾਰਨ ਵਾਲੇ ਤੇ ਲੋਕਾਈ ਦੇ ਹੱਥਾਂ ਤੇ ਚੇਤਿਆਂ ਤੇ ਮਲ ਮਾਰੀ ਬੈਠੇ ਹਾਕੂਆਂ ਨੂੰ ਪਾਉਂਦੇ ਨੇ। ਪਰ ਜੇ ਕਰਨਾ ਹੀ ਧੱਕਾ ਹੋਵੇ ਤੇ ਗੱਲ ਹੋਰ ਹੈ। ਇਹ ਧੱਕਾ ਨਹੀਂ ਤੇ ਹੋਰ ਕੀ ਹੈ ਜੋ ਸੂਫੀ ਬੁੱਲੇ ਸ਼ਾਹ ਛੜੱਪਾ ਮਾਰ ਕੇ ਉਸ ਗੋਰੀ ਆਣ ਪਿਆਏ ਜੋ ਲੋਕ ਪੱਖੀ ਵਸੇਬੀ ਸਾਂਝ ਵਧਾਉਣ ਵਾਲੇ ਤੇ ਧਰਮੀ ਵਿਤਕਰਿਆਂ ਨੂੰ ਪੁੰਨਣ ਵਾਲੇ ਬੁੱਲੇ ਸ਼ਾਹ ਦੀ ਕਬਰ ਹੈ ਹੀ ਨਹੀਂ। ਇਹ ਬੁੱਲੇ ਸ਼ਾਹ ਤੇ ਮੂੰਹੋਂ ਮੂੰਹ ਪਿਆ ਆਖਦਾ ਹੈ ਬੁੱਲੇ ਸ਼ਾਹ ਅਸਾਂ ਮਰਨਾ ਨਹੀਂ ਗੋਰ ਪਿਆ ਕੋਈ ਹੋਰ। ਉਹ ਹੋਰ ਜਿਹੜਾ ਗੋਰੀ ਪਿਆ ਏ ਉਸ ਬੁੱਲੇ ਸ਼ਾਹ ਤੇ ਭਾਰਾ ਹੋ ਗਿਆ ਏ ਜਿਸ ਮਰਨਾ ਕੋਈ ਨਹੀਂ ਸੀ। ਤੇ ਜੋ ਵਾਕਈ ਨਹੀਂ ਮਰਿਆ ਆਖਿਰ ਕਿਉਂ ਨਹੀਂ ਮਰਦਾ? ਮਾਰਨ ਦੇ ਯਤਨ ਤਾਂ ਬੜੇ ਹੋਏ ਨੇ। ਮਾਰਨ ਨਿਰਾ ਛੁਰੀ ਚਾਕੂ ਪਿਸਤੌਲ ਬੰਬ ਤੇ ਅਜਿਹੇ ਹੋਰ ਹਥਿਆਰ ਨਾਲ ਹੀ ਨਹੀਂ ਹੁੰਦਾ। ਕਿਸੇ ਤੋਂ ਉਹਦੇ ਲਫ਼ਜ਼ ਖੋਹ ਲਿੱਤੇ ਜਾਣ, ਉਹਦੀ ਜ਼ੁਬਾਨ ਬੰਦੀ ਕਰਕੇ ਵੀ ਮਾਰਨ ਦਾ ਹੀਲਾ ਕੀਤਾ ਜਾਂਦਾ ਹੈ। ਪੌਣੇ 300 ਵਰਿਆਂ ਦੀ ਵਿੱਥ ਤੇ ਖਲੋਤਾ ਬੁੱਲਾ ਆਪਣੀ ਬੋਲੀ ਨਿੰਦ ਕੇ ਉਸ ਕਬਰ ਤੇ ਚਾਦਰਾਂ ਪਾਉਣ ਵਾਲੇ ਵਜ਼ੀਰਾਂ ਮੁਸ਼ੀਰਾਂ ਡਿਪਟੀ ਕਮਿਸ਼ਨਰਾਂ ਤੇ ਸਰਕਾਰੀ ਬੰਦੋਬਸਤ ਨੂੰ ਢੋ ਦੇ ਕੇ ਖਿਲਾਰੀ ਰੱਖਣ ਵਾਲੇ ਜਾਲੀ ਸੇਵਾਕਾਰਾਂ ਤੋਂ ਵੀ ਕੱਜਿਆ ਨਹੀਂ ਜਾਂਦਾ। ਅਜੇ ਵੀ ਖਲੋਤਾ ਹੈ ਤੇ ਪੂਰੇ ਕੱਦ ਕਾਠ ਨਾਲ ਖਲੋਤਾ ਹੈ। ਦਰਬਾਰ ਦੇ ਅੰਦਰ ਤੇ ਬਾਹਰ ਹੋਣ ਵਾਲੀਆਂ ਮਜਲਿਸਾਂ ਕਾਨਫਰੰਸਾਂ ਤੇ ਮੁਸ਼ਾਇਰਿਆਂ ਵਿੱਚ ਫੋਕੀ ਲਫ਼ਜ਼ਾਂ ਦੀ ਬਾਜ਼ੀਗਰੀ ਤੇ ਝੂਠੀ ਵਾਹ ਦੇ ਰੌਲੇ ਵੀ ਬੁੱਲੇ ਸ਼ਾਹ ਦੀ ਉਸ ਆਵਾਜ਼ ਨੂੰ ਦੱਬ ਨਹੀਂ ਸਕੇ ਜੋ ਆਖਦਾ ਹੈ 14 ਤਬਕੀ ਸੈਰ ਸਾਡਾ ਕਿਤੇ ਨਾ ਹੋਈਏ ਕੈਦ। ਇਹ ਮੁੰਡੇਰ ਲੋਕਾਈ ਦੀ ਰਤ ਪੀਂਦੀ ਏ ਮਾਸ ਖਾਂਦੀ ਏ ਤੇ ਬੁੱਲੇ ਕੋਲ ਅਜਿਹਾ ਕੀ ਏ ਇਸ ਦੇ ਤੋਲ ਦਾ। ਉਹ ਹੈ ਇਸ਼ਕ ਜੋ ਰਤ ਪੀਂਦਾ ਹੈ ਗੋਸ਼ਤ ਚਰਦਾ ਹੈ। ਲਫ਼ਜ਼ਾਂ ਦੇ ਮਾਣਿਆਂ ਦੀ ਉਤਲੀ ਪਰਤ ਲਾ ਕੇ ਵੇਖੋ ਧੁਰ ਅੰਦਰ ਤੀਕ ਉਤਰਦੇ ਉਤਰੋ ਅਤੇ ਸ਼ਾਇਰੀ ਦੀਆਂ ਇਹ ਪਰਤਾਂ ਖੁੱਲਦੀਆਂ ਹੀ ਜਾਂਦੀਆਂ ਨੇ। ਗੱਲ ਕਹਿਣ ਦਾ ਢੰਗ ਫੋਕ ਰੀਤ ਦੇ ਨੇੜੇ ਹੈ। ਲਫ਼ਜ਼ ਸਿੱਧੇ ਸਾਵੇਂ ਪਰ ਗੱਲ ਪੇਤਲੀ ਨਹੀਂ ਹੁੰਦੀ ਗੁੱਜੀ। ਅਜੋਕੀ ਸ਼ਾਇਰਾਂ ਦੀ ਮੁੰਡੇਰ ਦੀ ਝੋਲੀ ਉੱਕਾ ਹੀ ਜਿਸ ਤੋਂ ਅਜੋਕੀ ਸ਼ਾਇਰਾਂ ਦੀ ਮੁੰਡੇਰ ਦੀ ਝੋਲੀ ਉੱਕਾ ਹੀ ਸਖਣੀ। ਇਹੀ ਵਜ੍ਹਾ ਕਿ ਬੋਲ ਸੁਣ ਕੇ ਮੂੰਹੋਂ ਵਾਹ ਤਾਂ ਨਿਕਲੇ ਪਰ ਜੇ ਫਰੋਲ ਕੇ ਵੇਖੋ ਤਾਂ ਵਿੱਚੋਂ ਗੱਲ ਕੋਈ ਨਾ। ਕੁਝ ਚੀਜ਼ਾਂ ਜਿਹੜੀਆਂ ਪਹਿਲੇ ਮਜ਼ਮੂਨ 'ਚ ਆ ਗਈਆਂ ਨੇ ਮੈਂ ਉਹਨਾਂ ਨੂੰ ਸਕਿਪ ਕਰ ਦੇਣਾ। ਜ਼ਰਈ ਸਮਾਜ ਵਿੱਚ ਜਿੰਨੀ ਕੁ ਇੱਜ਼ਤ ਕਸਬ ਕਰਨ ਵਾਲੇ ਤਬਕੇ ਦੀ ਹੁੰਦੀ ਏ ਉਸ ਤੋਂ ਮਾਸਾ ਵੱਧ ਬੁੱਲੇ ਸ਼ਾਹ ਦੇ ਵਾਲਿਦ ਦੀ ਪੇਸ਼ ਇਮਾਮ ਹੋਣ ਕਰਕੇ ਸੀ। ਪਰ ਮਾਲੀ ਹਾਲਾਤ ਜਦੋਂ ਉਹ ਪਾਂਡੋਕੀ ਆਏ ਉੱਚ ਗਿਲਾਣੀਆਂ ਤੋਂ ਇੱਥੇ ਆ ਕੇ ਵੀ ਚੋਖੇ ਨਾ ਬਦਲੇ। ਦੀਨੀ ਉਲੂਮ ਦੀ ਸਿੱਖਿਆ ਘਰੋਂ ਹੀ ਮਿਲੀ। ਇਹ ਵਾਰਾ ਔਰੰਗਜ਼ੇਬ ਦਾ ਹੈ ਜਿਸ ਧਰਮੀ ਜਕੜਬੰਦ ਨਾਲ ਆਪਣੀ ਸ਼ਾਹੀ ਦੀ ਪਕੜ ਲੋਕਾਂ ਤੇ ਤਕੜੀ ਬਣਾਈ ਰੱਖੀ। ਬਾਅਦ ਨੂੰ ਦਿੱਲੀ ਸਰਕਾਰ ਨੂੰ ਇੱਕ ਬੰਨੇ ਮਰਹੱਟਿਆਂ ਤੋਂ ਖਤਰਾ ਰਵੇ ਦੂਏ ਬੰਨੇ ਸਿੱਖੀ ਧਰਮ ਦੀਆਂ ਜੜ੍ਹਾਂ ਪਕਰੂਟ ਹੁੰਦੀਆਂ ਚਲੀਆਂ ਗਈਆਂ। ਅੱਗੇ ਜ਼ਿਕਰ ਹੈ ਜੀ
ਪੁਰਤਗਾਲੀ, ਫਰਾਂਸੀਸੀ, ਵਲੰਦੇਜ਼ੀ ਔਰ ਜਿਹੜੇ ਫਰੰਗੀ ਬਹਿਰੀ ਬੇੜੇ ਨੇ ਉਹ ਆ ਰਹੇ ਨੇ। 1613 ਵਿੱਚ ਫੈਕਟਰੀ ਜਿਹੜੀ ਆ ਸੂਰਤ ਵਿੱਚ ਲੱਗ ਚੁੱਕੀ ਹੈ, ਜਦੋਂ ਇਸ ਖਿੱਤੇ ਦਾ ਜਿਹੜਾ ਖਾਮ ਮਾਲ ਹੈ ਉਹਨੂੰ ਢੋਣ ਦਾ ਜਿਹੜਾ ਉਹ ਚਾਰੇ ਹੋ ਰਹੇ ਨੇ। ਔਰੰਗਜ਼ੇਬ ਧਾਰਮਿਕ ਤੌਰ ਤੇ ਸ਼ੇਖ ਅਹਿਮਦ ਸਰਹੰਦੀ ਦੇ ਜ਼ਮਾਨੇ ਤੋਂ ਹੀ ਸਰਕਾਰੀ ਦਰਬਾਰੇ ਨਕਸ਼ਬੰਦੀ ਸਿਲਸਿਲੇ ਦੀ ਪਕੜ ਤਕੜੀ ਹੋਣਾ ਸ਼ੁਰੂ ਹੋਈ। ਉਹਨਾਂ ਕਾਦਰੀ ਸਿਲਸਿਲੇ ਦੇ ਬਜ਼ੁਰਗਾਂ ਦੇ ਖਿਲਾਫ ਬਾਦਸ਼ਾਹ ਨੂੰ ਖਤ ਲਿਖ ਕੇ ਇਹਨਾਂ ਸੂਫੀਆਂ ਦੇ ਵਜੂਦੀ ਫਲਸਫੇ ਤੇ ਚੋਟ ਕੀਤੀ। ਫਲਸਫਾ ਵਾਹਦਤੁਲ ਵਜੂਦ ਦੇ ਤੁਲ ਤੇ ਫਲਸਫਾ ਵਾਹਦਤੁਲ ਸ਼ਹੂਦ ਦਾ ਹੋਕਾ ਦਿੱਤਾ। ਦੂਏ ਪਾਸੇ ਸ਼ੇਖ ਅਹਿਮਦ ਸਰਹੰਦੀ ਹੋਰਾਂ ਲੋਕਾਈ ਵਿੱਚ ਗੁਰੂ ਅਰਜਨ ਦੀ ਵੱਧਦੀ ਮਾਨਤਾ ਦਾ ਵੀ ਧੜਕੂ ਲੱਗਾ ਰਹਿੰਦਾ। ਇਸੇ ਲਈ ਗੁਰੂ ਅਰਜਨ ਹੋਰਾਂ ਨੂੰ ਖੁਸਰੋ ਮਿਰਜ਼ਾ ਦੀ ਬਗਾਵਤ ਵਿੱਚ ਸਾਥ ਦੇਣ ਦੇ ਇਲਜ਼ਾਮ ਵਿੱਚ ਜਹਾਂਗੀਰ ਨੇ ਕੈਦ ਕੀਤਾ ਤੇ 1606 ਵਿੱਚ ਤਸੀਹੇ ਦੇ ਕੇ ਕਤਲ ਕਰਵਾਇਆ। ਸ਼ੇਖ ਸਾਹਿਬ ਇਸ ਦੀ ਚੋਖੀ ਖੁਸ਼ੀ ਕੀਤੀ, ਜਿਸ ਦਾ ਹਾਲ ਰਿਸਾਲਾ ਰद्दुल रफावज़ ਤੋਂ ਜ਼ਾਹਰ ਹੈ। ਦਰਬਾਰ ਵਿੱਚ ਸਭ ਕੁਝ ਇੱਕੋ ਰੰਗਾ ਨਹੀਂ ਸੀ। ਜਹਾਂਗੀਰ ਦੀ ਮਲਿਕਾ ਨੇ ਸ਼ੇਖ ਸਾਹਿਬ ਨੂੰ ਕੈਦ ਵਿੱਚ ਰੱਖਿਆ ਕਿਉਂ ਜੋ ਹਜ਼ਰਤ ਹੋਰਾਂ ਵੱਲੋਂ ਬਾਦਸ਼ਾਹ ਦੇ ਕੰਨ ਭਰੇ ਜਾਣ ਦੇ ਖਿਲਾਫ ਸਨ। ਇਹ ਗੱਲਾਂ ਕਰਨ ਦਾ ਮਕਸਦ ਉਹਨਾਂ ਹਾਲਾਤਾਂ ਨੂੰ ਚੇਤੇ ਰੱਖਣਾ ਸੀ ਜਿਸ ਵਿੱਚ ਬੁੱਲੇ ਸ਼ਾਹ ਹੋਰਾਂ ਹੋਸ਼ ਸੰਭਾਲੀ ਤੇ ਸ਼ਾਇਰੀ ਕਰਨਾ ਛੋਈ। ਔਰੰਗਜ਼ੇਬ ਆਪ ਨਕਸ਼ਬੰਦੀ ਸੀ, ਇਸ ਲਈ ਕਾਦਰੀ ਸਿਲਸਿਲੇ ਦੇ ਮਸਤਾਂ ਦਰਵੇਸ਼ਾਂ ਦੀ ਦਰਬਾਰ ਵਿੱਚ ਪੇਸ਼ ਕੀ ਜਾਂਦੀ ਉਸ ਨੂੰ ਕਾਦਰੀਆਂ ਤੇ ਇਸ ਗੱਲ ਦੀ ਵੀ ਕਾਵੜ ਸੀ ਜੋ ਉਹਨਾਂ ਦਾਰਾ ਸ਼ਿਕੋਹ ਨੂੰ ਦਿੱਲੀ ਤੋਂ ਫਰਾਰ ਹੋਣ ਤੇ ਲਾਹੌਰ ਵਿੱਚ ਪਨਾਹ ਲੈਣ ਵਿੱਚ ਮਦਦ ਕੀਤੀ। ਦਾਰਾ ਸ਼ਿਕੋਹ ਲਾਹੌਰ ਵਿੱਚ ਹਜ਼ਰਤ ਮੀਆਂ ਮੀਰ ਦਾ ਮੁਰੀਦ ਜੋ ਹੈ। ਇਹ ਵਜ੍ਹਾ ਰਹੀ ਕਿ ਔਰੰਗਜ਼ੇਬ ਦੇ ਵਾਰੇ 49 ਸਾਲ 1658 ਤੋਂ 1707 ਕਾਦਰੀਆਂ ਤੇ ਔਖਾ ਵੇਲਾ ਰਿਹਾ। ਇੱਕ ਪਾਸੇ ਦਾਰਾ ਸ਼ਿਕੋਹ ਦੀਆਂ ਸਫੀਨਤੁਲ ਔਲੀਆ, ਸਕੀਨਤੁਲ ਔਲੀਆ, ਰਿਸਾਲਾ ਹਕਨੁਮਾ, ਤਰੀਕਤੁਲ ਹਕੀਕਤ, ਹਸਨਾਤੁਲ ਆਰਫੀਨ, ਅਕਸੀਰੇ ਆਜ਼ਮ ਦਾਰਾ ਸ਼ਿਕੋਹ ਦਾ ਦੀਵਾਨ ਹੈ, ਤੇ ਦੂਏ ਪਾਸੇ ਔਰੰਗਜ਼ੇਬ ਦੀ ਫਤਾਵਾ ਆਲਮਗੀਰੀ ਸੀ। ਲੁਕਾਈ ਨੂੰ ਦੂਜੇ ਦਾ ਕਹਿਰ ਭੋਗਣਾ ਪੈ ਗਿਆ। 1659 ਵਿੱਚ ਭਰਾਵਾਂ ਦੇ ਕਤਲ ਤੋਂ ਵਿਹਲਾ ਹੋ ਕੇ ਔਰੰਗਜ਼ੇਬ ਬਿਦਤੀ ਮਸਤਾਂ ਵੱਲ ਮੂੰਹ ਕੀਤਾ। 1661 ਵਿੱਚ ਜਾਮਿਆ ਮਸਜਿਦ ਦਿੱਲੀ ਤੇ ਨੰਗ ਧੜੰਗੇ ਮਸਤਲਸ ਰਹਿਣ ਤੇ ਲਾ ਇਲਾਹ ਪੁਕਾਰਨ ਵਾਲੇ ਸਰਮਦ ਨੂੰ ਫਾਹੇ ਲਵਾਇਆ। ਔਰੰਗਜ਼ੇਬ ਦੇ ਇਲੱਲਾ ਆਖਣ ਦੇ ਹੁਕਮ ਨੂੰ ਨਾ ਮੰਨਣਾ ਉਹਦਾ ਕਸੂਰ ਮੰਨਿਆ ਗਿਆ। ਦੁਆ ਉਸ ਦੀ ਆਖੀ ਰੁਬਾਈ ਵਿੱਚ ਆਪਣੇ ਨੰਗੇ ਰਹਿਣ ਤੇ ਔਰੰਗਜ਼ੇਬ ਦੇ ਸ਼ਾਹੀ ਖਲਤ ਪਾਨ ਵੱਲ ਟਿਚਕਰ ਮਿਲਦੀ ਹੈ। ਬੁੱਲੇ ਸ਼ਾਹ ਹੋਰਾਂ ਆਪਣੇ ਵੇਲੇ ਦੀ ਉੱਚ ਕੋਟੀ ਸਿਖਲਾਈ ਕਸੂਰ ਵਿੱਚ ਹਾਫਿਜ਼ ਗੁਲਾਮ ਮੁਰਤਜ਼ਾ ਹੋਰਾਂ ਦੇ ਮਦਰਸੇ ਤੋਂ ਪੂਰੀ ਕੀਤੀ। ਗੁਰਦਾਸਪੁਰ ਪੁੱਜੇ ਤੇ ਮਨਸੂਰ ਹਲਾਜ ਵਾਂਗ ਮੈਂ ਅੱਲਾ ਆਖ ਬੈਠੇ। ਲੋਕਾਂ ਫੜ ਕੇ ਗੁਰਦਾਸਪੁਰ ਦੇ ਸ਼ੇਖ ਫਾਜ਼ਲ ਕੋਲ ਪੇਸ਼ਾ ਕੀਤਾ, ਜਿਨ੍ਹਾਂ ਅੱਲਾ ਲਫ਼ਜ਼ ਨੂੰ ਅੱਲਾ ਦਾ ਉਛਾੜ ਦੇ ਕੇ ਕੱਜ ਲਿਆ ਕਿ ਇਹ ਅੱਲਾ ਯਾਨੀ ਕੱਚਾ ਹੈ। ਇਸ ਲਈ ਪੱਕਣ ਲਈ ਲਾਹੌਰ ਵਿੱਚ ਸ਼ਾਹ ਇਨਾਇਤ ਕੋਲ ਤੋਰ ਦਿੱਤਾ। ਸ਼ਾਹ ਇਨਾਇਤ ਸੂਫੀ ਫਲਸਫੇ ਨੂੰ ਯੂਨਾਨ ਤੋਂ ਅਰਬਾਂ ਰਾਹੀਂ ਹਿੰਦੁਸਤਾਨ ਵਿੱਚ ਆਇਆ ਦੱਸਦੇ ਨੇ। ਉਹਨਾਂ ਨੇ ਨਿਜਾਤ ਦੇ 7 ਰਸਤਿਆਂ ਦੀ ਦੱਸ ਪਾਈ ਹੈ, ਜਿਸ ਵਿੱਚ ਸਭ ਤੋਂ ਅਖੀਰਲਾ ਪਰਮ ਹਮਸ ਹੈ। ਸ਼ਾਹ ਇਨਾਇਤ ਦੀਆਂ ਲਿਖਤਾਂ ਵਿੱਚੋਂ ਸਭ ਤੋਂ ਉਗੜਵੀਂ ਦਸਤੂਰੁਲ ਅਮਲ ਹੈ। ਇਸ ਤੋਂ ਅੱਡ ਇਸਲਾਹੁਲ ਅਮਲ, ਲਤਾਇਫ ਗੈਬੀਆ, ਇਰਸ਼ਾਦੁਲ ਤਾਲਿਬੀਨ ਤੇ ਗਵਾਲੀਅਰ ਦੇ ਮੁਹੰਮਦ ਗੌਸ ਦੇ ਜਵਾਹਿਰ ਖਮਸਾ ਵੀ ਨੇ। ਸ਼ਾਹ ਇਨਾਇਤ ਨੇ ਕੁਰਾਨ ਮਜੀਦ ਦੀ ਤਫਸੀਰ ਵੀ ਲਿਖੀ ਜੋ ਹੁਣ ਨਹੀਂ ਮਿਲਦੀ। ਰਾਮਾ ਕ੍ਰਿਸ਼ਨ ਦੇ ਮੁਤਾਬਕ ਰਣਜੀਤ ਸਿੰਘ ਦੇ ਮਰਨ ਤੇ ਜਿਹੜੀ ਅੱਗ ਲੱਗੀ ਉਸ ਵਿੱਚ ਸ਼ਾਹ ਇਨਾਇਤ ਦੇ ਵਾਰਸਾਂ ਕੋਲ ਮੌਜੂਦ ਉਹਨਾਂ ਦਾ ਸਾਰਾ ਕੁਤਬੀ ਖਜ਼ਾਨਾ ਸਣੇ ਉਹਨਾਂ ਦੀਆਂ ਆਪਣੀਆਂ ਲਿਖਤਾਂ ਸੜ ਕੇ ਸੁਆਹ ਹੋ ਗਿਆ। ਮੁਰਸ਼ਿਦ ਦੇ ਕੋਲ ਰਹਿੰਦਿਆਂ ਉਹਨਾਂ ਜਿਹੜੀ ਸ਼ਾਇਰੀ ਕੀਤੀ ਹੈ ਉਹਨਾਂ ਦੀ ਸ਼ਾਇਰੀ ਦਾ ਪਹਿਲਾ ਦੌਰ ਹੈ। ਮੁਰਸ਼ਿਦ ਨਾਲ ਇਖਤਲਾਫ ਬਾਰੇ ਕਈ ਕਹਾਣੀਆਂ ਮਸ਼ਹੂਰ ਨੇ। ਜੋ ਮਨਜ਼ੂਰ ਇਜਾਜ਼ ਹੋਰਾਂ ਦੱਸੀ ਉਹ ਇਹ ਕਿ ਸ਼ਾਹ ਇਨਾਇਤ ਦੇ ਜਵਾਈ ਮੌਲਵੀ ਜ਼ਹੂਰ ਅਹਿਮਦ ਕਸੂਰ ਬੁੱਲੇ ਸ਼ਾਹ ਕੋਲ ਗਏ ਤੇ ਉਹ ਆਪਣੇ ਉਸਤਾਦ ਦੀ ਧੀ ਦੇ ਵਿਆਹ ਦੇ ਬੰਦੋਬਸਤਾਂ ਵਿੱਚ ਰੁੱਝੇ ਹੋਏ ਸਨ, ਇਸ ਲਈ ਮੁਰਸ਼ਿਦ ਦੇ ਜਵਾਈ ਨੂੰ ਬਹੁਤੀ ਤਵੱਜੋ ਨਾ ਦੇ ਸਕੇ। ਮੌਲਵੀ ਜ਼ਹੂਰ ਅਹਿਮਦ ਹੋਰਾਂ ਨੇ ਜਦੋਂ ਇਨਾਇਤ ਹੋਰਾਂ ਨੂੰ ਦੱਸਿਆ ਕਿ ਬੁੱਲੇ ਸ਼ਾਹ ਆਪਣੇ ਆਪ ਨੂੰ ਉੱਚੀ ਜ਼ਾਤ ਦਾ ਸਮਝਦਾ ਹੈ ਤੇ ਸਾਨੂੰ ਘਟੀਆ, ਸ਼ਾਹ ਇਨਾਇਤ ਇਹਨਾਂ ਗੱਲਾਂ ਤੋਂ ਰਿੰਝ ਹੋ ਗਏ। ਨਾਲ ਹੀ ਮਨਜ਼ੂਰ ਇਜਾਜ਼ ਇਹ ਵੀ ਦੱਸਦੇ ਨੇ ਕਿ ਨਾਰਾਜ਼ੀ ਦੀ ਵਜ੍ਹਾ ਕੋਈ ਇਖਤਲਾਫ ਵੀ ਹੋ ਸਕਦਾ ਹੈ, ਜਿਵੇਂ ਦੋ ਸੂਝਵਾਨਾਂ ਵਿੱਚ ਅਕਸਰ ਹੋ ਜਾਂਦਾ ਹੈ। ਸ਼ਾਹ ਇਨਾਇਤ ਚਾਹੁੰਦੇ ਸਨ ਬੁੱਲੇ ਸ਼ਾਹ ਸਿਆਸੀ ਸਮਾਜੀ ਸੂਰਤ-ਏ-ਹਾਲ ਨੂੰ ਮੁੱਖ ਰੱਖਦੇ ਹੋਇਆਂ ਸ਼ਾਇਰੀ ਵਿੱਚ ਦਬੰਗ ਲਹਿਜੇ ਦੀ ਕਾਟ ਨੂੰ ਧੀਮਾ ਕਰਨ ਜੋ ਉਹ ਆਪਣੀ ਜਲਾਲੀ ਤਬੀਅਤ ਪਾਰੋਂ ਨਾ ਕਰ ਸਕੇ। ਵਜ੍ਹਾ ਕੁਝ ਵੀ ਹੋਵੇ, ਇਨਾਇਤ ਹੋਰਾਂ ਬੁੱਲੇ ਤੋਂ ਮੂੰਹ ਵੱਟ ਲਿਆ। ਇਸ ਦੂਰੀ ਨੇ ਮੁਰੀਦ ਨੂੰ ਅਜਬ ਅਚੋਂ ਲਾ ਦਿੱਤੀ। ਸ਼ਾਹ ਇਨਾਇਤ ਸਾਹਮਣੇ ਇਸ ਨਾਬਰ ਸ਼ਾਇਰੀ ਦਾ ਅੰਜਾਮ ਉਹੀ ਸੀ ਜੋ ਉਸ ਵੇਲੇ ਦੂਜੇ ਕਾਦਰੀਆਂ ਦਾ ਹੋਇਆ। ਬੁੱਲੇ ਸ਼ਾਹ ਹਾਦੀ ਦੀ ਇਸ ਨਸੀਹਤ ਨੂੰ ਪੂਰੀ ਤਰ੍ਹਾਂ ਫੜ ਸਕੇ ਨਾ ਛੱਡ ਸਕੇ। ਨਤੀਜਾ ਤਾਲੁਕਾਤ ਵਿੱਚ ਖਰਾਬੀ ਹੋ ਗਈ।
ਮੁਰਸ਼ਦ ਨੂੰ ਮਨਾਉਣ ਲਈ ਉਹਨਾਂ ਕਈ ਜਫਰ ਜਾਲੇ ਕੁਝ ਰਿਵਾਇਤਾਂ ਦੱਸਦੀਆਂ ਨੇ ਕਿ ਉਹਨਾਂ ਸਾਰੰਗੀ ਤੇ ਨਾਚ ਸਿੱਖਿਆ। ਇਸ ਦੀ ਦਲੀਲ ਵਾਸਤੇ ਕਾਫੀ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਲਿਆਈ ਜਾਂਦੀ ਹੈ। ਜਦਕਿ ਮਨਜ਼ੂਰ ਇਜਾਜ਼ ਇਸ ਕਾਫੀ ਨੂੰ ਫਾਰਸੀ ਸ਼ੇਰੀ ਰੀਤ ਵਿੱਚ ਯਾਰ ਦੇ ਸਾਹਮਣੇ ਨੱਚਣ ਦੀ ਕੰਟੀਨਿਊਟੀ ਦੱਸਦੇ ਨੇ, ਜੋ ਰੂਮੀ ਅਮੀਰ ਖੁਸਰੋ ਦੀ ਸ਼ਾਇਰੀ ਵਿੱਚ ਮਿਲਦੀ ਹੈ। ਇਸ ਤੋਂ ਵੱਖ ਉਸਮਾਨ ਹਾਰੂਨੀ ਹੋਰਾਂ ਦੀ ਮਸ਼ਹੂਰ ਗਜ਼ਲ ਦੀ ਇੱਕ ਕੜੀ ਜਾਪਦੀ ਹੈ। ਉਹ ਗਜ਼ਲ ਇੰਜ ਹੈ, ਨਮੀ ਦਾਨਮ ਕੇ ਆਖਿਰ ਚੂੰ ਦਮੇ ਦੀਦਾਰ ਮੀ ਰਕਸਮ ਮਗਰ ਨਾਜ਼ਮ ਬਾਈ ਜ਼ੋਕੇ ਕੇ ਪੇਸ਼ੇ ਯਾਰ ਮੀ ਰਕਸਮ। ਇਹ ਗਜ਼ਲ ਦੇ ਸ਼ੇਰ ਨੇ। 1707 ਵਿੱਚ ਔਰੰਗਜ਼ੇਬ ਦੇ ਮਰਨ ਤੇ ਤਖਤ ਲਈ ਜੰਗਾਂ ਦਾ ਇੱਕ ਮੂੰਹ ਜ਼ੋਰ ਹੜ ਆ ਗਿਆ। 1707 ਵਿੱਚ ਸ਼ਾਹ ਆਲਮ ਬਹਾਦਰ ਸ਼ਾਹ ਅਵਲ ਬਾਦਸ਼ਾਹ ਬਣਿਆ, ਜੋ 1712 ਤੀਕ ਤਖਤ ਤੇ ਰਿਹਾ। ਸ਼ਾਹ ਆਲਮ ਬਹਾਦਰ ਸ਼ਾਹ ਪਿਓ ਦੇ ਉਲਟ ਸ਼ੀਆ ਸੀ, ਕਿਉਂ ਜੋ ਉਸ ਦੀ ਮਾਂ ਨਵਾਬ ਬਾਈ ਦਾ ਤਾਲੁਕ ਕਸ਼ਮੀਰ ਦੇ ਰਾਜਪੂਤ ਕਬੀਲੇ ਨਾਲ ਸੀ ਔਰ ਉਹ ਔਰੰਗਜ਼ੇਬ ਦੀ ਦੂਜੀ ਬੀਵੀ ਸੀ। ਸ਼ਾਹ ਆਲਮ ਦੇ ਮਰਨ ਮਗਰੋਂ 1712 ਵਿੱਚ ਉਹਦੇ 4 ਪੁੱਤਰਾਂ ਵਿਚਕਾਰ ਤਖਤ ਵਾਸਤੇ ਜੰਗਾਂ ਹੋਈਆਂ ਤੇ ਜਹਾਂਦਾਰ ਸ਼ਾਹ ਫਾਤਿਹ ਹੋ ਕੇ ਤਖਤ ਤੇ ਬੈਠਾ। ਉਸ ਦੀ ਹਕੂਮਤ 11 ਮਹੀਨੇ ਰਹੀ। 12 ਫਰਵਰੀ 1713 ਨੂੰ ਜਹਾਂਦਾਰ ਸ਼ਾਹ ਆਪਣੇ ਭਤੀਜੇ ਫਰੁਖਸ਼ੇਰ ਹੱਥੋਂ ਕਤਲ ਹੋਇਆ। ਅੱਗੇ ਫਰੁਖਸ਼ੇਰ ਦੇ ਬਾਰੇ ਮਸ਼ਹੂਰ ਹੈ ਕਿ ਉਹਨੂੰ ਤਸਮਾਕਸ਼ ਕਿਹਾ ਜਾਂਦਾ ਸੀ। ਉਹ ਆਪਣੇ ਜਿਹੜੇ ਮੁਖਾਲਫੀਨ ਹੁੰਦੇ ਸਨ ਉਹਨਾਂ ਦਾ ਤਸਮੇ ਨਾਲ ਗਲ ਘੋਟ ਕੇ ਮਾਰਦਾ ਸੀ। ਇੱਕ ਸ਼ਾਇਰ ਸਨ ਜਾਫਰ ਜ਼ਟਲੀ, ਉਹਨਾਂ ਨੇ ਜਿਹੜਾ ਨਾ ਉਹਦੇ ਤੇ ਟਿਚਕਰ ਕੀਤੀ, ਸਿੱਕਾ ਰਦ ਬਰ ਗੰਦਮ ਮੂਠੋ ਮਟਰ ਬਾਦਸ਼ਾਹ ਤਸਮਕਸ਼ ਫਰੁਖਸ਼ੇਰ। ਤਾਂ ਉਹ ਫਿਰ ਉਹਨੂੰ ਵੀ ਇਹ ਸਜ਼ਾ ਮਿਲੀ। ਇਹ ਕੋਈ 1713-14 ਦੀ ਗੱਲ ਹੈ। ਜਦੋਂ ਬਾਦਸ਼ਾਹ ਕੋਲ ਜੀ ਇਹ ਗੱਲ ਹੋ ਗਈ, ਮੈਂ ਇਹਨੂੰ ਜ਼ਰਾ ਸ਼ਾਰਟ ਕਰ ਰਿਹਾ ਕਿਉਂਕਿ ਕਾਫੀ ਲੰਮਾ ਮਜ਼ਮੂਨ ਹੈ। ਉਸ ਤੋਂ ਬਾਅਦ ਜੀ 1719 ਵਿੱਚ ਮੁਹੰਮਦ ਸ਼ਾਹ ਦਾ ਦੌਰ ਸ਼ੁਰੂ ਹੁੰਦਾ ਹੈ 1748 ਤੱਕ, ਔਰ ਬੁੱਲੇ ਸ਼ਾਹ ਦਾ ਇਹ ਸ਼ਾਇਰੀ ਦਾ ਜਿਹੜਾ ਨਾ ਉਹ ਸਿਖਰ ਦਾ ਦੌਰ ਹੈ। ਇਹ ਜਿਹੜੇ 30 ਸਾਲ ਔਰ 30 ਸਾਲ ਉਸ ਤੋਂ ਬਾਅਦ 1739 ਚ ਨਾਦਰ ਸ਼ਾਹ ਦੇ ਹੱਲੇ ਸ਼ੁਰੂ ਹੋਏ। ਲਾਹੌਰ ਵਿੱਚ ਦਿੱਲੀ ਸਰਕਾਰ ਦੇ ਗਵਰਨਰ ਨੂੰ ਦੂਰੀਆਂ ਤੀਰੀਆਂ ਬਗਾਵਤਾਂ ਦਾ ਸਾਹਮਣਾ ਸੀ। 1721 ਵਿੱਚ ਲਾਹੌਰ ਦੇ ਗਵਰਨਰ ਅਬਦੁਲ ਸਮਦ ਖਾਨ ਨੇ ਕਸੂਰ ਦੇ ਪਠਾਨ ਹੁਕਮਰਾਨ ਹੁਸੈਨ ਖਾਨ ਖੇਸ਼ਗੀ ਦੀ ਬਗਾਵਤ ਨੂੰ ਕੁਚਲਿਆ। ਹੁਸੈਨ ਖਾਨ ਸ਼ੁਰੂ ਵਿੱਚ ਕੁਝ ਜੰਗਾਂ ਜਿੱਤਿਆ, ਪਰ ਅਖੀਰ ਅਫਗਾਨ ਪਠਾਨਾਂ ਦੇ ਤਾਜ਼ਾ ਦਮ ਦਸਤੇ ਪਹੁੰਚੇ ਤੇ ਉਸ ਨੂੰ ਅਖੀਰੀ ਜੰਗ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਇਸੇ ਅਬਦੁਲ ਸਮਦ ਖਾਨ ਨੇ 1715 ਵਿੱਚ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਨੰਗਲ ਪਿੰਡ ਵਿੱਚ ਦੋਨੀ ਚੰਦ ਦੀ ਹਵੇਲੀ ਵਿੱਚ ਘੇਰਾ ਪਾ ਕੇ 2000 ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ। ਇਸ ਮੁਹਿੰਮ ਵਿੱਚ ਉਸ ਦੇ ਪੁੱਤਰ ਜ਼ਕਰੀਆ ਖਾਨ ਨੇ ਜੰਮੂ ਤੋਂ ਉਸ ਦੀ ਮਦਦ ਕੀਤੀ। ਅੱਛਾ ਜੀ, ਉਸ ਤੋਂ ਬਾਅਦ ਜ਼ਕਰੀਆ ਖਾਨ ਦਾ ਜ਼ਿਕਰ ਹੈ। ਇਹ ਗੱਲ ਕਰਨ ਦਾ ਮਕਸਦ ਹੈ ਕਿ ਉਸ ਦੌਰ 'ਚ ਹਾਲਾਤ ਕੀ ਸਨ। ਇੱਕ ਪਾਸੇ ਨਾਦਰ ਸ਼ਾਹ ਦੇ ਹਮਲੇ ਸਨ, ਅਹਿਮਦ ਸ਼ਾਹ ਅਬਦਾਲੀ ਕਿੰਨੀ ਵਾਰੀ ਆਇਆ, ਔਰ ਉਸ ਜ਼ਮਾਨੇ 'ਚ ਨਾਦਰ ਸ਼ਾਹ ਨੇ ਲਾਹੌਰ ਵਿੱਚ ਕਤਲੇਆਮ ਨਾ ਕਰਨ ਦਾ 30 ਕਰੋੜ ਰੁਪਈਆ ਲਿਆ ਸੀ। ਯਾਨੀ ਤੁਸੀਂ ਇਸ ਤੋਂ ਸਮਝ ਸਕਦੇ ਹੋ ਕਿ ਉਹ ਜ਼ਾਹਰੀ ਗੱਲ ਉਹ ਪੈਸੇ ਕਿੱਥੋਂ ਆਣੇ ਸਨ, ਉਹ ਲੋਕਾਂ ਤੋਂ ਹੀ ਜਿਹੜਾ ਨਾ ਉਹ ਲਗਾਨ ਦੀ ਸ਼ਕਲ ਵਿੱਚ ਉਗਰਾਏ ਜਾਂਦੇ ਸਨ। ਮੈਂ ਬਸ ਇਹਨੂੰ ਛੇਤੀ ਮੁਕਾਉਣ ਦੀ ਕੋਸ਼ਿਸ਼ ਕਰਨਾ। 1746 ਵਿੱਚ ਜ਼ਕਰੀਆ ਖਾਨ ਦੇ ਪੁੱਤਰ ਯਾਹਿਆ ਖਾਨ ਨੇ ਸ਼ਹੀਦਗੰਜ ਵਿੱਚ 7000 ਮਰਦ 3000 ਸਵਾਣੀਆਂ ਬੱਚਿਆਂ ਦਾ ਕਤਲਾਮ ਕਰਵਾਇਆ। ਇਸ ਨੂੰ ਛੋਟਾ ਘਾਲੂਘਾਰਾ ਜਾਂ ਮਿਨੀ ਹੋਲੋਕਾਸਟ ਆਖਿਆ ਜਾਂਦਾ ਹੈ। ਇਸ ਕਤਲਾਮ ਨੇ ਸਿੱਖ ਜਥਾਬੰਦੀ ਲਈ ਹੋਰ ਤਾਕਤ ਅਪਣਾਈ। 1747 ਵਿੱਚ ਲਾਹੌਰ ਦੇ ਗਵਰਨਰ ਯਾਹਿਆ ਖਾਨ ਦਿੱਲੀ ਸਰਕਾਰ ਦੀ ਨਜ਼ਰ ਵਿੱਚ ਆਪਣਾ ਮੁੱਲ ਘਟਦੇ ਵੇਖਿਆ ਤੇ ਅਫਗਾਨਿਸਤਾਨ ਤੋਂ ਅਹਿਮਦ ਸ਼ਾਹ ਅਬਦਾਲੀ ਨੂੰ ਹੱਲੇ ਲਈ ਸੱਦ ਮਾਰੀ। ਹਮਲੇ ਵੇਲੇ ਲਾਹੌਰ ਨੂੰ ਅਹਿਮਦ ਸ਼ਾਹ ਦੁਰਾਨੀ ਦੇ ਹਵਾਲੇ ਕਰਕੇ ਆਪ ਜਾਨ ਬਚਾਉਣ ਲਈ ਦਿੱਲੀ ਵੱਲ ਨੱਸ ਗਿਆ। 1748 ਵਿੱਚ ਮੀਰ ਮੁੰਨੂ ਲਾਹੌਰ ਦਾ ਗਵਰਨਰ ਜਾਂ ਹਾਕਮ ਹੋਇਆ। ਆਪਣੇ ਪਿਛਲੇ ਹੁਕਮਰਾਨਾਂ ਵਾਂਗ ਸਿੱਖ ਜਥਿਆਂ ਇਸ ਨੂੰ ਵੀ ਕੜੀ ਟੱਕਰ ਦਿੱਤੀ। ਸਿੱਖਾਂ ਵਿੱਚ ਇਸ ਦੇ ਬਾਰੇ ਮਸ਼ਹੂਰ ਸੀ, ਮੀਰ ਮੁੰਨੂ ਸਾਡੀ ਦਾਤਰੀ, ਅਸੀਂ ਇਸ ਦੇ ਸੋਏ, ਉਹ ਜਿਉਂ-ਜਿਉਂ ਸਾਨੂੰ ਕੱਪਦਾ, ਅਸੀਂ ਦੂਨੇ ਤੀਨੇ ਹੋਏ। ਬੁੱਲੇ ਸ਼ਾਹ ਆਪਣੀ ਵਫਾਤ ਤੀਕ ਅਹਿਮਦ ਸ਼ਾਹ ਅਬਦਾਲੀ ਦੀ ਲੁੱਟਮਾਰ ਵਾਲੇ 3 ਹਮਲੇ ਵੇਖੇ। ਪਹਿਲਾ 1747, ਦੂਜਾ 1748 ਤੇ ਤੀਜਾ 1752। ਮੀਰ ਮੁੰਨੂ ਸਿੱਖ ਬਗਾਵਤ ਵਿੱਚ ਮਾਰਿਆ ਗਿਆ। ਅਫਗਾਨੀਆਂ ਖਿਲਾਫ ਲੜਾਈ ਵਿੱਚ ਸ਼ਾਹ ਨਵਾਜ਼ ਪੈਰ ਪਿਛਾ ਕਰ ਲਿਆ ਤੇ ਲਾਹੌਰ ਨੂੰ ਫਿਰ ਹਾਰ ਮਿਲੀ। 1758 ਉਸ ਬੋਰਨ ਦੀ ਮਿੱਥੀ ਤਾਰੀਖ ਬੁੱਲੇ ਸ਼ਾਹ ਦੀ ਵਫਾਤ ਦੀ ਤਾਰੀਖ ਮੁਤਾਬਿਕ ਲਾਹੌਰ ਲੁਟੀਂਦਾ ਪਟੀਂਦਾ ਰਿਹਾ। ਹੁਣ ਇਸ ਪਸ ਮੰਜ਼ਰ ਵਿੱਚ ਬੁੱਲੇ ਸ਼ਾਹ ਦੀਆਂ 2 ਕਾਫੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨੇ ਆ। ਸਾਨੂੰ ਆ ਮਿਲ ਯਾਰ ਪਿਆਰਿਆ, ਤੇਰੇ ਦੁੱਖਾਂ ਨੇ ਸਾਨੂੰ ਮਾਰਿਆ, ਦੂਰ ਦੂਰ ਸਾਥੋਂ ਗਿਓ
ਅਸਲਾ ਤੇ ਆ ਕੇ ਬਹਿ ਰਿਓ ਕਿਉਂ ਕਸਰ ਕਸੂਰ ਵਸਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ। ਇਸ ਬੰਦ ਵਿੱਚ ਸ਼ਾਹ ਇਨਾਇਤ ਦੇ ਕਸੂਰ ਬਦਰ ਹੋਣ ਦਾ ਜ਼ਿਕਰ ਹੈ ਕਿ ਉਹ ਆਸਲ ਪਿੰਡ ਦੀ ਹੱਦ ਨਹੀਂ ਟੱਪ ਸਕਦੇ ਸਨ। ਇਸ ਦੇਸ਼ ਨਿਕਾਲੇ ਦੀ ਵਜ੍ਹਾ ਕਸੂਰ ਦੇ ਪਠਾਨ ਹੁਕਮਰਾਨਾਂ ਦੀ ਕੱਟੜ ਮਜ਼ਹਬੀ ਸੋਚ ਪਿੱਛੇ ਲੁਕੀ ਹੋਈ ਹੈ। ਮੇਰਾ ਇੱਕ ਅਨੋਖਾ ਯਾਰ ਹੈ, ਮੇਰਾ ਉਸੇ ਨਾਲ ਪਿਆਰ ਹੈ, ਕਦੀ ਸਮਝੀ ਵੱਡ ਪਰਵਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ। ਇਸ ਬੰਦ ਵਿੱਚ ਇੱਕ ਤਰਲਾ ਹੈ ਜੋ ਉਸੇ ਇੰਟੈਲੈਕਚੁਅਲ ਇਖਤਲਾਫ ਬਾਰੇ ਇਸ਼ਾਰਾ ਕਰਦਾ ਹੈ ਜੋ ਮਨਜ਼ੂਰ ਇਜਾਜ਼ ਦੀ ਆਖੀ ਮੁਜਬ ਉਸਤਾਦ ਸ਼ਾਗਿਰਦ ਵਿੱਚ ਹੋਇਆ। ਉਸਤਾਦ ਦੇ ਮਨਾ ਕਰਨ ਦੇ ਬਾਵਜੂਦ ਵੀ ਬੁੱਲੇ ਸ਼ਾਹ ਸਮਾਜੀ ਸਿਆਸੀ ਸੂਰਤ ਹਾਲ ਤੇ ਕਮੈਂਟ ਕਰਨੋਂ ਨਹੀਂ ਰਹਿ ਸਕੇ। ਜਦੋਂ ਆਪਣੀ ਪੈ ਗਈ ਧੀ ਮਾਂ ਨੂੰ ਲੁੱਟ ਕੇ ਲੈ ਗਈ, ਮੂੰਹ 12ਵੀਂ ਸਦੀ ਪਸਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ। ਜਦੋਂ ਲੋਕਾਂ ਦੇ ਲੱਗੇ ਬੰਦੇ ਉਸੂਲ ਜ਼ਾਬਤੇ ਨੂੰ ਕੋਈ ਇੰਚ ਚੋਟ ਕਰਦਾ ਹੈ ਤੇ ਅੱਗੋਂ ਜ਼ਬਰਦਸਤ ਪੁਸ਼ਬੈਕ ਮਿਲਣਾ ਵੀ ਇਨੈਵਿਟੇਬਲ ਹੈ, ਔਰ ਉਹ ਮਿਲਿਆ ਵੀ। ਬੁੱਲੇ ਸ਼ਾਹ ਨੂੰ ਕਸੂਰ ਛੱਡਣਾ ਵੀ ਪਿਆ। ਅਮੀਨੁਲ ਮੁਲਕ ਦੀ ਸਵਾਣੀ ਮੁਗਲਈ ਬੇਗਮ ਕੋਲ ਪਨਾਹ ਵੀ ਲਈ। ਦਰ ਖੁੱਲਾ ਹਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ, ਡਰ ਹਾਵੀਏ ਦੋਜ਼ਖ ਸਾੜਿਆ ਸਾਨੂੰ ਆ ਮਿਲ ਯਾਰ ਪਿਆਰਿਆ। 18ਵੀਂ ਸਦੀ ਈਸਵੀ ਦੇ ਪੰਜਾਬ ਦੀ ਸਿਆਸੀ ਸਮਾਜੀ ਸੂਰਤ ਹਾਲ ਤੇ ਇਸ ਤੋਂ ਠੁਕਵਾਂ ਕਮੈਂਟ ਸ਼ਾਇਰੀ ਵਿੱਚ ਬੁੱਲੇ ਸ਼ਾਹ ਤੋਂ ਵੱਖ ਹੋਰ ਕਿਸੇ ਕੋਲ ਨਹੀਂ। ਬੁੱਲਾ ਸ਼ਾਹ ਮੇਰੇ ਘਰ ਆਵਸੀ, ਮੇਰੀ ਬਲਦੀ ਭਾਹ ਬੁਝਾਵਸੀ, ਇਨਾਇਤ ਦਮ ਦਮ ਨਾਲ ਚਤਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ। ਬਲਦੀ ਭਾਹ ਬੁਝਾਵਣ ਤੋਂ ਇੱਕ ਚੀਜ਼ ਸਹੀ ਹੁੰਦੀ ਹੈ ਕਿ ਬੁੱਲੇ ਸ਼ਾਹ ਇੱਕ ਬੇਚੈਨ ਰੂਹ ਤੇ ਸ਼ਰ੍ਹਾ ਤੋਂ ਹੀ ਸ਼ੁਰੂ ਤੋਂ ਹੀ ਸੀ। ਆਲ ਦੁਆਲੇ ਹੁੰਦੀ ਇੰਨੀ ਉਥਲ ਪੁਥਲ ਤੇ ਦੁੱਖਾਂ ਨਾਲ ਪੀੜੀ ਹੋਈ ਲੋਕਾਈ ਦੇ ਦੁੱਖ ਤੇ ਉਤੋਂ ਮੁਰਸ਼ਦ ਦੀ ਨਾਰਾਜ਼ੀ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਆਓ ਅਗਲੀ ਕਾਫੀ ਵੇਖਨੇ ਆ ਕਿ ਇਸ ਹੇਠਲੀ ਉਤਲੀ ਵਿੱਚੋਂ ਬੁੱਲੇ ਸ਼ਾਹ ਕੀ ਕੁਝ ਕੱਢ ਕੇ ਸਾਡੇ ਸਾਹਮਣੇ ਰੱਖਿਆ ਹੈ। ਉਲਟੇ ਹੋਰ ਜ਼ਮਾਨੇ ਆਏ, ਕਾਂ ਲੱਗੜ ਨੂੰ ਮਾਰਨ ਲੱਗੇ, ਚਿੜੀਆਂ ਜੁਰਰੇ ਢਾਏ, ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸਜਣ ਦੇ ਪਾਏ। ਇਰਾਕੀਆਂ ਨੂੰ ਪਈ ਚਾਬਕ ਪਾਉਂਦੀ, ਗੱਦੋਂ ਖੁਦ ਪਵਾਏ। ਇਹ ਖੁਦ ਹੈ ਜਾਂ ਖੇਦ ਹੈ, ਇਹ ਚੰਗੀ ਟੋਪੀ ਹੈ ਜਿਹੜੀ ਲੋਹੇ ਦਾ। ਹਾਂ, ਯਾਨੀ ਜ਼ਮਾਨਾ ਉਲਟਿਆ ਹੈ ਤੇ ਸਮਝ ਆਈ ਹੈ ਕਿ ਕੀ ਭਾਵ ਵਿਕਦੀ ਹੈ। ਇਰਾਕੀ ਨਸਲ ਦੇ ਘੋੜੇ ਨੂੰ ਚਾਬਕ ਪਈ ਪੈਂਦੀ ਹੈ, ਉਹਦੇ ਤੋਂ ਮਾਲਬਰਦਾਰੀ ਦਾ ਕੰਮ ਲਿਆ ਜਾ ਰਿਹਾ ਹੈ, ਜਦਕਿ ਖੋਤਿਆਂ ਨੂੰ ਕਿਹਾ ਜਾ ਰਿਹਾ ਹੈ ਤੇਜ਼ ਦੌੜਨ। ਆਪਣਿਆਂ ਦੇ ਵਿੱਚ ਉਲਫਤ ਨਹੀਂ, ਕਿਆ ਚਾਚੇ ਕਿਆ ਤਾਏ, ਪਿਓ ਪੁੱਤਰਾਂ ਇਤਫਾਕ ਨਾ ਕਾਈ, ਧੀਆਂ ਨਾਲ ਨਾ ਮਾਏ, ਉਲਟੇ ਹੋਰ ਜ਼ਮਾਨੇ ਆਏ। ਜਦੋਂ ਮੁਆਸ਼ਰਤੀ ਢਾਂਚਾ ਜ਼ਮਾਨੇ ਦੇ ਕਿਸੇ ਇਨਕਲਾਬ ਪਾਰੋਂ ਹਿੱਲ ਜਾਂਦਾ ਹੈ ਤੇ ਰਿਸ਼ਤਿਆਂ ਦੀ ਵੰਡ ਵੀ ਉਹ ਨਹੀਂ ਰਹਿ ਜਾਂਦੀ ਜੋ ਆਮ ਇੱਕ ਸਿੱਧੇ ਸੁਭਾਈ ਸਮਾਜ ਵਿੱਚ ਹੁੰਦੀ ਹੈ। ਉੱਥੇ ਰਿਸ਼ਤੇ ਵੀ ਜ਼ਰੂਰਤਾਂ, ਗਰਜ਼ਾਂ, ਹਿਰਸਾਂ, ਮੁਨਾਫਿਆਂ, ਖਸਾਰਿਆਂ ਦੇ ਨਾਲ ਤੈਅ ਹੁੰਦੇ ਤੇ ਨਿਭਦੇ ਨੇ। ਰਿਸ਼ਤਿਆਂ ਦੀ ਇਹ ਵੰਡ ਬੁੱਲੇ ਸ਼ਾਹ ਆਪਣੇ ਦੌਰ ਵਿੱਚ ਵੇਖੀ। ਜ਼ਾਹਿਰ ਹੈ ਜਿਸ ਤਰ੍ਹਾਂ ਦਾ ਜੀਵਨ ਉਹਨਾਂ ਬਿਤਾਇਆ, ਉਹ ਜਿਹੜੇ ਨਜ਼ਰੀਆਤ ਰੱਖਦੇ ਸਨ, ਜ਼ਮਾਨੇ ਉਸ ਨੂੰ ਕਬੂਲਿਆ ਤਾਂ ਨਹੀਂ ਸੀ, ਇੱਥੋਂ ਤੱਕ ਕਿ ਆਪਣੇ ਘਰਦਿਆਂ ਵੀ ਨਹੀਂ। ਸੋ ਇੱਕ ਕਰਬ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਇੱਕ ਟੀਸ ਬਣ ਕੇ ਉੱਗੜਦਾ ਹੈ। ਸੱਚਿਆਂ ਨੂੰ ਪਏ ਮਿਲਦੇ ਤੱਕੇ, ਝੂਠੇ ਕੋਲ ਬਹਾਏ, ਉਲਟੇ ਹੋਰ ਜ਼ਮਾਨੇ ਆਏ। ਅਗਲੇ ਜਾ ਬੰਗਾਲੇ ਬੈਠੇ, ਪਿਛਲਿਆਂ ਫਰਸ਼ ਵਿਛਾਏ, ਉਲਟੇ ਹੋਰ ਜ਼ਮਾਨੇ ਆਏ। ਭੂਰੀਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ, ਉਲਟੇ ਹੋਰ ਜ਼ਮਾਨੇ ਆਏ। ਬੁੱਲਾ ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ। ਜਿਹੜੇ ਸੈਂਟਰਲ ਏਸ਼ੀਆ ਜਾਂ ਅਫਗਾਨਿਸਤਾਨ ਤੋਂ ਆਏ ਸਨ ਉਹ ਮਾਰ ਧਾੜ ਕਰਦੇ ਜਾ ਬੰਗਾਲ ਟੁਰ ਗਏ ਨੇ ਤੇ ਪਿੱਛੋਂ ਧਾੜਵੀਆਂ ਦੇ ਹੋਰ ਜੱਥੇ ਡਾਰਾਂ ਬੰਨ ਕੇ ਆ ਰਹੇ ਨੇ। ਇਹ ਹੁਕਮ ਹਜ਼ੂਰੋਂ ਆਉਣ ਵਾਲੀ ਗੱਲ ਵੀ ਸ਼ਾਹ ਇਨਾਇਤ ਬਾਰੇ ਹੈ ਕਿ ਤਿਸ ਨੂੰ ਕੌਣ ਹਟਾਏ। ਯਾਨੀ ਸ਼ਾਹ ਇਨਾਇਤ ਦਾ ਇਸ ਵਿੱਚ ਵੀ ਗਿਲਾ ਵਾਜ਼ਿਹ ਹੈ ਕਿ ਤੈਨੂੰ ਬੁੱਲੇ ਨੂੰ ਇਹ ਗੱਲਾਂ ਕਰਨ ਤੋਂ ਕੌਣ ਰੋਕੇ, ਤੂੰ ਤਾਂ ਰੋਕਿਆ ਨਹੀਂ ਰੁਕਦਾ। ਇਸ ਵਿੱਚ ਸਭ ਤੋਂ ਮੁਤਨਾਜ਼ਾ ਮਿਸਰਾ ਭੂਰੀਆਂ ਵਾਲੇ ਰਾਜੇ ਕੀਤੇ ਹੈ। ਜਗਤਾਰ ਸਿੰਘ ਗਰੇਵਾਲ ਹੋਰਾਂ ਦਾ ਇਹ ਕਹਿਣਾ ਕਿ ਬੁੱਲੇ ਸ਼ਾਹ ਦੀਆਂ ਹਮਦਰਦੀਆਂ ਢਹਿੰਦੀ ਹੋਈ ਮੁਗਲ ਸ਼ਾਹੀ ਨਾਲ ਸਨ, ਅਸੀਂ ਇਸ ਗੱਲ ਤੋਂ ਸਹਿਮਤ ਨਹੀਂ, ਕਿਉਂਕਿ ਬੁੱਲੇ ਸ਼ਾਹ ਚੁਗੱਤਾ ਸ਼ਾਹੀ ਨੂੰ ਸਿੱਧੇ ਸੁਭਾਈ ਕਬੂਲ ਕਰਨ ਦੀ ਥਾਵੇਂ ਉਹ ਸਾਰੀ ਸਿਆਸੀ ਸੂਰਤ ਹਾਲ ਤੇ ਤਬਸਰਾ ਕਰਦਾ ਹੈ ਤੇ ਉਸ ਨੂੰ ਇੱਕ ਦੂਰਅੰਦੇਸ਼ ਸਿਆਸੀ ਸੂਝਵਾਨ ਦੀ ਅੱਖ ਨਾਲ ਵੇਖਦਾ ਹੈ। ਉਸ ਨੂੰ ਸਮਾਜ ਦਾ ਢਹਿ ਜਾਣਾ ਦੁਖੀ ਕਰਦਾ ਹੈ, ਨਾ ਕਿ ਚੁਗੱਤਾ ਸ਼ਾਹੀ ਦਾ ਢਹਿ ਜਾਣਾ। ਬੁੱਲੇ ਸ਼ਾਹ ਦੀ ਇਹ ਸਿਆਸੀ ਪੇਸ਼ਗੋਈ 19ਵੀਂ ਸਦੀ ਵਿੱਚ ਪੂਰੀ ਵੀ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਤਖਤ ਲਾਹੌਰ ਤੇ ਬਿਰਾਜਮਾਨ ਹੋਇਆ। ਸੰਤ ਸਿੰਘ ਸੇਖੋਂ ਦੇ ਨੇੜੇ ਬੁੱਲੇ ਸ਼ਾਹ ਦਾ ਅਲਾਮਤੀ ਨਿਜ਼ਾਮ 3 ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾ ਹਿੱਸਾ ਜਿਸ ਵਿੱਚ ਰਿਵਾਇਤੀ ਮਹਿਬੂਬ ਤੇ ਆਸ਼ਿਕ ਦਾ ਮੇਲ ਹੈ, ਦੂਜੇ ਹਿੱਸੇ ਵਿੱਚ ਮਾਸ਼ੂਕ ਦੀ ਜਗ੍ਹਾ ਪਿਆਰਾ ਜਾਂ ਸੱਜਣ ਲੈ ਲੈਂਦਾ ਹੈ। ਇਹ ਸੱਜਣ ਸਾਰੀ ਦੁਨੀਆ ਹੋ ਸਕਦੀ ਹੈ, ਸ਼ਾਹ ਇਨਾਇਤ ਹੋ ਸਕਦਾ ਹੈ। ਤੀਜੇ ਹਿੱਸੇ ਵਿੱਚ ਹੀਰ ਰਾਂਝੇ ਦੀ ਵਾਰਦਾਤ ਹੈ। ਇੱਥੇ ਹੀਰ ਰਾਂਝਾ
ਬੁੱਲੇ ਸ਼ਾਹ ਨੇ ਇੰਨੀ ਵਾਰ ਵਰਤਿਆ ਹੈ ਕਿ ਸ਼ਾਹ ਹੁਸੈਨ ਨੇ ਵੀ ਸ਼ਾਇਦ ਇੰਨੀ ਵਾਰ ਨਾ ਵਰਤਿਆ ਹੋਵੇ। ਇਸ ਗੱਲ ਦਾ ਸਾਨੂੰ ਪੱਕ ਹੈ ਕਿ ਹੀਰ ਉਹਦੀ ਆਪਣੀ ਜ਼ਾਤ ਯਾਨੀ ਆਸ਼ਿਕ ਹੈ ਤੇ ਰਾਂਝਾ ਬੁੱਲੇ ਸ਼ਾਹ ਦਾ ਮਾਸ਼ੂਕ। ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਲਾਜਵੰਤੀ ਰਾਮਕ੍ਰਿਸ਼ਨ ਨੇ ਵੀ ਬੁੱਲੇ ਸ਼ਾਹ ਦੀ ਸ਼ਾਇਰੀ ਦੇ 3 ਦੌਰ ਦੱਸੇ ਨੇ। ਪਹਿਲੇ ਹਿੱਸੇ ਵਿੱਚ ਸ਼ਾਹ ਇਨਾਇਤ ਨਾਲ ਮਿਲਣੀ ਹੈ, ਜਿਸ ਤੋਂ ਬਾਅਦ ਹਕੀਕਤ ਦੀਆਂ ਕੁਝ ਮੰਜ਼ਲਾਂ ਤੈਅ ਹੋਈਆਂ, ਮੁਤਾਲਾ ਵੱਧਦਾ ਗਿਆ। ਇਸ ਪੜਾਅ ਤੇ ਸ਼ਾਇਰੀ ਵਿੱਚ ਰਵਾਇਤੀ ਅੰਦਾਜ਼ ਚੋਖਾ ਹੈ। ਬੁੱਲੇ ਸ਼ਾਹ ਦੀ ਸ਼ਾਇਰੀ ਇੱਥੇ ਜੰਨਤ ਦੋਜ਼ਖ ਦੇ ਖਿਆਲ, ਮੌਤ ਦਾ ਖੌਫ ਵਗੈਰਾ ਚੋਂ ਬਾਹਰ ਆਉਂਦੀ ਨਹੀਂ ਦਿਸਦੀ। ਅਜੇ ਤੀਕ ਇੱਥੇ ਖਿਆਲ ਇਸਲਾਮੀ ਆਈਡੀਓਲੋਜੀ ਨਾਲ ਜੁੜਿਆ ਜਾਪਦਾ ਹੈ। ਇਹ ਅਰਸਾ ਥੋੜਾ ਚਿਰ ਰਿਹਾ, ਇਸ ਲਈ ਸ਼ਾਇਰੀ ਵਿੱਚ ਕੋਈ ਬਹੁਤਾ ਹਿੱਸਾ ਇਸ ਦੌਰ ਦਾ ਸ਼ਾਮਿਲ ਨਹੀਂ। ਇੱਥੇ ਆਵਾਗੌਣ ਦੇ ਫਲਸਫੇ ਨੂੰ ਵੀ ਨਹੀਂ ਪਰਖਿਆ ਗਿਆ। ਇਹ ਪਹਿਲਾ ਪੜਾਅ ਸ਼ਰਈ ਦੌਰ ਅਖਵਾ ਸਕਦਾ ਹੈ। ਇਸ ਲਈ ਮੁੱਲਾ ਹੋਰੀ ਬੁੱਲੇ ਸ਼ਾਹ ਦੀ ਸ਼ਾਇਰੀ ਦਾ ਹਵਾਲਾ ਦਿੰਦੇ ਹੋਏ ਇਸ ਵਿੱਚੋਂ ਚੋਖੇ ਹਵਾਲੇ ਦਿੰਦੇ ਨੇ ਤਾਂ ਕਿ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਰੱਖ ਸਕਣ, ਜਦਕਿ ਬਾਅਦ ਵਿੱਚ ਤੇ ਉਹ ਆਪ ਕਿਸੇ ਵੀ ਕਿਸਮ ਦੀ ਕੈਦ ਤੋਂ ਆਜ਼ਾਦ ਹੋਣਾ ਲੋੜਦਾ ਹੈ ਤੇ ਆਖਦਾ ਹੈ, ਮੈਂ ਬੇਕੈਦ, ਨਾ ਰੋਗੀ ਨਾ ਵੈਦ। ਜਜ਼ਬਾਤੀ ਤੇ ਅਹਿਸਾਸਾਤੀ ਪੱਧਰ ਤੇ ਪੜਾਅ ਵਿੱਚ ਇਹ ਕਮਜ਼ੋਰ ਖਿਆਲ ਦੀ ਸ਼ਾਇਰੀ ਮੰਨੀ ਜਾਂਦੀ ਹੈ। ਇਸ ਪੜਾਅ ਦੀਆਂ ਮਸ਼ਹੂਰ ਕਾਫੀਆਂ ਇਹ ਨੇ, ਅਲਿਫ ਅੱਲਾ ਦਿਲ ਰੱਤਾ ਮੇਰਾ, ਉੱਠ ਜਾਤ ਕੁਰਾੜੇ ਮਾਰ ਨਹੀਂ, ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ ਵਗੈਰਾ। ਦੂਜਾ ਦੌਰ, ਇਸ ਪੜਾਅ ਤੇ ਬੁੱਲਾ ਵੈਦਿਕ ਫਲਸਫੇ ਤੋਂ ਢੇਰ ਜਾਣੂ ਲੱਗਦਾ ਹੈ। ਇੱਥੇ ਆਵਾਗੌਣ ਦੇ ਫਲਸਫੇ ਨੂੰ ਵੀ ਵਰਤਿਆ ਗਿਆ ਹੈ। ਵੈਦਾਂ ਨਾਲ ਕਲਾਮ ਦੀ ਇੰਨੀ ਗੂੜੀ ਜੁੜਤ ਹੈ ਕਿ ਥੱਲੇ ਬੁੱਲੇ ਸ਼ਾਹ ਨਾ ਲਿਖਿਆ ਹੋਵੇ ਤੇ ਫਰਕ ਕਰਨਾ ਔਖਾ ਹੋ ਜਾਂਦਾ ਹੈ। ਇੱਥੇ ਸੰਤ ਸਿੰਘ ਸੇਖੋਂ ਦਾ ਆਖਣਾ ਹੈ ਕਿ ਹਿੰਦੁਸਤਾਨ ਵਿੱਚ ਇੱਕ ਧਰਮ ਤੋਂ ਨਿਕਲ ਕੇ ਕਦੋਂ ਦੂਜੇ ਧਰਮ ਵਿੱਚ ਵੜ ਜਾਂਦੇ ਨੇ ਪਤਾ ਨਹੀਂ ਲੱਗਦਾ। ਪੰਜਾਬੀ ਸੂਫੀ ਸ਼ਾਇਰੀ ਦੀ ਰੀਤ ਨਾਥਾਂ ਤੇ ਭਗਤੀ ਲਹਿਰ ਤੇ ਟਿਕੀ ਹੈ। ਇਹ ਲਹਿਰ ਬ੍ਰਾਹਮਣੀਅਤ ਦੇ ਖਿਲਾਫ ਇੱਕ ਬਗਾਵਤ ਸੀ। ਇੱਕ ਤਰ੍ਹਾਂ ਇਹਨਾਂ ਸ਼ਾਇਰੀ ਦੇ ਖਿਲਾਫ ਵੀ ਬਗਾਵਤ ਕੀਤੀ ਕਿਉਂਕਿ ਉਹ ਸਮਝਦੇ ਸਨ ਕਿ ਇਸ ਦਾ ਤਾਲੁਕ ਦਰਬਾਰ ਨਾਲ ਹੈ। ਉਹਨਾਂ ਦੀ ਨਸਰ ਨੂੰ ਵਚਨ ਆਖਿਆ ਜਾਂਦਾ ਹੈ। ਬੁੱਲਾ ਸ਼ਾਹ ਦੀ ਸ਼ਾਇਰੀ ਵਿੱਚ ਦੀ ਖੂਬੀ ਵੀ ਇਹ ਹੀ ਹੈ ਕਿ ਆਮ ਬੋਲਚਾਲ ਦੀ ਜ਼ੁਬਾਨ ਵਿੱਚ ਗੁੱਜੀ ਪੀਚਵੀਂ ਠੁਕਵੀਂ ਸਿੱਧੀ ਜਿਹੀ ਪਰ ਗੁੱਜੀ ਪੀਚਵੀਂ ਠੁਕਵੀਂ ਤੇ ਟੁਕਵੀਂ ਗੱਲ ਹੁੰਦੀ ਹੈ। ਜਦੋਂ ਉਹਨੂੰ ਖੋਲ੍ਹਣ ਲੱਗੋ ਤੇ ਕਈ ਪਰਤਾਂ ਨਿਕਲਦੀਆਂ ਨੇ। ਇਸੇ ਤਰ੍ਹਾਂ ਹੀ ਭਗਤੀ ਲਹਿਰ ਵਿੱਚ ਤਾਮਿਲ, ਤੇਲਗੂ ਤੇ ਕੰਨਾਡਾ ਜ਼ੁਬਾਨਾਂ ਵਿੱਚ ਜਿਹੜੀ ਸ਼ਾਇਰੀ 12ਵੀਂ ਸਦੀ ਈਸਵੀ ਵਿੱਚ ਹੋਈ, ਬੁੱਲੇ ਸ਼ਾਹ ਦੀ ਸ਼ਾਇਰੀ ਉਸ ਦੇ ਕੋਲ ਹੈ। ਰਾਮਾਨੁਜਾ, ਇਹਨਾਂ ਦੀ ਮੌਤ 1137, ਤਾਮਿਲ ਕਨਾਰਸੀ, ਮਾਧੂ, ਤਾਮਿਲ ਨਿੰਬਾਰਕਾ 13ਵੀਂ ਸਦੀ ਵਿੱਚ ਹੋਏ, ਵਿੱਚ ਤੇਲਗੂ ਦੇ ਸ਼ਾਇਰ ਹੋ ਗੁਜ਼ਰੇ ਨੇ। ਇਹਨਾਂ ਸਭ ਦਾ ਤਾਲੁਕ ਭਗਤੀ ਲਹਿਰ ਨਾਲ ਸੀ। ਇਸੇ ਤਰ੍ਹਾਂ ਬਾਬਾ ਫਰੀਦ ਦੇ ਜ਼ਮਾਨੇ ਵਿੱਚ ਨਾਮਦੇਵ 1270 ਇਹਨਾਂ ਦੀ ਪੈਦਾਇਸ਼ ਹੈ ਤੇ ਤੁਕਾਰਾਮ ਨੇ ਮਹਾਰਾਸ਼ਟਰੀ ਵਿੱਚ ਇਸੇ ਤਰਜ਼ ਤੇ ਸ਼ਾਇਰੀ ਕੀਤੀ। ਬੰਗਾਲ ਵਿੱਚ ਚੰਦੀਦਾਸ 13ਵੀਂ ਸਦੀ ਦੀ ਸ਼ਾਇਰੀ ਬੁੱਲੇ ਸ਼ਾਹ ਨਾਲ ਮੇਲ ਖਾਂਦੀ ਹੈ। ਇਸ ਵਿੱਚ ਖੜੀ ਬੋਲੀ ਦਾ ਬਹੁਤ ਵੱਡਾ ਹੱਥ ਹੈ। ਭਗਤ ਕਬੀਰ ਖੜੀ ਬੋਲੀ ਤੇ ਭਗਤੀ ਲਹਿਰ ਦਾ ਅਹਿਮ ਸ਼ਾਇਰ ਹੈ, ਜਦਕਿ ਤੁਲਸੀਦਾਸ ਨੇ ਤੇ ਭਗਤੀ ਤਹਿਰੀਕ ਵਿੱਚੋਂ ਅਲੂਹੀਅਤ ਦਾ ਅਨਸਰ ਕੱਢ ਕੇ ਇਸ ਨੂੰ ਮੁਕੰਮਲ ਸੈਕੂਲਰ ਸ਼ਾਇਰੀ ਬਣਾ ਦਿੱਤਾ। ਇਸੇ ਤਰ੍ਹਾਂ ਮੀਰਾਬਾਈ ਦੀ ਔਰਤ ਦੇ ਵਸਫ ਵਾਲੀ ਸ਼ਾਇਰੀ ਮੁਕੰਮਲ ਤੌਰ ਤੇ ਗੈਰ ਮਜ਼ਹਬੀ ਹੈ। ਵਚਨ ਜਿਸ ਦੀ ਪਿੱਛੇ ਗੱਲ ਹੋ ਚੁੱਕੀ ਹੈ, ਫ੍ਰੀ ਵਰਸ, ਖੁੱਲੀ ਨਜ਼ਮ ਵਾਂਗ ਆਮ ਬੋਲਚਾਲ ਦੀ ਗੱਲ ਹੁੰਦੀ ਹੈ ਜੋ ਰੋਜ਼ਮਰਰਾ ਦੇ ਮੁਹਾਵਰੇ ਨਾਲ ਜੁੜੀ ਹੁੰਦੀ ਹੈ। ਫਿਲਮ ਦੀ ਬਗੈਰ ਕੋਈ ਬਹੁਤਾ ਸੋਚੇ ਸਮਝੇ ਸ਼ਾਇਰੀ ਦਾ ਇਹ ਅੰਗ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਵੀ ਮਿਲਦਾ ਹੈ। ਦੂਜੇ ਪਾਸੇ ਸ਼ੌਰੀ ਤੌਰ ਤੇ ਕਈ ਧਰਮਾਂ ਦੀਆਂ ਇਸਤਲਾਹਾਂ ਬੇਧੜਕ ਹੋ ਕੇ ਵਰਤੇ ਜਾਂਦੇ ਨੇ। ਮਸਲਨ ਹੋਰੀ ਖੇਲੂੰਗੀ ਕਹਿ ਕੇ ਬਿਸਮਿਲ੍ਲਾ। ਤੀਜਾ ਦੌਰ, ਇਸ ਦੌਰ ਵਿੱਚ ਉਹ ਕਿਸੇ ਹੋਰ ਸੂਫੀ ਜਾਂ ਵਿਸ਼ਨੂੰ ਭਗਤ ਨਾਲ ਨਹੀਂ ਮੇਲ ਖਾਂਦਾ। ਇੱਥੇ ਇੰਜ ਲੱਗਦਾ ਹੈ ਬੁੱਲੇ ਸ਼ਾਹ ਨੇ ਸ਼ੌਹ ਨੂੰ ਪਾ ਲਿਆ ਹੈ ਤੇ ਸਭ ਧਰਮਾਂ ਮਜ਼ਹਬਾਂ ਤੋਂ ਆਜ਼ਾਦ ਹੋ ਗਿਆ ਹੈ। ਸਰਮਦ ਤੇ ਬੁੱਲੇ ਵਿੱਚ ਫਰਕ ਵੀ ਇਹ ਹੀ ਸੀ ਕਿ ਸਰਮਦ ਨੇ ਹੱਕ ਜੁਜ਼ਵੀ ਜਾਂ ਵਕਤੀ ਜਾਂ ਲਮਹਾਤੀ ਵੇਖਿਆ, ਜਦਕਿ ਬੁੱਲੇ ਨੇ ਹੱਕ ਪਾਇਆ ਤੇ ਉਸ ਨੂੰ ਹੰਡਾਇਆ ਵੀ। ਉਸ ਦੇ ਸ਼ੌਹ ਨੂੰ ਪਾ ਲੈਣ ਪਿੱਛੇ ਜ਼ਾਤ ਪਾਤ, ਧਰਮ, ਮਜ਼ਹਬ, ਰੰਗ, ਨਸਲ ਤੋਂ ਉੱਪਰ ਉੱਠ ਜਾਣਾ ਸੀ। ਇਸੇ ਲਈ ਤੇ ਉਹ ਆਖਦਾ ਹੈ, ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ, ਨਿਪਟ ਗਿਆ ਦੋਹਾਂ ਦਾ ਝਗੜਾ, ਵਿੱਚੋਂ ਨਿਕਲ ਪਿਆ ਕੋਈ ਹੋਰ। ਰਾਮਕ੍ਰਿਸ਼ਨ ਨੇ ਬੁੱਲੇ ਸ਼ਾਹ ਨੂੰ ਇੱਕ ਵੱਖਰੀ ਕਿਸਮ ਦਾ ਪੈਨਥੀਸਟ ਆਖਿਆ ਹੈ ਕਿਉਂਕਿ ਉਸ ਨੇ ਰੱਬ ਨੂੰ ਸ਼ਾਮ, ਕਾਹਨ, ਕ੍ਰਿਸ਼ਨ, ਅੱਲਾ, ਰੱਬ ਸਭ ਕੁਝ ਆਖਿਆ ਹੈ। ਡੈਨਿਸ ਮਾਰਟਿਨ ਨੇ ਤੇ ਉਸ ਦੇ ਰਾਂਝੇ ਤੇ ਕ੍ਰਿਸ਼ਨ ਵਿੱਚ ਮੁਸ਼ਾਬਤ ਲੱਭ ਲਿਆਂਦੀ ਹੈ ਕਿਉਂਕਿ ਦੋਵੇਂ ਵੰਜਲੀ ਵਜਾਉਂਦੇ ਨੇ। ਮਾਰਟਿਨ ਗੋਪੀਆਂ ਤੇ ਹੀਰ ਦੀਆਂ ਸਹੇਲੀਆਂ ਨੂੰ ਇੱਕ ਅੱਖ ਨਾਲ ਵੇਖਿਆ ਹੈ, ਜਿਵੇਂ ਰਾਧਾ ਸ਼ਾਮ ਨੂੰ ਚਿੱਠੀਆਂ ਲਿਖਦੀ ਹੈ ਤੇ ਹੀਰ ਰਾਂਝੇ ਨੂੰ ਸੁਨੇਹੇ ਘੱਲਦੀ ਹੈ। ਨਜਮ ਹੁਸੈਨ ਸੈਯਦ ਹੋਰਾਂ ਆਪਣੇ ਮਜ਼ਮੂਨ ਆਰਟਿਸਟ ਵਿਜ਼ਨ ਆਫ ਹਿਸਟਰੀ ਵਿੱਚ ਉਹਦੇ ਕਲਾਮ ਦੀਆਂ ਗੁੱਝੀਆਂ ਰਮਜ਼ਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਅਸਲੋਂ ਨਾਕਾਫੀ ਹੈ। ਬੁੱਲੇ ਸ਼ਾਹ ਜਿੱਥੇ ਆਦਮ, ਹਵਾ,
ईसा, नूह, मूसा, इस्माइल, यूसुफ, जुलेखा, यूनुस, सुलेमान, इब्राहीम, मंसूर, जकरिया, शाह शरफ, लैला मजनू, नमरूद, कारून, फिरौन, इल्म लदुन्नी, कुरानी आयतां, हीर रांझा, मिर्ज़ा साहिबां, सस्सी पुन्नू, हुसैन ते यजीद का हवाला देंदे ने। ਉੱਥੇ ਹੀ ਉਹ ਲੰਕਾ, ਕੁੰਭਕਰਨ, ਦੁਸਹਿਰਾ, ਲਛਮਣ, ਗਿਆਨ ਧਿਆਨ, ਉਲਟੀ ਗੰਗਾ, ਸਾਧ, ਗੁਰ ਕਾ ਸੇਵਕ, ਅੰਮ੍ਰਿਤ ਮੰਡਲ, ਸਤਗੁਰ, ਅਨਹਦ ਸ਼ਬਦ, ਪਦ, ਨਾਮ, ਪਾਂਡਵ, ਕੇਰੋ, ਤਾਨਾ, ਹਰਨਾਕਿਸ਼, ਰਾਵਣ, ਸੀਤਾ, ਹਨੂਮਾਨ, ਕੰਸ, ਬਿਦਰ, ਆਵਾਗੌਨ, ਨਾਮ ਧਿਆਓ, ਗੋਇਲ, ਭਾਣਾ, ਜਜਮਾਨ, ਪੱਤਰ, ब्राह्मण, चंदी माता, तुलसी माता, सुलग्राम, घर में गंगा, संत, अमृत फल, विभागी, गोरख जटाधारी ਤੇ ਮੁੰਨੀ ਵਰਗੇ ਅੱਖਰ ਵਰਤ ਕੇ ਪੰਜਾਬ ਤੇ ਹਿੰਦੁਸਤਾਨ ਦੀ ਕਲਚਰਲ ਡਾਇਵਰਸਿਟੀ ਦਾ ਨੁਮਾਇੰਦਾ ਸ਼ਾਇਰ ਅਖਵਾਉਂਦਾ ਹੈ। ਉਹ ਵਾਦਤ ਲਈ ਮੂਮਨ ਤੇ ਕਾਫਰ ਵਿੱਚ ਫਰਕ ਨਹੀਂ ਕਰਦਾ। ਹੱਕ ਦੀ ਖਾਤਰ ਲੜਨ ਵਾਲੇ ਲਈ ਜ਼ਰੂਰੀ ਨਹੀਂ ਹੁੰਦਾ ਉਹ ਹਿੰਦੂ ਹੋਏ ਜਾਂ ਮੁਸਲਮਾਨ। ਇਸ ਲਈ ਤੇ ਉਹ ਕਹਿੰਦਾ ਹੈ, ਕਹੋ ਤੇਗ ਬਹਾਦਰ ਗਾਜ਼ੀ ਹੈ। ਗੁਰੂ ਤੇਗ ਬਹਾਦਰ, ਜਿਸ ਨੂੰ 1675 ਵਿੱਚ ਮੁਸਲਿਮ ਬਾਦਸ਼ਾਹ ਔਰੰਗਜ਼ੇਬ ਨੇ ਕਤਲ ਕਰਵਾਇਆ, ਉਸ ਨੂੰ ਗਾਜ਼ੀ ਆਖਦਾ ਹੈ। ਜੇ.ਐਸ. ਗਰੇਵਾਲ ਸਹੀ ਆਖਿਆ ਹੈ, ਬੁੱਲੇ ਸ਼ਾਹ ਡਜ਼ ਨਾਟ ਆਈਡੈਂਟੀਫਾਈ ਹਿਮਸੈਲਫ ਵਿਦ ਮੁਸਲਿਮ ਔਰ ਐਨੀ ਅਦਰ ਰੂਲਰ। ਬੁੱਲੇ ਸ਼ਾਹ ਦਾ ਜੋਗੀ ਮੁਹੱਬਤ ਨਾਲ ਜੁੜਿਆ ਹੈ, ਕਿਉਂਕਿ ਖੁਦ ਬੁੱਲੇ ਸ਼ਾਹ ਦਾ ਮਸਲਾ ਲੋਕ ਮੋਹ ਤੇ ਮੁਹੱਬਤ ਹੈ। ਉਹ ਟੁਰ ਪੈਂਦਾ ਹੈ। मीर तक ही मीर ते इतना ही कहता है ना, मीर के दीनों मजहब की क्या पूछते हो, उनने तो कशका खींचा, दैर में बैठा, कब का तरक इस्लाम किया। जद के बुल्ले शाह ने ते ये तक कह दिता है, नी मैं वैसा जोगी दे नाल, कन्नी मुंदरा पा के, मत्थे तिलक लगा के। बुल्ले शाह ने जो रब पाया है वो रांझा है। जोगी, शाम, शौ, अल्लाह, रब, प्यारा, सज्जन, कृष्ण, कन्हैया, कान सब कुछ है। इस लिए तो कहता है, हिंदू नहीं ना मुसलमान, बहिए तरिंजन तज अभिमान। बुल्ले शाह जो हर चित लागे, तुर्क और हिंदू दो जन त्यागे। आर्टिकल उत्ते हुई मेहनत और तुहाडे वल्लों मिली आला शेरी दसदी है कि तुसां इस लेख का मज़ा लिया। बहुत कुछ नवां सी ਤੇ ਇਹਦੇ ਹਵਾਲੇ ਨਾਲ ਕਿਸੇ ਦੇ ਮਨ 'ਚ ਕੋਈ ਗੱਲ, ਕੋਈ ਸਵਾਲ, ਕੋਈ ਵਿਚਾਰ ਆਉਂਦਾ ਹੈ ਤਾਂ ਸਾਂਝਾ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਗਾਉਣ ਵੱਲ ਫਿਰ ਵਧਣਾ। ਫਿਰ ਸਾਰੇ ਸਦਾਰਤ ਦੇ ਬੋਲ ਹੋਣਗੇ, ਆਖਰੀ ਗੱਲਾਂ। ਉਸ ਤੋਂ ਬਾਅਦ ਸ਼ਫਕਤ ਹੁਸੈਨ ਜੀ ਹੋਰਾਂ ਔਰ ਨਾਲ ਤੇ ਧੀ ਰਾਣੀ ਨੇਹਾ ਵੀ ਆ ਗਈ। ਅਸੀਂ ਇਹਨਾਂ ਕੋਲੋਂ ਬੁੱਲੇ ਦਾ ਕਲਾਮ, ਫਕੀਰਾਂ ਦਾ ਕਲਾਮ ਸੁਣਾਂਗੇ। ਓਪਨ ਹੈ ਜੀ ਗੱਲ। हाँ जी, तुसी अपना नाम दसो और खड़े हो गल करो। नाम मेरा कलीमुल्लाह है जी। मजमून बहुत अच्छा और नॉर्मली वो चीज़ां ने ਜਿਹੜੀਆਂ ਸੁਣੀਆਂ ਗਈਆਂ ਹੋਈਆਂ ਨੇ ਜਾਂ ਬੈਨਰਸ ਵੇਖਦੇ ਆ, ਪੋਸਟਰ ਵੇਖਦੇ ਆ ਵੱਡੀ ਵੱਡੀ ਕਾਨਫਰੰਸਿਸ ਵਿੱਚ, ਲੇਕਿਨ ਪਿਕਟੋਰੀਅਲ ਹਿਸਟਰੀ ਜਿਹੜੀ ਹੈ ਉਹ ਤੁਸੀਂ ਕਿਸੇ ਬੰਦੇ ਦੀ ਤਸਵੀਰ ਲਾਉਂਦੇ ਹੋ, ਤੁਹਾਡੀ ਲੱਗੀ ਹੋਈ ਹੈ ਇੱਥੇ, ਇਸ ਵੀ ਤੁਸੀਂ ਹੋ। ਅਗਰ ਇਹ ਸਹੀ ਨਹੀਂ ਹੈ ਜਾਂ ਇਹਦੀ ਹਿਸਟਰੀ ਦੱਸਣੀ ਚਾਹੀਦੀ ਹੈ ਕਿ ਉਦੋਂ ਹੱਥ ਨਾਲ ਤਸਵੀਰਾਂ ਬਣਾਈਆਂ ਜਾਂਦੀਆਂ ਸੀ ਜਾਂ ਬਾਹਰ ਤੇ ਪੁੱਛ ਪਛਾ ਕੇ ਨਕਸ਼ ਨਗਾਰ ਨੂੰ ਵੇਖ ਕੇ ਉਹ ਜਿਹੜੇ ਬੰਦੇ ਫੇਮਸ ਹੋ ਜਾਂਦੇ ਆ। ਤੁਸੀਂ ਔਰੰਗਜ਼ੇਬ ਵੇਖ ਲਓ, ਬਾਬਰ ਵੇਖ ਲਓ, ਉਹ ਤਕਰੀਬਨ ਉਹ ਚੀਜ਼ਾਂ ਹੀ ਉਹਨਾਂ ਦੇ ਨਾਲ ਨਾ ਮੁਹਾਂਦਰੇ ਨਾਲ ਅੱਗੇ ਪਿੱਛੇ ਕਰ। ਠੀਕ, ਬਾਕੀ ਮੈਂ ਸਮਝ ਗਿਆ। ਸਾਹਿਬ ਸਰਦਾਰ ਤੁਸੀਂ ਇਹਦੇ ਤੇ ਗੱਲ ਕਰਦੇ ਹੋ। ਮੇਰਾ ਤਾਂ ਇਹ ਖਿਆਲ ਹੈ ਕਿ ਜਿਹੜੀਆਂ ਜਿੰਨੇ ਵੀ ਸਾਡੇ ਸੂਫੀਆਂ ਦੇ ਤਸਵੀਰਾਂ ਜਿਹੜੀਆਂ ਚਿਤਰੀਆਂ ਗਈਆਂ ਨੇ, ਉਹਦੇ ਉੱਤੇ ਜ਼ਾਹਿਰ ਇੱਕ ਖਿਆਲੀ ਜੇ ਤਸਵਰਾਤੀ ਜੇ ਇਮੇਜ ਬਣੇ ਨੇ, ਸਾਰਿਆਂ ਦੇ ਬਣੇ ਨੇ ਔਰ ਸਾਰਿਆਂ ਦੇ ਉੱਤੇ ਇਖਤਲਾਫਾਤ ਵੀ ਮੌਜੂਦ ਨੇ। ਅਤੇ ਉਹ ਫਿਰ ਇੱਕ ਪ੍ਰਚਲਿਤ ਹੋ ਗਿਆ। ਹਾਲਾਂਕਿ ਜਿਸ ਵੇਲੇ ਉਹਨਾਂ ਨੇ ਬਣਾਇਆ ਸੀ, ਉਹ ਜਾਫਰ ਹੋਰਾਂ ਨੇ ਜਿਸ ਵੇਲੇ ਫਰੰਟੀਅਰ ਪੋਸਟਾਂ ਨੇ ਇੱਕ ਪਹਿਲਾ ਕੈਲੰਡਰ ਜਾਰੀ ਕੀਤਾ, ਉਹਦੇ 'ਚ ਪਹਿਲੀ ਵਾਰੀ ਬਾਬਿਆਂ ਦੀਆਂ ਤਸਵੀਰਾਂ ਅਰਲੀ 90s 'ਚ ਆਈਆਂ। ਅਤੇ ਉਸ ਤੋਂ ਬਾਅਦ ਇੱਕ ਐਸਐਮ ਖਾਲਦ ਸਾਹਿਬ ਨੇ ਬੁੱਲੇ ਸ਼ਾਹ ਦੀ ਤਸਵੀਰ ਬਣਾਈ, ਜਿਹੜੀ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਚੱਲ ਰਹੀ ਹੈ। ਉਹ ਉਹਨਾਂ ਦੀ ਮੂਨ ਲਾਈਟ ਸਿਨੇਮਾ ਹੁੰਦਾ ਸੀ, ਉਹਦੇ ਬਾਹਰ ਉਹਨਾਂ ਦੀ ਦੁਕਾਨ ਹੁੰਦੀ ਸੀ, ਉੱਥੇ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਇਮੇਜ ਕੱਢਿਆ। ਜਿਵੇਂ ਸ਼ਾਹ ਹੁਸੈਨ ਦਾ ਜਿਹੜਾ ਇੱਕ ਰਵਾਇਤ ਰਾਹੀਂ ਪਤਾ ਲੱਗਦਾ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ
ਦੱਖ ਜਾਂ ਬਾਣਾ ਇੰਜ ਦਾ ਨਹੀਂ ਸੀ ਜਿਹੋ ਜਿਹਾ ਵਿਖਾਇਆ ਗਿਆ ਉਹਨਾਂ ਦੀ ਸ਼ਾਹ ਹੁਸੈਨ ਦੀ ਤਸਵੀਰ। ਇਸੇ ਤਰ੍ਹਾਂ ਬਾਬਾ ਫਰੀਦ ਦੇ ਹਵਾਲੇ ਨਾਲ ਵੀ, ਨਾਨਕ ਦੇ ਹਵਾਲੇ ਦੇ ਨਾਲ ਵੀ ਕਾਫੀ ਇਖਤਲਾਫਾਤ ਨੇ ਉਹਨਾਂ ਦੀ ਤਸਵੀਰ ਦੇ ਹਵਾਲੇ ਨਾਲ। ਸੋ ਇਹ ਹੁਣ ਇਹੀ ਹੈ ਕਿ ਅਸੀਂ ਹੁਣ ਜੋ ਸਾਨੂੰ ਵਿਖਾ ਦਿੱਤਾ ਗਿਆ ਇਹਦੇ ਉੱਤੇ ਜਾਂ ਤਾਂ ਸਾਡੇ ਕੋਲ 2 ਜਾਂ 3 ਇਮੇਜਸ ਨੇ ਸਿਰਫ, ਉਹਦੀ ਹੀ ਕੰਪੈਰੀਟਿਵ ਸਟੱਡੀ ਹੈ। ਬਾਕੀ ਕੋਈ ਪੇਂਟਰ ਉਹਨਾਂ ਨੂੰ ਉਹਨਾਂ ਦੀ ਸ਼ਾਇਰੀ ਰਾਹੀਂ ਕਿਵੇਂ ਕਨਸੀਵ ਕਰਦਾ ਹੈ ਔਰ ਉਹਨਾਂ ਦਾ ਜੋ ਵਿਜ਼ਨ ਹੈ, ਜੋ ਉਹਨਾਂ ਦੀਆਂ ਉਹ ਵੀ ਜ਼ਾਹਿਰ ਉਹਦਾ ਆਪਣਾ ਹੀ ਘੜਿਆ ਹੋਇਆ ਹੋਏਗਾ। ਸੋ ਖਾਜਾ ਗੁਲਾਮ ਫਰੀਦ ਔਰ ਮੀਆਂ ਮੁਹੰਮਦ ਬਖਸ਼ ਇਹ 2 ਸ਼ਾਇਰ ਨੇ ਜਿਨ੍ਹਾਂ ਦੇ ਵੇਲੇ 'ਚ ਕੈਮਰਾ ਆ ਗਿਆ ਸੀ, ਜਿਹੜੇ ਸਾਡੇ ਕਲਾਸਿਕੀ ਰਵਾਇਤ 'ਤੇ ਲੱਭਦੀ ਹੈ, ਜਿਨ੍ਹਾਂ ਦੀਆਂ ਤਸਵੀਰਾਂ ਕੈਮਰੇ ਵਾਲੀਆਂ ਮੌਜੂਦ ਨੇ। ਬਾਕੀ ਸਾਰੀਆਂ ਖਿਆਲੀ ਨੇ ਔਰ ਉਹ ਖਿਆਲੀ ਜਿਹੜੀ ਹੈ ਉਹ ਬੁੱਲੇ ਸ਼ਾਹ ਦੀ ਹਯਾਤੀ, ਉਹਨਾਂ ਦੀ ਪਰਸਨੈਲਿਟੀ ਦੇ ਨਾਲ, ਉਹਨਾਂ ਦੀ ਸਾਰੀ ਵਿਚਾਰਧਾਰਾ ਦੇ ਨਾਲ ਕਿੰਨੀਆਂ ਕੁ ਜੁੜਦੀਆਂ ਨੇ, ਉਹ ਮੇਰਾ ਖਿਆਲ ਨਹੀਂ ਜੁੜਦੀਆਂ। ਇੱਕ ਸਕੈਚ ਜਿਹੜਾ ਉਹ ਖਾਲਿਦ ਸਾਹਿਬ ਆਪਣਾ ਜਾਫਰ ਸਾਹਿਬ ਵਾਲਾ ਸੀ, ਜਿਹੜਾ ਪਹਿਲਾ ਕੈਲੰਡਰ ਛਾਪਿਆ ਸੀ 93 ਵਿੱਚ ਮੇਰਾ ਖਿਆਲ ਛਾਪਿਆ ਸੀ 34 'ਚ, ਅਤੇ ਉਹਦੇ ਵਿੱਚ ਉਹਨੂੰ ਫਿਰ ਇਮਰੋਜ਼ ਹੋਰਾਂ ਨੇ ਉਹਦਾ ਕੋਈ ਸਕੈਚ ਬਣਾਇਆ। ਉਹ ਜ਼ਿਆਦਾ ਸੌਫਟ ਸੀਗਾ, ਉਹ ਪਤਾ ਨਹੀਂ ਕਿਧਰੇ ਗਵਾਚ ਗਿਆ, ਉਹਨੂੰ ਜਾਰੀ ਕਰਨਾ ਚਾਹੀਦਾ ਸੀ। ਔਰ ਉਹਦੇ ਵਿੱਚ ਇੰਜ ਦੇ ਐਦ ਖੈਰ ਬੁੱਲੇ ਸ਼ਾਹ ਦੀ ਤਸਵੀਰ ਨਹੀਂ ਹੈ, ਇੱਕ ਅਸੀਂ ਉਂਝ ਇੱਕ ਰਬਾਬ ਨੂੰ ਲੈ ਕੇ ਕੋਈ ਇਮੇਜ ਫਕੀਰੀ ਵਾਲਾ ਬਣਾਇਆ, ਅਤੇ ਔਰ ਇਹਦੇ 'ਚ ਕੋਈ ਚਿਹਰੇ ਦਾ ਵੀ ਵਜ਼ਾਹਤ ਨਹੀਂ ਹੈ। ਗੋ ਜਿਹੜੀ ਤਸਵੀਰ खत्म हो चुकी है, ਇਹ ਜਿਹੜੀ कोई बंदा ਨਹੀਂ, ਉਹ ਇੱਕ ਤਸਵੀਰ ਹੋਰ ਹੈ, ਉਹ ਮੈਂ ਤੁਹਾਨੂੰ ਵਿਖਾ ਦਿੰਦਾ ਕਿ ਬੁੱਲੇ ਦੀ ਜਿਹੜੀ ਤਸਵੀਰ ਅਸੀਂ ਉਹਦੇ ਉੱਤੇ ਹੁਣ ਕਰ ਸਕਦੇ ਹਾਂ। ਇਹ ਉਹ ਤੁਸੀਂ ਇਹ ਜਿਹੜੀ ਗੁਫ਼ਤਗੂ ਕੀਤੀ ਹੈ ਇਹਦੇ ਵਿੱਚ ਆਰਟੀਕਲ ਦੇ ਵਿੱਚ ਜਿਸ ਨੋਈਅਤ ਦਾ ਇਹ ਹੈ ਵੇ, ਉਹਦੇ ਵਿੱਚ ਇਸ ਦੇ ਨੂੰ ਐਡ ਕਰਨਾ ਠੀਕ ਨਹੀਂ। ਇੱਕ ਅਲੱਗ ਮੌਜੂਦ ਦੇ ਤੌਰ 'ਤੇ ਠੀਕ ਹੈ ਗੱਲ ਤੁਹਾਡੀ, ਇਹਦੇ ਉੱਤੇ ਹੋਣੀ ਚਾਹੀਦੀ, ਕਿਸੇ ਵੇਲੇ ਨਿਤਰਨੀਆਂ ਚਾਹੀਦੀਆਂ ਨੇ, ਲੇਕਿਨ ਇਹ ਇੱਕ ਬੜਾ ਪੇਚੀਦਾ ਜਿਹਾ ਮਾਮਲਾ ਹੈ ਕਿਉਂਕਿ ਤੁਹਾਡੇ ਕੋਲ ਅਸਲੀ ਹਕੀਕੀ ਇਮੇਜ ਤਾਂ ਹੈ ਕੋਈ ਨਹੀਂ, ਅਤੇ ਨਾ ਹੀ ਉਸ ਵੇਲੇ ਬੁੱਲੇ ਸ਼ਾਹ ਅਤੇ ਸਰਕਾਰ ਦਰਬਾਰ ਨਾਲ ਅਤੇ ਚਿੱਤਰਕਾਰਾਂ ਤੋਂ ਦੂਰ ਹੀ ਸੀ ਨਾ, ਜਿਹੜੇ ਬਹਿ ਕੇ ਬਿਠਾ ਕੇ ਬਣਵਾਉਂਦੇ ਸਨ ਦਰਬਾਰਾਂ ਦੇ ਵਿੱਚ। ਅਤੇ ਇਸ ਲਈ ਉਹ ਤਾਂ ਇੱਟ ਖੜਕੇ ਅਤੇ ਦੁੱਕੜ ਵੱਜੇ ਵਾਲਾ ਬੰਦਾ ਸੀ, ਇਸ ਲਈ ਉਹਨੂੰ ਕੋਈ ਉਸ ਤਰ੍ਹਾਂ ਦਾ ਮੁਸੱਵਰ ਨਹੀਂ ਮਿਲਿਆ ਜਿਹੜਾ, ਜਾਂ ਉਸ ਤਰ੍ਹਾਂ ਦਾ ਕੋਈ ਦਰਗਾਹੀ ਖਾਨਕਾਈ ਜੀਵਨ ਵੀ ਬਾਬੇ ਦਾ ਨਹੀਂ ਸੀ ਕਿ ਕੋਈ ਲੜੀ ਬਣ ਜਾਂਦੀ ਅਤੇ ਉਹਦਾ ਤਸਵੀਰ ਜਿਹੜੀ ਹੈ ਕੋਈ ਚਿੱਤਰਕਾਰ ਬਹਿ ਕੇ ਬਣਾ ਲੈਂਦਾ। ਉਂਝ ਤਾਂ ਹਜ਼ਾਰ ਸਾਲ ਦੀਆਂ ਪੁਰਾਣੀਆਂ ਵੀ ਸਾਨੂੰ ਤਸਵੀਰਾਂ ਲੱਭ ਜਾਂਦੀਆਂ ਨੇ, 2-2 ਹਜ਼ਾਰ 5-5 ਹਜ਼ਾਰ ਸਾਲ ਪੁਰਾਣੇ ਕਿਰਦਾਰਾਂ ਦੀਆਂ ਵੀ ਲੱਭ ਜਾਂਦੀਆਂ ਨੇ, ਉਹ ਵੀ ਸਾਰੀਆਂ ਖਿਆਲੀ ਨੇ। ਸੋ ਇਸ ਹਵਾਲੇ ਨਾਲ ਅਸੀਂ ਇੱਥੇ ਗੱਲ ਮੁਕਾਉਂਦੇ ਹਾਂ। ਮੈਂ ਸਾਹਿਬ ਸਦਾਰਤ ਜਨਾਬ ਨਸੀਰ ਅਹਿਮਦ ਸਾਹਿਬ ਨੂੰ ਕਹਾਂਗਾ ਕਿ ਉਹ ਆਉਣ ਔਰ ਆਪਣੇ ਪ੍ਰਧਾਨਗੀ ਵਿਚਾਰ ਜਿਹੜੇ ਉਹ ਸਾਂਝੇ ਕਰਨ, ਔਰ ਉਸ ਤੋਂ ਬਾਅਦ ਅਸੀਂ ਸੰਗੀਤ ਸੁਣਾਂਗੇ। ਜਨਾਬ ਨਸੀਰ ਅਹਿਮਦ ਸਾਹਿਬ। ਬਹੁਤ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਕਿ ਤਸਵੀਰ ਦੀ ਗੱਲ ਹੋਈ, ਮੈਨੂੰ ਲੱਗਦਾ ਹੈ ਕਿ ਬੁੱਲੇ ਸ਼ਾਹ ਹੋਰਾਂ ਦਾ ਕਲਾਮ ਵੀ ਇਸੇ ਤਰ੍ਹਾਂ ਦੇ ਗੈਰ ਮਰਬੂਤ ਕਲਾਮ ਹੈ। ਇਹਦੇ ਹਿੱਸੇ ਕਰਨਾ, ਇਹਦੇ ਪੱਖ ਕਰਨਾ ਉਸ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਉਹਨੂੰ, ਮਤਲਬ ਕਿ ਕਿਹੜੇ ਟਾਈਮ 'ਚ ਕਿਹੜੀ ਕਾਫੀ ਕਦੋਂ ਕਿਸ ਤਰ੍ਹਾਂ ਉਹਨਾਂ ਨੇ ਲਿਖੀ ਸੀ, ਉਸ ਵਕਤ ਕੀ ਹਾਲਾਤ ਸਨ, ਇਹ ਹੁਣ ਉਸ ਤਰੀਕੇ ਨਾਲ ਇਹਨੂੰ ਹੁਣ ਤਾਂ ਜੋ ਮਤਨ ਜਿਸ ਤਰ੍ਹਾਂ ਹੈਗਾ ਉਹ ਉਸ ਤਰ੍ਹਾਂ ਹੀ ਜਿਹੜਾ ਨਾ ਉਹਦੀ ਵਜ਼ਾਹਤ ਕਿਸੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਖਾਨਿਆਂ 'ਚ ਤਕਸੀਮ ਕਰਕੇ ਸ਼ਾਇਦ ਅਸੀਂ ਉਹ ਬੁੱਲੇ ਸ਼ਾਹ ਦਰਿਆਫਤ ਨਹੀਂ ਕਰ ਸਕਦੇ ਜਿਹੜਾ ਬੁੱਲੇ ਸ਼ਾਹ ਅਸਲ 'ਚ ਸਾਡੀ ਲੋੜ ਹੈ। ਮੈਨੂੰ ਜ਼ਾਤੀ ਤੌਰ 'ਤੇ ਇੱਕ ਆਪਣੇ ਤਰੀਕੇ ਨਾਲ ਚੀਜ਼ਾਂ ਪੜ੍ਹਨ ਦੀ, ਉਹਨਾਂ ਨੂੰ ਕਨਸੀਵ ਕਰਨ ਦੀ ਆਦਤ ਹੈ। ਮੈਂ ਜੋ ਮੈਨੂੰ ਸਮਝ ਆਉਂਦੀ ਹੈ ਮੈਂ ਤੁਹਾਨੂੰ ਦੱਸ ਦੇਣਾ ਵਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਅਨੈਤ ਸ਼ਾਹ ਦਾ ਜ਼ਿਕਰ ਬੁੱਲੇ ਸ਼ਾਹ ਨੇ ਕੀਤਾ ਹੈ ਉਹ ਅਨੈਤ ਸ਼ਾਹ ਕਾਦਰੀ ਨਹੀਂ ਹੈ। ਫਨਾਫਿਸ਼ ਸ਼ੇਖ ਦੇ ਤਜਰਬੇ ਨੇ ਉਹਨੂੰ ਇਸ ਤਰੀਕੇ ਨਾਲ ਮਰਬੂਤ ਕੀਤਾ ਕਿ ਉਹਨੂੰ ਆਪਣੀ ਸ਼ਖਸੀਅਤ ਨਾਲ ਇੱਕ ਹੋਰ ਸ਼ਖਸੀਅਤ ਮਰਜ ਕਰਕੇ ਸ਼ਹਿਰੀ ਪੱਧਰ ਉੱਤੇ ਇੱਕ ਨਵੀਂ ਸ਼ਖਸੀਅਤ ਘੜਨ ਦਾ ਮੌਕਾ ਮਿਲ ਗਿਆ। ਉਹਨੇ ਇੱਕ ਐਸਾ ਅਨੈਤ ਸ਼ਾਹ ਦਾ ਤਸੱਵੁਰ ਪੇਸ਼ ਕੀਤਾ ਹੈ ਜਿਹਨੂੰ ਉਹ ਕਈ ਜਗ੍ਹਾ 'ਤੇ ਸਿੰਬਲ ਦੇ ਤੌਰ 'ਤੇ ਵਰਤ ਲੈਂਦਾ। ਉਹ ਮੈਨੂੰ ਨਹੀਂ ਲੱਗਦਾ ਉਹ ਅਨੈਤ ਸ਼ਾਹ ਹੈ। ਉਹ ਅਨੈਤ ਸ਼ਾਹ ਬਿਲਕੁਲ ਆਪਣੀ ਜਗ੍ਹਾ 'ਤੇ ਇੱਕ ਵੱਡਾ ਸੂਫੀ ਹੈ, ਉਹਦਾ ਸੀ। ਲੇਕਿਨ ਬੁੱਲੇ ਸ਼ਾਹ ਦਾ ਅਨੈਤ ਸ਼ਾਹ ਸਮਝਣ ਦੀ ਉਸ ਸ਼ਖਸੀਅਤ ਤੋਂ ਹਟ ਕੇ ਇੱਕ ਅਲੱਗ ਤੋਂ ਜ਼ਰੂਰ ਹੈ। ਉਹ ਸ਼ਖਸੀਅਤ ਨੂੰ ਬੁੱਲੇ ਸ਼ਾਹ ਦੇ ਅੰਦਰ ਤਲਾਸ਼ ਤੇ ਕੀਤਾ ਜਾ ਸਕਦਾ ਹੈ, ਬੁੱਲੇ ਸ਼ਾਹ ਦੇ ਕਲਾਮ 'ਚ, ਬੁੱਲੇ ਸ਼ਾਹ ਦੀ ਸ਼ਖਸੀਅਤ 'ਚ ਨਹੀਂ। ਸੋ ਉਹਨੇ ਉਸ ਅਲਾਮਤ ਤੋਂ, ਸ਼ੌਹ ਦੀ ਅਲਾਮਤ ਤੋਂ ਉਹਨੇ ਜਿਹੜਾ ਫਾਇਦਾ ਚੁੱਕਿਆ ਹੈ ਉਹਨੂੰ ਹੁਣ ਨਵੇਂ ਸਿਰੇ ਤੋਂ ਸਮਝਣ ਦੀ ਜ਼ਰੂਰਤ ਹੈ। ਮੈਨੂੰ ਬੁੱਲੇ ਸ਼ਾਹ ਦੇ ਕਲਾਮ 'ਚ ਕਈ ਜਗ੍ਹਾ 'ਤੇ ਇਸ ਤਰ੍ਹਾਂ ਲੱਗਾ ਕਿ ਉਹ ਬਹੁਤ ਖਫੀਫ ਜਿਹੀ, ਬਹੁਤ ਮਾਮੂਲੀ ਜਿਹੀ, ਬਹੁਤ ਚਾਬਕਦਸਤੀ ਨਾਲ ਇੱਕ ਕੀਵਰਡ ਦੇ ਜਾਂਦਾ, ਔਰ ਉਹ ਕੀਵਰਡ ਜਿਹੜਾ ਉਹ ਉਸ ਪੂਰੀ ਕਾਫੀ ਦੀ
ਜਾਨ ਜਾਂ ਸ਼ਾਇਦ ਮੈਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਗਿਆ ਉਹਨੂੰ ਬਾਰ-ਬਾਰ ਪੜ੍ਹ ਕੇ। ਮਸਲਨ ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਭਰਜਾਈਆਂ, ਹੈ ਨਾ, ਆਲੇ ਨਬੀ ਔਲਾਦੇ ਲਈ ਨੂੰ ਤੂੰ ਕੀ ਲੀਕਾਂ ਲਾਈਆਂ, ਮੰਨ ਲੈ ਬੁੱਲਿਆ ਗੱਲ ਸਾਡੀ ਛੱਡ ਦੇ ਪੱਲਾ ਰਾਈਆਂ। ਮੈਨੂੰ ਇੱਕ ਦਫਾ ਇੱਕ ਗੱਲ ਸੋਚਣ ਦਾ ਮੌਕਾ ਮਿਲਿਆ ਕਿ ਭੈਣਾਂ ਤੇ ਭਰਜਾਈਆਂ ਹੀ ਕਿਉਂ, ਮਤਲਬ ਇੱਕ ਬੰਦੇ ਨੂੰ ਬਹੁਤ ਸਾਰੇ ਲੋਕ ਸਮਝਾਉਂਦੇ ਨੇ, ਖੁਦ ਬੁੱਲੇ ਸ਼ਾਹ ਨੇ ਇਹ ਅਲਾਮਤ ਕਿਉਂ ਵਰਤੀ ਭੈਣਾਂ ਔਰ ਭਰਜਾਈਆਂ ਦੀ। ਤੁਸੀਂ ਸਾਡੇ ਸੈਟਅਪ ਦੇ ਵਿੱਚ ਇੱਕ ਭੈਣ ਔਰ ਭਰਜਾਈ ਦਾ ਕਿਰਦਾਰ ਵੇਖੋ, ਜਿਹੜਾ ਤਾਨਾ ਦਿੱਤਾ ਜਾ ਰਿਹਾ ਹੈ, ਤਾਨਾ ਤੇ ਨਸਲ ਦਾ ਦਿੱਤਾ ਜਾ ਰਿਹਾ ਨਾ, ਛੱਡ ਦੇ ਪੱਲਾ ਰਾਈਆਂ, ਹੈ ਆਲੇ ਨਬੀ ਔਲਾਦ ਅਲੀ ਨੂੰ ਤੂੰ ਕੀ ਲੀਕਾਂ ਲਾਈਆਂ। ਸੋ ਭੈਣ ਕੌਣ ਹੁੰਦੀ ਹੈ, ਜਿਹੜੀ ਤੁਹਾਡੀ ਨਸਲ ਨਹੀਂ ਵਧਾਉਂਦੀ, ਔਰ ਭਰਜਾਈ ਉਹ ਹੁੰਦੀ ਜਿਹੜੀ ਆਪ ਦੂਸਰੇ ਘਰੋਂ ਆਈ ਹੁੰਦੀ ਹੈ। ਯਾਨੀ ਲਾ ਤਾਲੁਕ ਲੋਕ, ਉਹ ਲੋਕ ਜਿਹੜੇ ਬੁੱਲੇ ਨੂੰ ਸਮਝਾ ਰਹੇ ਨੇ, ਉਹਨਾਂ ਦਾ ਕੋਈ ਤਾਲੁਕ ਖੁਦ ਉਸ ਚੀਜ਼ ਨਾਲ ਨਹੀਂ ਹੈਗਾ। ਅਗਰ ਅਸੀਂ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝੀਏ, ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ, ਮਤਲਬ ਕਤਲ ਦਾ ਤਸੱਵੁਰ ਹੈ, ਚਰਖੇ ਦਾ ਤਸੱਵੁਰ ਹੈ, ਬਿਲਕੁਲ ਸ਼ਾਹ ਹੁਸੈਨ ਕੋਲੋਂ ਮੁਖਤਲਿਫ ਤਸੱਵੁਰ ਹੈ। ਕਿਧਰੇ ਜਾ ਕੇ ਮੈਨੂੰ ਲੱਗਦਾ ਕਿ ਬੁੱਲਾ ਜਿਸ ਕਤਨ ਦਾ ਤਜ਼ਕਰਾ ਕਰਦਾ, ਉਹ ਬਿਲਕੁਲ ਇੱਕ ਕੌਮ ਦੀ ਤਾਮੀਰ ਦੀ ਗੱਲ ਹੈ, ਬਿਲਕੁਲ ਇੱਕ ਇਹੋ ਜਿਹੀ ਗੱਲ ਹੈ ਜਿਹੜੀ ਕਿ ਉਸ ਕਤਨ ਵਾਲਾ ਜਿਸ ਧਿਆਨ ਨਹੀਂ ਦਿੱਤਾ, ਔਰ ਅੱਜ ਅਸੀਂ ਇਕੋਨੋਮਿਕਲੀ ਜਿੱਥੇ ਖਲੋਤੇ ਹਾਂ ਤੁਸੀਂ ਦੇਖ ਲਓ। ਸੋ ਅੱਜ ਦਾ ਬੁੱਲੇ ਸ਼ਾਹ ਤੁਸੀਂ ਜਦੋਂ ਦਰਿਆਫਤ ਕਰਨ ਦੀ ਕੋਸ਼ਿਸ਼ ਕਰੋਗੇ, ਔਰ ਬੁੱਲੇ ਸ਼ਾਹ ਨੂੰ ਇੱਕ ਨਵੇਂ ਸਿਰੇ ਤੋਂ ਤੁਸੀਂ ਉਸ ਤਰੀਕੇ ਨਾਲ ਡਿਸਕਵਰ ਕਰਨ ਦੀ ਕੋਸ਼ਿਸ਼ ਕਰੋਗੇ, ਤੇ ਕਲਾਸੀਕਲ ਸ਼ਾਇਰੀ ਦੀ ਜਾਂ ਕਿਸੇ ਕਲਾਸੀਕਲ ਸੂਝਵਾਨ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੁੰਦੀ ਹੈ ਕਿ ਉਹ ਹਰ ਦੌਰ ਦੇ ਵਿੱਚ ਤੁਹਾਡੇ ਮਸਾਇਲ ਦਾ ਇੱਕ ਖਾਸ ਤਰੀਕੇ ਨਾਲ ਹੱਲ ਪੇਸ਼ ਕਰ ਸਕਦਾ ਹੈ। ਔਰ ਬੁੱਲੇ ਸ਼ਾਹ ਉਹਨਾਂ ਸਾਰੇ ਸ਼ਾਇਰਾਂ ਤੋਂ ਜਿਹੜੇ ਪਿੱਛੇ ਤੁਸੀਂ ਕਲਾਸੀਕਲ ਦੀ ਪੂਰੀ ਰਵਾਇਤ ਹੈ, ਔਰ ਜੋ ਸ਼ਾਇਦ ਬੁੱਲੇ ਸ਼ਾਹ ਦੇ ਪੱਖ 'ਤੇ ਕੋਈ ਹੋਰ ਬੰਦਾ ਉਸ ਸਟੇਟਸ 'ਤੇ ਉਸ ਤਰ੍ਹਾਂ ਮੌਜੂਦ ਨਹੀਂ ਹੈ। ਇਹ ਸਿਰਫ ਤੁਹਾਨੂੰ ਬੁੱਲੇ ਸ਼ਾਹ ਦੇ ਕਲਾਮ ਦੇ ਵਿੱਚ ਹੀ ਲੱਗੇਗਾ ਕਿ ਤੁਹਾਨੂੰ ਲੱਗੇਗਾ ਉਹ ਅਸਲੀ ਸ਼ਊਰ ਦਾ ਜਿਸ ਤਰੀਕੇ ਦੇ ਨਾਲ ਉਹ ਬਾਦਸ਼ਾਹ ਸੀ, ਉਸ ਤਰ੍ਹਾਂ ਸ਼ਾਇਦ ਹੋਰ ਲੋਕ ਨਹੀਂ ਸਨ। ਵਰਨਾ ਇੱਕ ਕਬਰਸਤਾਨ 'ਚ ਬੈਠੇ ਹੋਏ ਇੱਕ ਆਮ ਜਿਹੇ ਬੰਦੇ ਨੂੰ, ਇੱਕ ਆਮ ਜਿਹੇ ਸ਼ਾਇਰ ਨੂੰ ਕਿਸ ਤਰ੍ਹਾਂ, ਦੇਖੋ ਰਿਆਸਤ ਦਾ ਕਦੀ ਮਜ਼ਹਬ ਮਸਲਾ ਹੁੰਦਾ ਹੀ ਨਹੀਂ, ਉਹਦਾ ਮਸਲਾ ਤੇ ਉਹ ਹੁੰਦਾ ਹੈ ਜਦੋਂ ਉਹਦੀ ਗੱਲ ਦੇ ਵਿੱਚ ਕੋਈ ਫੰਦਾ ਬਣਦਾ, ਜਦੋਂ ਉਹਨੂੰ ਕਿਸੇ ਆਪਣੀ ਜਗ੍ਹਾ 'ਤੇ ਕੋਈ ਮਹਿਸੂਸ ਹੁੰਦਾ ਹੈ ਕਿ ਹੁਣ ਸਾਡੇ ਵਾਸਤੇ ਕੋਈ ਵੱਡੀ ਬਗਾਵਤ ਜਨਮ ਲੈ ਸਕਦੀ ਹੈ। ਸੋ ਰਿਆਸਤ ਦਾ ਮਸਲਾ ਇਹੋ ਹੀ ਸੀ। ਇਹੀ ਵਜ੍ਹਾ ਹੈ ਕਿ ਕਹਿੰਦੇ ਨੇ ਕਿ ਬੁੱਲੇ ਸ਼ਾਹ ਦਾ ਜਨਾਜ਼ਾ ਜ਼ਿਕਰ ਪੜ੍ਹਨ 'ਤੇ ਪਾਬੰਦੀ ਸੀ। ਇੱਕ ਐਸਾ ਬੰਦਾ ਜਿਹੜਾ ਇੱਕ ਜੰਗਲ 'ਚ ਬੈਠਾ ਹੋਇਆ ਹੈ ਔਰ ਉਹ ਸਿਰਫ ਤਸੱਵੁਫ ਦੇ ਔਰ ਇਹੋ ਜਿਹੇ ਮਸਾਇਲ ਕਰਦਾ, ਉਹਨੂੰ ਸਿਰਫ ਇੱਕ ਮਜ਼ਹਬ ਦਾ ਢੰਗ ਦੇ ਕੇ ਔਰ ਉਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਕਿ ਉਸ ਵਕਤ ਰਿਆਸਤ ਦੇ ਖਿਲਾਫ ਆਵਾਜ਼ ਸੀ। ਬੁੱਲੇ ਸ਼ਾਹ ਨੂੰ ਉਸ ਪੱਖ ਨਾਲ ਦੇਖਣ ਦੀ ਜ਼ਰੂਰਤ ਹੈ, ਸ਼ਾਇਦ ਸਾਡੇ ਮਸਲਿਆਂ ਦਾ ਹੱਲ ਨਿਕਲ ਆਵੇ। ਬਹੁਤ ਸ਼ੁਕਰੀਆ। ਵੈਸੇ ਤਾਂ ਬਹੁਤ ਮਜ਼ੇਦਾਰ ਗੱਲਾਂ ਨੇ, ਔਰ ਕੁਝ ਗੱਲਾਂ ਜਿਹੜੀਆਂ ਨਸੀਰ ਅਹਿਮਦ ਸਾਹਿਬ ਨੇ ਕੀਤੀਆਂ ਨੇ, ਇਹਨਾਂ ਦੇ ਉੱਤੇ ਵੀ ਗੱਲ ਅਗਲੇ ਕਿਸੇ ਪ੍ਰੋਗਰਾਮ 'ਚ ਜੇ ਕਿਸ ਤਰ੍ਹਾਂ ਬੁੱਲੇ ਸ਼ਾਹ ਦੇ ਹਵਾਲੇ ਨਾਲ ਕਦੀ ਜੁੜ ਬੈਠੇ ਤੇ ਉਹ ਚੀਜ਼ਾਂ ਇਹਨਾਂ ਨੂੰ ਜ਼ਰੂਰ ਸਾਂਝੀਆਂ ਕਰਾਂਗੇ। ਹੁਣ ਉਹ ਲੇਕਿਨ ਇਹ ਵੀ ਕਿ ਮੈਨੂੰ ਬਹੁਤ ਵਧੀਆ ਲੱਗਾ ਕਿ ਇੱਕ ਬੇਸਿਕ ਜਾਣਕਾਰੀ ਜਿਹੜੀ ਹੈ ਉਹ ਰਿਆਜ਼ ਦਾਨਿਸ਼ਵਰ ਉਹਨਾਂ ਦੇ ਆਰਟੀਕਲ ਰਾਹੀਂ ਸਾਡੇ ਤੱਕ ਪਹੁੰਚੀ ਬੁੱਲੇ ਸ਼ਾਹ ਦੇ ਜੀਵਨ ਬਾਰੇ, ਫਿਰ ਬੁੱਲੇ ਸ਼ਾਹ ਦੀ ਫਿਕਰ ਬਾਰੇ, ਔਰ ਪੂਰੀ ਪਿੱਛੋਂ ਤਵਾਰੀਖੀ ਜਿਹੜਾ ਕਿਰਦਾਰ ਨੇ ਉਹਨਾਂ ਦੀ ਜਿਹੜੀ ਜੁੜਤ ਹੈ, ਫਿਰ ਬੁੱਲੇ ਸ਼ਾਹ ਦਾ ਪੂਰਾ ਫਿਲਾਸਫੀ ਜਿਹੜੀ ਹੈ ਉਹ ਵੀ ਜਿਹੜੀ ਉਹ ਸਾਹਮਣੇ ਆਈ ਏਤਮ ਤਨਵੀਰ ਦੇ ਆਰਟੀਕਲ ਰਾਹੀਂ ਔਰ ਸਾਡੇ ਸਦਾਰਤੀ ਗੁਫ਼ਤਗੂ। ਸੋ ਮੈਂ ਸਮਝਦਾ ਕਿ ਬੜਾ ਧਿਆਨ ਨਾਲ ਤੁਸੀਂ ਸਭ ਨੇ ਸੁਣਿਆ। ਮੁਗਲ ਸ਼ਾਹੀ ਜਦੋਂ ਟੁੱਟਣ 'ਤੇ ਆਈ ਤੇ ਉਹਨਾਂ ਨੇ ਟੈਕਸਾਂ ਦੀ ਜਿਹੜੀ ਭਰਮਾਰ ਕਰ ਦਿੱਤੀ ਸੀ, ਮਿਸਾਲਾਂ ਫਤਾਵਾ ਆਲਮਗੀਰੀ ਦੇ ਵਿੱਚੋਂ ਹੀ ਦੇ ਦੇਣਾ, ਹੱਥ ਹਿਲਾਈ ਟੈਕਸ, ਹਾਸਾ ਆਉਂਦਾ ਬੰਦੇ ਨੂੰ। ਮਹਿਫਲ ਵਿੱਚ ਬੈਠੇ ਕਿੰਨੀ ਦਫਾ ਹੱਥ ਹਿਲਾਇਆ ਟੈਕਸ ਦੇ, ਧੂੜ ਉਡਾਈ ਟੈਕਸ, ਰਾਹ 'ਚ ਲੰਘਦੇ ਆ ਕਿੰਨੀ ਧੂੜ ਉਡਾਈ ਇਹਦਾ ਟੈਕਸ ਦੇ। ਇਸ ਤਰ੍ਹਾਂ ਦਾ ਮਜ਼ਾਕ ਵੀ ਹੋਇਆ। ਇਸ ਲੈਵਲ ਦੇ ਟੈਕਸਿਸ ਜਦੋਂ ਲੱਗ ਜਾਂਦੇ ਨੇ ਤੇ ਖਲਕਤ ਫਿਰ ਮਰਨ ਮਾਰਨ 'ਤੇ ਆ ਜਾਂਦੀ ਹੈ। ਜਿਕਣ ਮੈਨੂੰ ਕਹਿਣ ਦਿਓ ਕਿ ਵਾਰਿਸ ਸ਼ਾਹ ਉਸ ਤੋਂ ਕੁਝ ਅਰਸਾ ਪਹਿਲੇ 1766 ਦੇ ਵਿੱਚ ਹੀਰ ਮੁਕੰਮਲ ਹੋ ਰਹੀ ਹੈ ਕਿ ਸਾਕ ਮਾੜਿਆਂ ਦੇਖੋ ਲੈਣ ਡਾਢੇ, ਅਣ ਪੁੱਜਦੇ ਉਹ ਨਾ ਬੋਲਦੇ ਨਹੀਂ ਚੱਲਦਾ ਵਸ ਲਾਚਾਰ ਹੋ ਕੇ, ਮੋਏ ਸੱਪ ਵਾਂਗੂ ਵਿਸ ਘੋਲਦੇ ਨਹੀਂ, ਕਦੀ ਆਖਦੇ ਮਾਰੀਏ ਆਪ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨਹੀਂ। ਠੀਕ ਹੈ ਜੀ। ਸੋ ਜਦੋਂ ਇਹ ਨੌਬਤ ਆ ਜਾਂਦੀ ਹੈ ਕਿ ਜਾਂ ਤਾਂ ਆਪ ਮਰ ਜਾਈਏ ਜਾਂ ਫਿਰ ਮਾਰ ਦਈਏ,
ਜਿਸ ਵਕਤ ਇੱਥੋਂ ਦਾ ਆਮ ਕਿਸਾਨ ਇਸ ਹਾਲਤ ਵਿੱਚ ਹੈ, ਉਸ ਵੇਲੇ ਮੈਂ ਪਿਛਲੇ ਉਸ ਦਿਨ ਜਿਹੜਾ ਸੀ ਪ੍ਰੋਗਰਾਮ ਉਹਦੇ 'ਚ ਵੀ ਇਹ ਗੱਲ ਕੀਤੀ ਸੀ, ਉਸ ਵੇਲੇ ਬਾਬਾ ਬੁੱਲੇ ਸ਼ਾਹ ਗੱਲ ਕਰ ਰਹੇ ਨੇ, ਔਰ ਠੀਕ ਤੁਸੀਂ ਗੱਲ ਕੀਤੀ ਹੈ, ਇਸ਼ਕ ਦੀ ਨਵੀਂ ਬਹਾਰ, ਔਰ ਉਹਦੇ ਵਿੱਚ ਉਹ ਆ ਜਾਂਦਾ ਹੈ, ਆਸ਼ਿਕ ਕਹਿੰਦੇ ਦੇ ਦੇ ਹੋਕਾ ਤਰਕ ਹਲਾਲੋਂ ਖਾ ਮੁਰਦਾਰ। ਫਿਰ ਇਹ ਕਿਹੜਾ ਇਸ਼ਕ ਹੈ? ਠੀਕ ਹੈ ਜੀ। ਜਾਂ ਅਸੀਂ ਉਹ ਪੜ੍ਹੀ ਸੀ ਇਲਮੋ ਬਸ ਕਰੀਓ ਯਾਰ, ਤੇ ਉਹਦੇ ਵਿੱਚ ਜਾਮੇ ਸਬਕ ਇਸ਼ਕ ਦਾ ਪੜ੍ਹਿਆ, ਇਹ ਵੀ ਬੁੱਲੇ ਦੀ ਕਾਫੀ ਹੈ। ਬਹਰਹਾਲ ਨਾਲ ਅਸੀਂ ਗੱਲਾਂ ਕਰਦੇ ਰਹਾਂਗੇ। ਮੈਂ ਪਹਿਲੀ ਕਾਫੀ ਜਿਹੜੀ ਇਹਦੇ ਵਿੱਚੋਂ ਗਾਣਾ ਚਾਹ ਰਿਹਾ ਉਹ ਹੈ ਜੀ ਬੁੱਲੇ ਦਾ ਇੱਕ ਕੁਐਸਚਨਰ ਹੈ, ਸਵਾਲ ਹੈ। हाँ, मैं अगे भी एक दफ़ा जिक्र कर चुके हैं, मैं दोबारा करना। असी साड़ी एक संगत है, दोस्तों की साथियों की अजीब जी संगत है। ना उसदा कोई सदर है, ना उसदा कोई जनरल सैकटरी है, ना उसदा कोई लीडर है। सारे लीडर ने, सारे वर्कर ने। असी साल विच 2 दफ़ा छुट्टियां होंदियां ने, ज़्यादातर स्कूलों पढ़ाने हैं, तो असी लाहौर छड़ के चले जाते हैं और फिर थाओं थाई पिंडां विच डेरियां ते जाके गाने, रल के गाने, थिएटर करने, सवाल जवाब होंदे ने। खास तौर दे उत्ते मेरी धी मेरे नाल बैठी है, साडियां शहर दियां कुड़ियां मुंडे, उन्हां नूं पता लगदा है कि चौलां दे दरख्त नहीं हुंदे, चौल पैलियां चुगदे ने। टिंडां दे खूह की हुंदे ने, पिंडां दी वोकैबलरी की है, किवें जिउंदे ने, मुड़का की हुंदा। मैं रिसेंटली तुहानूं दसना, पिछले साल से यकीन करोगे तुसीं, असीं थिएटर कर रहे हैं और साडे उत्ते भूंडां दी खक्खड़ सी जिहड़ी छिड़ गई। भूंड लीड़ियां दे अंदर वड़ गए, ना थिएटर रुकिया, ना डायलॉग दे विच कोई फर्क आया। दसना मैं चाह रहा सां कि असी ए काफ़ी चकवाल छोटे किसान जिहड़े तंग ने, उन्हां अरबियां तो जिहड़े उत्थे तितर दा ते तलोर दा शिकार करन आंदे ने, उन्हां दे नाल असी एक पूरी रात असी ए काफ़ी तकरीबन 2.25 घंटे गाई सी। 2.25 घंटे कवाली अंग दे विच गाई। मैं आशी भी सी नाल, नेहा भी सी, होर भी सन। ते कहना सिर्फ यह चाह रहा सा कि सानू ए काफियां समझ चाहिए सांझे गावण नाल। सांझा गावण ओ जिहदे नाल कोई नामा नहीं जुड़िया होया। यकीन करो, पिछली दफ़ा मैं इत्थे जदों गाया सा, मैं पूरा सच बोल रहा, मैं इत्थे गा रहा सा, तनवीर शायद तू सैं, एक साहब सन, उन्होंने 5000 रुपये सन मेरा ख्याल है, पता नहीं, उन्होंने लिया के ते वाजे ते धरते, मैंने बोल भुल गया। नहीं, जिमें रुख ते उगे बेरां दा कोई मुल नहीं लिखिया हुंदा, इन्हां काफियां दा और इन्हां सुरां दा भी कोई मुल नहीं, सच्ची मुची कोई मुल नहीं। यह भी गल सच्ची है कि उन्हां ही करसानां और मजदूरां दी करड़ी घाल मेहनत के नतीजे विच सानू वो वेला मिलिया कि असीं गाना सीख सकीए, ते असीं वापस ना करिए उन्हां नूं। यह गाना मुल पा दईए, इहदा मुल पा देंगे, कोक स्टूडियो दे विच जाके गा देंगे, यह काफ़ी बड़ी मशहूर भी हो जाएगी, पैसे भी चौखे लभ जाएंगे, पर यहदा डंग निकल जाएगा। सो ए डंग ही तो कढ़ना है। ठीक है जी। अज इत्थे बज़मी तो नहीं बैठा है, हाँ बज़मी हमेशा राग पुछदा हुंदा, सिंधी पैरवी है जी यह राग। कर मेरी आवाज़ चली जाएगी, तू ला ले।
ग म द प प द नि द नि स नि द प म ग रे ध प म ग रे नि स। ਇਹ ਉਹਨਾਂ ਹੀ ਸਰੋਧੀਆਂ ਨੇ ਦੱਸਿਆ। ਦੂਸਰੀ ਗਵਾਹੀ ਮੇਰੇ ਆਪਣੇ ਨਾਨੇ ਦੇ ਵਾਲਿਦ ਪੀਰਾ ਕਵਾਲ, ਪੀਰ ਬਖਸ਼ ਨਾਂ ਸੀ, ਉਹਨਾਂ ਦੀ ਗਵਾਹੀ ਹੈ ਕਿ ਕਾਫੀ ਇੱਕ ਵਾਸੀ ਨਹੀਂ ਹੁੰਦੀ। ਕਾਫੀ ਗਾਵਣ ਦੇ ਵਿੱਚ ਕੋਈ ਸੁਣਿਆਰ ਨਹੀਂ ਹੁੰਦਾ, ਸਾਰੇ ਗਾਇਕ ਹੁੰਦੇ ਨੇ। ਸਾਹਮਣੇ ਉਹ ਬੈਠ ਕੇ ਸੁਣਨਾ ਨਹੀਂ, ਜਿੰਨਾ ਯਾਦ ਹੋ ਜਾਏ ਉਹਨਾਂ ਨਾਲ ਗਾਓ। गाओगे है काफ़ी ਤੁਹਾਡੀ हो जाएगी। और तीसरी हातम ਜਿਹੜੀ तस्वीर की गल की सी किसी साहब ने, बुल्ले शाह हुण एक आइडियालॉजी है जी, तो आइडियालॉजी की तस्वीर बहुत सबजैक्टिव होंगी है। तो इंज फोटोआं असी किहड़ा सजदा करना बुल्ले नूं, साडे अपने अंदर वसदा। मैं उन्होंने कहा नहीं, मैं क्या हुण तू आप बुल्ला है हाँ, अपने आप ਨੂੰ कर लेने सजदा। आओ चलो लग गई हो ਜੋ ਕੋਈ ਸਾਡੇ ਅੰਦਰ ਵਸਦਾ ਆਜ਼ਾਦ ਹੈ ਸਾਡੇ ਸਿਰ। ਤੁਸੀਂ ਇੰਜ ਕਰੋ, ਇੱਥੇ ਰੁਬਾਬ ਨੂੰ ਵੇਖੋ। ਦੂਸਰੀ ਹਾਤਮ ਜਰਾ ਆਪਣੇ ਆਪ ਨੂੰ ਕਲੀਅਰ ਕਰ ਲਓ। ਕਸੂਰ ਘਰਾਣੇ ਵਾਲੇ ਦੱਸਦੇ ਨੇ ਕਿ ਮਾਈ ਦਾਰੀ ਜਿਹੜੀ ਜੰਗੀ ਦੇ ਵਿੱਚ ਰਹਿੰਦੀ ਸੀ, ਜਿਹਦੇ ਬਾਰੇ 'ਚ ਇਸ ਇਸ਼ਕ ਦੀ ਜੰਗੀ ਵਿੱਚ ਮੋਰ ਬੁਲਿੰਦਾ, ਸਾਨੂੰ ਕਿਬਲਾ ਤੇ ਕਾਬਾ ਸੋਹਣਾ ਯਾਰ ਦਿਸੀਂਦਾ। ਉਸ ਜੰਗੀ ਦੇ ਵਿੱਚ ਮਾਈ ਦਾਰੀ ਰਹਿੰਦੀ ਸੀ, ਜਿਹਦੇ ਕੋਲੋਂ ਬਾਬਾ ਜੀ ਨੇ ਸੰਗੀਤ ਸਿੱਖਿਆ ਲਿੱਤੀ। ਉੱਥੇ ਹੀ ਕਸੂਰ ਘਰਾਣੇ ਦੇ ਜਿਹੜੇ ਵਡਕੇ ਸਨ, ਉਹਨਾਂ ਦਾ ਨਾਮ ਵੀ ਕਾਲੇ ਖਾਂ ਹੀ ਸੀ। ਉੱਥੇ ਹੀ ਮਿਲੇ ਔਰ ਉਹਨਾਂ ਨੇ ਬਾਬਾ ਜੀ ਦੀਆਂ ਕਵਾਲੀਆਂ ਗਵੀਆਂ। ਠੀਕ ਹੈ ਜੀ। ਔਰ ਤੀਸਰੀ ਗੱਲ ਹੈ ਕਿ ਇਹ ਜਿਹੜਾ ਨਾਚ ਹੈ, तेरे इश्क नचाइयाँ करके थैया थैया, एक होर काफ़ी है, मैं ते नेहा मिल के गावांगे। ਉਹਦੇ 'ਚ है बुल्ला शोह ने नाच नचाए धुम पई कर कुट्टी। कर है जी टैक्स और कुट्टी है ਉਹਦੇ ਤੋਂ इनकार। बुल्ले शाह ਦਾ नाच टैक्स तो इनकार ਦਾ नाच है। खुदा ਦਾ ਨਾਂ यार, ਕਿਹੜੇ ਸ਼ਾਹ ਇਨਾਇਤ ਨੂੰ ਨੱਚ ਕੇ ਸ਼ਾਹ ਇਨਾਇਤ ਨੇ ਬੰਦਿਆਂ ਦਾ ਨਾਚ ਵੇਖ ਕੇ ਮੰਨਣਾ ਸੀ? खुदा ਦਾ शाहनाद ने असं की बनाता की करदा नी की करदा की करदा नी की कर गाओ यार। की करदा नी की करदा की करदा नी की करदा करदा। कोई पूछो हाँ दिल भर की करदा, कोई पूछो हाँ दिल भर की करदा नी की करदा की करदा नी की करदा। कोई पूछो हाँ दिल भर की करदा, कोई पूछो हाँ दिल भर की करदा नी की करदा नी की करदा। ਇਹ ਸਵਾਲ ਨੇ ਔਰ ਇਹਨਾਂ ਦੇ ਜਵਾਬ ਤੁਸੀਂ ਆਪ ਆਪਣੇ ਆਪ ਨੂੰ ਦੇਣੇ ਨੇ। ਇੱਕ ਸੇ ਘਰ ਵਿੱਚ ਵਸਦਿਆਂ ਰਸਦਿਆਂ, ਇੱਕ ਸੇ ਘਰ ਵਿੱਚ ਵਸਦਿਆਂ ਰਸਦਿਆਂ, ਇੱਕ ਸੇ ਘਰ ਵਿੱਚ ਵਸਦਿਆਂ ਰਸਦਿਆਂ ਨਹੀਂ ਹੁੰਦਾ ਵਿੱਚ ਪੜਦਾ ਨਹੀਂ ਹੁੰਦਾ ਵਿੱਚ ਪੜਦਾ। कोई पूछो हाँ दिल भर की करदा, कोई पूछो
हाँ दिल भर की करदा नी की करदा नी की करदा। वाह। बीच मसीत नमाज गुजारे, बीच मसीत नमाज गुजारे, नमाज गुजारे, नमाज गुजारे। बीच मसीत नमाज गुजारे, बीच मसीत नमाज गुजारे, बुतखाने जा वड़दा, बुतखाने जा वड़दा, कोई पूछो हाँ दिल भर की करदा, कोई पूछो हाँ दिल भर की करदा नी की। छोड़ दो छोड़ दो। जित वल वेखा उत वल ओ, जित वल वेखा उत वल ओ, हर दी संगत करदा, हर दी संगत करदा, कोई पूछो हाँ दिल भर की करदा, कोई पूछो हाँ दिल भर की करदा नी की करदा नी की करदा। बहुत इंपॉर्टेंट सवाल जी। मूसा ते फिरौन बना के, मूसा ते फिरौन बना के, मूसा ते फिरौन बना के, फिरौन बना के, मूसा ते फिरौन बना के, दो के क्यों लड़दा, दो के क्यों लड़दा, कोई पूछो हाँ दिल भर की करदा, कोई हाँ दिल भर की करदा नी की करदा की। ਅਸੀਂ ਕੀ ਕੰਤਰਾ ਛੱਡ ਰਹੇ ਹਾਂ ਤਾਂ ਕਿ ਜ਼ਿਆਦਾ ਕਾਫੀਆਂ ਗਾ ਸਕੀਏ। ਵਾਹ। ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ, ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ, ਕਹਿ ਸਕਦਾ ਨਾ ਜਰਦਾ, ਕਹਿ ਸਕਦਾ ਨਾ ਜਰਦਾ, ਕੋਈ ਪੁੱਛੋ ਹਾਂ ਦਿਲ ਭਰ ਕੀ ਕਰਦਾ, ਕੋਈ ਪੁੱਛੋ ਹਾਂ ਦਿਲ ਭਰ ਕੀ ਕਰਦਾ ਨੀ ਕੀ ਕਰਦਾ। बस
शौदा इश्क बघेला बुल्ला शौदा इश्क बघेला बुल्ला शौदा इश्क बघेला रत पी गोशत चरदा रत पी गोशत चरदा कोई पुछो हाँ दिल भर की करदा कोई पुछो हाँ दिल भर की करदा नी की करदा नी की करदा नी की करदा। ਇਹ ਸਵਾਲ ਨੇ ਤੂੰ ਜਾਣੇ ਨੇਹਾ ਨੇ ਆਪਣੀ ਹਾਜ਼ਰੀ ਤੇ ਦੇ ਹੀ ਦਿੱਤੀ ਜਿਹੜੀ ਜਿਸ ਕਾਫੀ ਦੇ ਉੱਤੇ ਇੱਥੇ ਤੇ ਅਸੀਂ ਕਰ ਸਕਨੇ ਹਾਂ ਨਾ ਇਹ ਹਰਕਤ ਜਿਸ ਕਾਫੀ ਦੇ ਉੱਤੇ ਮੇਰੇ ਹਿਸਾਬ ਦੇ ਨਾਲ ਸਿੱਧਾ ਕੁਫਰ ਦਾ ਫਤਵਾ ਲੱਗਦਾ ਹੈ ਬਲਕਿ ਕਹੋ ਕਿ ਉਹਦੀ ਕਬਰ ਨੂੰ ਹੀ ਫੈਲਾ ਦਿਓ ਉਹ ਹੈ ਜੀ ਇੱਕ ਟੂਣਾ ਚੰਬਾ ਗਾਵਾਂਗੀ ਨੀ ਪਿਆਰਾ ਯਾਰ ਮਨਾਵਾਂਗੇ ਹੁਣ ਹਿਤਮ कम अज़ कम मैं नहीं मानता कि यह प्यारा यार शाह इनायत है मैं मानना कि यह प्यारा यार और सारी खलकत है जड़ी तख्त नूं मुड्डों पुट्टन तुर पई है तख्त ही ना होवे ऐ नहीं होएगा तो कोई और जालिम कोई त्रोई कोई बैठा होएगा मैं सख्त लफ्ज़ नहीं वरतना चाह रहा सा दूसरा टूणा जी मर्द जादू करता है टूणा औरतां करदियां टूणा चंबा गावांगी नी प्यारा यार मनावांगी हुण ਇਹਦੇ ਵਿੱਚ मैं पिछली दफ़ा ਜਦੋਂ मैं एक अंतरा बोलिया सी वो ਅਸੀਂ किताब ਦੇ ਵਿੱਚ शामिल करना है वो रह गया पता नहीं क्यों रह गया उसी लाए सवां मैं शो गल अपने तद मैं नार कहावांगी बहुत इंपॉर्टेंट और दूसरा जरा अंतर है कि ना मैं ब्याही ना मैं कुंवारी बेटा गोद खिडावांगी असी ज़्यादा गल्लां नहीं करते गाने हैं मेरे हिसाब नाल काफ़ी जड़ी है वो है एग्जैक्टली जड़ा वारिस शाह दा मज़मून है कि मौजूद मल विहार दे विच मल विहार जिहदे च मालकी है ਉਹਦੇ 'ਚ इश्क हो तो सकता है पुग नहीं सकता नहीं पुग सकता सो इश्क वास्ते इश्क विहार की लोड़ है जिन्हों बुला प्रेम नगर कहता प्रेम नगर सो प्रेम नगर बनावन की गल कर रहा बुला दे विच और वो बनावन दे वास्ते वो तमाम कार्य कर रहा है जिहड़े रब ने कीते सन इश्क अंगीठी हरमल तारे सूरज जगन चलावांगी ये हुण किवें अपने आप ही आप सोच लो कट लीए जी ये काफ़ी और सब तो इंपॉर्टेंट ला मकान दी पीढ़ी बह के बुला नाद वजावांगी रब ने भी यही कीता सी तां वो नवी दुनिया बना देंगी जिथे रांझे और हीर दे मेले हो सकते हैं ਇਹਦੇ ਨਾਲ मैं दसदा जावां जी असी 1 सितंबर नूं कसूर पूरी रात पूरी संगत असी 2 नाटक कर रहे हैं एक निज़ाम लोहार चुके उत्थों का ही है कसूर निज़ाम लोहार के उत्ते नाटक कर रहे हैं एक और नाटक कर रहे हैं बौकर ते झाड़ू दोवां दा फर्क की और काफ़ियाँ गा रहे हैं लेकिन उस तो ज़्यादा इंपॉर्टेंट गल है कि उस तो एक दिन पहले यानी हफ्ते नूं 31 अगस्त नूं असी जिहड़े चमड़े दीयां टंडरीज़ दे विच बच्चे काम करते हैं
ਔਰ ਵਰਕਸ਼ਾਪਾਂ 'ਤੇ ਕੰਮ ਕਰਦੇ ਨੇ ਨਿੱਕੇ ਬਾਲ, ਉਹਨਾਂ ਨੂੰ ਇਕੱਠਾ ਕਰਕੇ ਬੁੱਲੇ ਸ਼ਾਹ ਦੇ ਮਜ਼ਾਰ ਦੀ ਪੂਰੀ ਦੀਵਾਰ ਜਿਹੜੀ ਹੈ ਉਹਦੇ ਉੱਤੇ ਬੁੱਲੇ ਦੀਆਂ ਕਾਫੀਆਂ ਲਿਖ ਰਹੇ ਹਾਂ, ਕੈਲੀਗ੍ਰਾਫੀ ਕਰ ਰਹੇ ਹਾਂ, ਰੰਗ ਲੈ ਕੇ ਜਾ ਰਹੇ ਹਾਂ, ਬ੍ਰਸ਼ ਲੈ ਕੇ ਜਾ ਰਹੇ ਹਾਂ, ਬੱਚਿਆਂ ਨੂੰ ਸਿਖਾਵਾਂਗੇ। ਮੈਂ ਕੋਈ 30 ਦੇ ਕਰੀਬ ਕੁੜੀਆਂ ਮੁੰਡੇ ਨੇ ਜਿਨ੍ਹਾਂ ਨੂੰ ਇੱਕ ਕਾਫੀ ਯਾਦ ਕਰਾ ਰਿਹਾ। ਉਹ ਕਾਫੀ ਹੈ ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ, ਠੀਕ ਹੈ ਜੀ, ਬੁੱਲੇ ਦੀ ਕਾਫੀ। ਔਰ ਐਸੇ ਕਾਫੀ ਦੇ ਉੱਤੇ ਬੱਚਿਆਂ ਨੇ ਨਾਟਕ ਵੀ ਕਰਨਾ। ਔਰ ਫਿਰ ਸਾਡੀ ਦੋਸਤ ਹੈ ਮੋਮਨਾ ਜਿਹੜੀ ਕਲਾਸੀਕਲ ਨਾਚ ਉਹਨੇ ਸਿੱਖਿਆ ਹੋਇਆ, ਉਹ ਇੱਕ ਕਾਫੀ ਦੇ ਉੱਤੇ ਬੱਚਿਆਂ ਨੂੰ ਨਾਚ, ਉਹ ਹੈ ਢੋਲਾ ਆਦਮੀ ਬਣਾਇਆ, ਉਹਦੇ 'ਤੇ ਅਸੀਂ ਡਾਂਸ ਡਿਜ਼ਾਈਨ ਕੀਤਾ। ਸੋ ਸ਼ਾਇਦ ਜਿਵੇਂ ਮੇਰੇ ਅੰਦਰ ਕੋਈ ਗੱਲ ਉਤਰ ਗਈ ਕਿਤੋਂ ਸੁਣ ਕੇ, ਛੋਟੇ ਗੁਲਾਮ ਅਲੀ ਖਾਨ ਸਾਹਿਬ ਦੀ ਕਾਫੀ ਸੁਣ ਕੇ, ਮੈਂ ਕਹਿ ਦੇਣਾ, ਮੈਂ ਇੱਕ ਤਕੀਏ ਦੇ ਵਿੱਚ ਉਹਨਾਂ ਦੀ ਕਾਫੀ ਸੁਣੀ ਸੀ ਔਰ ਮੈਂ ਕਿਹਾ ਮੈਂ ਤੇ ਇਹ ਬੁੱਲਾ ਪੜ੍ਹਨਾ, ਇਹ ਤੇ ਕੁਝ ਹੈ। ਕਾਫੀ ਹੋ ਸੀ ਗੁੰਗੇ ਟੋਲੇ ਨਾਲ ਲੁਕ ਸੱਜਣਾ, ਮੈਂ ਮੁਸ਼ਤਾਕ ਦੀ ਧਰਤੀ, क्या गाई सी उस बंदे। बहरहाल एक टूणा चंबा गावांगी, नी प्यारा यार मनावांगी। अधी कदा राग जौनपुरी है जी, दोपहर और सवेर दे विचकार। सारे मा पैदा सदा मा पगा रे एक टूणा चंबा गावांगी करवा प्यारा यार मनावांगे। टूणा चंबा गावांगी प्यारा यार मनावांगे। एक टूणा चंबा गावांगी, गाओ प्यारा यार मनावांगे। एक टूणा चंबा गावांगी प्यारा यार मनावांगे। एक टूणा चंबा गावांगी, गावांगी टूणा है और गा रही है। इस टूणे नू पढ़ फूकांगी, इस टूणे नू पढ़ फूकांगी। सूरज अगन जलावांगी, सूरज अगन जलावांगी। टूणा चंबा गावांगी प्यारा यार मनावांगी। टूणा चंबा गावांगी। अखियां काजल काले बादल, अखियां काजल काले बादल। भमा से आग लगावांगी, भमा से आग लगावांगी। एक टूणा चंबा गावांगी प्यारा यार
ਯਾਰ ਅਸਥਾਈ ਤੇ ਗਾਇਆ ਕਰੋ ਨਾ ਨਾਲ। ਸਤ ਸਮੁੰਦਰ ਦਿਲ ਦੇ ਅੰਦਰ, ਸਤ ਸਮੁੰਦਰ ਦਿਲ ਦੇ ਅੰਦਰ, दिल से लहर उठावांगी, दिल से लहर उठावांगी, अचंबा गावांगी नी, प्यारा यार मनावांगी, एक थोड़ा चंबा। बिजली हो कर चमक डरावा, बिजली हो कर चमक डरावा, बादल घिरे घर जावांगी, बादल घिरे घर जावांगी, एक टोना चंबा गावांगी नी, प्यारा यार मनावांगी, एक टोना चंबा गावांगी। मैं काफी पूरी गानी है। इश्क अंगीठी हर मल तारे, इश्क अंगीठी हर मल तारे, सूरज अगन चढ़ावांगी, सूरज अगन चढ़ावांगी, एक टूणा चंबा गावांगी नी, प्यारा यार मनावांगी, एक टूणा चंबा गावांगी नी। सारे तो सारे गाओ। ना मैं ब्याही ना मैं कंवारी, ना मैं ब्याही ना मैं कंवारी, ना मैं ब्याही ना मैं कंवारी, बेटा गोद खिडावांगी, बेटा गोद खिडावांगी, एक टोणा चंबा गावांगी नी, प्यारा यार मनावांगी, एक टोणा चंबा गावांगी। लामकां दी पीड़ी बेके, लामकां दी पीड़ी बेके, बुल्ला नाद वजावांगी, बुल्ला नाद वजावांगी, एक टूणा चंबा गावांगी नी, प्यारा यार मनावांगी, टूणा चंबा गावा गा। ਇਹ ਜੀ ਇੱਕ ਕਾਫੀ ਹੈ, ਭੈਣਾ ਮੈਂ ਕੱਤਦੀ ਹੁੱਟੀ। ਇਹ ਸਗਵੀਂ ਕਾਫੀ ਲਾਲ ਹੁਸੈਨ ਨੇ ਅਸਥਾਈ ਖਾਲੀ, ਲਾਲ ਹੁਸੈਨ ਸ਼ਾਹ ਹੁਸੈਨ ਦੀ ਵੀ ਹੈ। ਭੈਣਾ ਮੈਂ ਕੱਤਦੀ ਹੁੱਟੀ, ਹੁੱਟ ਜਾਣਾ ਹੁੰਦਾ ਹੈ, ਅੱਕ ਜਾਣਾ, ਥੱਕ ਜਾਣਾ, ਆਵਾਜ਼ਾਰ ਹੋ ਜਾਣਾ। ਕੱਤਣਾ ਲਾਹੌਰ, ਅੰਮ੍ਰਿਤਸਰ, ਕਸੂਰ ਤਕਰੀਬਨ ਇੱਕੋ ਹੀ ਸ਼ਾਹ ਰਹਾ
ਕਿ ਜਿਹੜਾ ਐਡਾ ਇਸ਼ਕ ਹੋ ਗਿਆ ਸੀ ਉਹਨੂੰ ਸ਼ਾਹ ਇਨਾਇਤ ਨਾਲ, ਇਹ ਕਿਸੇ ਹੋਰ ਦੇ ਬਾਰੇ 'ਚ ਗੱਲ ਹੋ ਰਹੀ ਹੈ ਜਿਹਨੇ ਆਪ ਸਰੂਪ ਵਟਾਇਆ। ਮੈਂ ਤੇ ਉਹਨੂੰ ਰਾਂਝੇ ਨੂੰ ਵੀ ਮੈਂ ਸਮਝਣਾ ਕਿ ਉਹ ਕੌਣ ਕੋਈ ਨੇ। ਰਾਂਝਾ ਕੌਣ ਕੋਈ ਹੋਇਆ ਹੈ, ਤਾਂ ਹੀਰ ਨੇ ਕਿਹਾ ਕਿ ਚੱਲ ਮੈਂ ਵੀ ਜੁਗਿਆਣੀ ਹੁੰਨੀ ਆ ਤੇ ਚੱਲਨੀ ਆ ਤੇਰੇ ਨਾਲ, ਵਰਨਾ ਹੀਰ ਉਹਦੇ ਨਾਲ ਗਈ ਨਹੀਂ। ਜਿਸ ਤਰ੍ਹਾਂ ਸਚਲ ਸਾਹਿਬ ਜਿਹੜੇ ਨੇ, ਉਹ ਉਹਨਾਂ ਦੀ ਸਿੰਧੀ ਦੀ ਇੱਕ ਕਾਫੀ ਹੈ ਜਿਹਦੇ 'ਚ ਉਹ ਬੁੱਲੇ ਨੂੰ ਆਪਣਾ ਮੁਰਸ਼ਦ ਕਹਿ ਰਹੇ ਨੇ, ਤੇ ਇਹ ਇੱਕ ਐਵੀਡੈਂਸ ਹੈ ਬੁੱਲੇ ਸ਼ਾਹ ਦੇ ਹੋਣ ਦਾ। ਲੇਕਿਨ ਫਿਰ ਵੀ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਨਾਂ ਅਬਦੁੱਲਾ ਸ਼ਾਹੀ ਸੀ। ਬੁੱਲੇ ਨੂੰ ਬੇਰਾਗੀ ਕੀਤਾ ਹੀ ਹਾਂ। ਉਹਨਾਂ ਦਾ ਸ਼ਾਇਦ ਹਾਂ। ਸੋ ਜਿਹੜੇ ਦਰਿਆਵਾਂ ਦੇ ਰਾਹੀਂ ਟ੍ਰੇਡ ਕਰਦੇ ਸਨ, ਕਵਾਲ ਵੀ ਉਹਨਾਂ ਦੇ ਰਾਹੀਂ ਜਾਂਦੇ ਸਨ, ਤੇ ਇਹ ਜੋੜਕਾਰੀ, ਇਹ ਸ਼ਾਇਰੀ ਵੀ ਉਹਨਾਂ ਦੇ ਨਾਲ ਟਰੈਵਲ ਕਰਦੀ ਸੀ। ਮੈਂ ਪਹਿਲੇ ਵੀ ਇਹਨਾਂ ਦਾ ਇੱਕ ਫੰਕਸ਼ਨ ਸੀ, ਮੈਂ ਉੱਥੇ ਇਹ ਗੱਲ ਕੀਤੀ ਸੀ ਕਿ ਉਮਰਕੋਟ ਵਰਗੀ ਥਾਂ ਦੇ ਉੱਤੇ ਦਵਾਈ ਲੈਣ ਗਿਆ ਮੈਂ, ਤੇ ਮੈਂ ਕਿਹਾ ਯਾਰ ਮੈਂ ਲਾਹੌਰੋਂ ਆਇਆ, ਮੇਰੇ ਕੋਲ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਨਹੀਂ ਗਈ, ਤੇ ਮੈਨੂੰ ਇਹ ਦਵਾਈ ਤੁਸੀਂ ਦੇ ਦਿਓ। ਇਨਹੇਲਰ ਲੈਣਾ ਸੀ ਮੈਂ, तो उन्हें मन पहला गल ही है कि उन्हें क्या वो बुल्ले शाह जाते हो? मैं क्या असी तो गाना है, अज सचल ने भी गाना है बुल्ले और सारे उत्थे मौजूद सन और सब नूं समझ आ रहा सी। पंजाबी का नाटक किया बिल्कुल कूड़ मारते हैं कि उन्होंने समझ नहीं आती। क्यों नहीं आती? हैदराबाद जो जाके किया उन्होंने कहा जी सानू पंजाबी पल्ले नहीं पैंदी। मैं ठीक है, तुहाडे कोल MA BA ਦੀਆਂ ਡਿਗਰੀਆਂ ਨੇ ਨਾ, ਤੁਹਾਨੂੰ ਸਮਝ ਨਹੀਂ ਆਉਣੀ। ਹਾਂ, ਉਹ ਤਾਂ ਮੈਂ ਤੁਹਾਨੂੰ ਸਮਝ ਨਹੀਂ ਆਉਣੀ। ਖੈਰ ਤੁਸੀਂ ਬੇਸਮਝ ਹੀ ਚੰਗੇ ਹੋ, ਇਲਮੋ ਬਸ ਕਰਿਓ ਯਾਰ। ਇਹ ਜੀ ਅਲਈਆ ਬਲਾਵਲ ਸਾਰੇ तुर्क मुसल्ला पढ़ते हो, कहूँ भगत हिंदू जप करते हो। कहूँ तुर्क मुसल्ला पढ़ते हो, कहूँ भगत हिंदू जप करते हो। कहूँ गढ़ कुंडे विच पढ़ते हो, हर घर घर लाड लडाया है, पाया है मैं पाया है ते आप स्वरूप बटाया है। कहूँ बैर पड़ा कहूँ बेली हो, कहूँ बैर
बेली हो किते आप गुरु किते चेली हो, किते आप गुरु किते चेली हो, किते मजनू हो किते लेली हो, सब अपना राह दिखलाया है, पाया है ते आप स्वरूप बताया है। कहूँ मस्जिद का बर तारा है, कहूँ बाधा ठाकर द्वारा है, कहूँ मस्जिद का बर तारा है, कहूँ बाधा ठाकर द्वारा है, कहूँ बैरागी लिट धारा है, कहूँ शेखन बाण बनाया है, पाया है मैं पाया है ते आप स्वरूप बताया है, पाया है। वार करना। कहूँ चोर बना कहूँ शाजी हो, कहूँ चोर बना कहूँ शाजी हो, कहूँ मिंबर ते बै काजी हो, कहूँ मिंबर ते बै काजी हो, कहूँ तेग बहादुर गाजी हो, आप अपना पंथ बनाया है, पाया है मैं पाया है ते आप स्वरूप बताया है। भुला मैं थी बेमोह ताज होया, इजाजत है बुला में थी बेमोह ताज होया, महाराज मिले मेरा काज होया, महाराज मिले मेरा काज होया, मुझे दर्श पिया में राज होया, लगा इश्क ताए गुण गाया है, पाया है मैं पाया है ते आप स्वरूप बताया है, पाया है मैं पाया है ते आप स्वरूप बताया है। ਇਹ ਮੈਂ ਹੈਤਮ ਤੁਹਾਨੂੰ ਦੱਸਿਆ ਸੀ ਨਾ ਡੇਰਾ ਕਿੱਚੀਆਂ 'ਚ ਇੱਕ ਸਾਹਿਬ ਨੇ ਜੀ ਉਹਨਾਂ ਦੇ ਕੋਲ ਹੱਥ ਲਿਖਤਾਂ ਔਰ ਉਹਨਾਂ ਦਾ ਇਹ ਦਾਵਾ ਕਿ ਇਹ ਸੱਚਲ ਔਰ ਬੁੱਲੇ ਦੀਆਂ ਹੱਥ ਲਿਖਤਾਂ ਨੇ। ਵੈਸੇ ਉਹ ਦਾਵਾ ਲੱਗਦਾ ਨਹੀਂ ਕਿ
ਬਹਰਹਾਲ ਚੂँकि ਲਿਖਾਈ ਬਹੁਤ ਹੀ ਸੋਹਣੀ ਬੁੱਲੇ ਦੀਆਂ ਹੱਥ ਲਿਖਤਾ ਉਹਨਾਂ 'ਚ ਇਹ ਕਾਫੀ ਮੌਜੂਦ ਹੈ। ਦੂਸਰਾ ਫਰਜਾਦ ਸਾਡਾ ਦੋਸਤ ਹੈ, ਤੁਸੀਂ ਜਾਣਦੇ ਹੋ ਫਰਜਾਦ ਨਬੀ। ਉਹ ਲੰਡਨ ਗਿਆ ਸੀ ਤੇ ਉੱਥੇ ਜਿਹੜੀ ਵੱਡੀ ਉਹਨਾਂ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਅੰਗਰੇਜ਼ ਇੱਥੋਂ ਸਾਰਾ ਪੱਟ ਕੇ ਲੈ ਗਿਆ ਸੀ ਨਾਲ। ਹਾਂਜੀ, ਉੱਥੇ ਜਿਹੜੀਆਂ ਬੁੱਲੇ ਦੀਆਂ ਕਾਫੀਆਂ ਨੇ ਉਹਨਾਂ 'ਚ ਵੀ ਇਹ ਕਾਫੀ ਮੌਜੂਦ ਹੈ। ਪਾਇਆ ਹੈ ਮੈਂ ਪਾਇਆ, ਹਾਂਜੀ। ਔਰ ਉਹ ਵੀ ਮੌਜੂਦ ਹੈ ਜੀ, ਬਹਿਣਾ ਮੈਂ ਕੱਤ ਦੀ ਹੁੱਟੀ। ਹਾਂਜੀ, ਤੁਹਾਡਾ ਇੰਟਰਵਿਊ ਹੋ ਗਿਆ। ਅੱਛਾ, ਅਸੀਂ ਹੁਣ ਤੱਕ ਕਿੰਨੀਆਂ ਕਾਫੀਆਂ ਗਾ ਲਈਆਂ? 3 ਗਾ ਲਈ ਸਿਰਫ। ਲੇਕਿਨ ਠੀਕ ਹੈ, ਗੱਲ ਵੀ ਨਾਲ ਗੱਲ ਦਾ ਸਵਾਦ ਆਉਣ ਡਿਆ ਬਾਕੀ ਹੁਣ ਮੈਂ ਕਹਿਣਾ ਚਾਹੁੰਦਾ, ਲੱਗਾ ਇਸ਼ਕ ਤਾਂ ਇਹ ਗੁਣ ਗਾਇਆ ਹੈ। ਇੱਥੇ ਉਹ ਕਹਿ ਸਕਦੇ ਸਨ ਕਿ ਸ਼ਾਹ ਇਨਾਇਤ ਨੇ ਇਹ ਗੁਣ ਮੇਰੇ ਅੰਦਰ ਪਾ ਦਿੱਤਾ। ਉਹ ਇਸ਼ਕ ਦੇ ਨਾਮੇ ਲਾ ਰਹੇ ਨੇ, ਜਿਹੜਾ ਜੰਮਣ ਲਾ ਤੋਂ ਸਾਡੇ ਅੰਦਰ ਮੌਜੂਦ ਹੈ, ਜਿਹਨੂੰ ਵਾਰਿਸ ਸ਼ਾਹ ਕਹਿ ਰਿਹਾ ਹੈ ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ। ਠੀਕ ਹੈ ਜੀ, ਜਿਹਨੂੰ ਸਚਲ ਕਹਿੰਦਾ ਹੈ ਹੀਰ ਇਸ਼ਕ ਦੀ ਜਾਈ, ਬਈ ਹਰਕਾਈ ਮਾਂ ਪਿਓ ਜਾਈ, ਹੀਰ ਇਸ਼ਕ ਦੀ ਜਾਈ। ਕਿੱਥ ਬਾਬਲ ਤੇ ਕਿੱਥ ਮਾਈ, ਸਈਓੜੀ ਮੈਂ ਤਾਂ ਰਾਂਝਣ ਦੇ ਲੜ ਲੱਗੀ। ਮੈਂ ਇੱਥੇ ਇੱਕ ਗੱਲ ਸੁਣਾ ਦਿਆਂ। ਮਤਲਬ ਸਾਨੂੰ ਮੌਕਾ ਮਿਲ ਗਿਆ ਖੈਰਪੁਰ ਦੇ ਵਿੱਚ ਪੀਪਲਸ ਪਾਰਟੀ ਦੇ ਕੋਈ ਬਹੁਤ ਤਗੜੇ ਲੀਡਰ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਸਾਨੂੰ ਖੈਰਪੁਰ ਯੂਨੀਵਰਸਿਟੀ ਦਾ ਜਿਹੜਾ ਰੈਸਟ ਹਾਊਸ ਸੀ ਉਹ ਦੇ ਦਿੱਤਾ। ਯਾਰ 5 ਸਟਾਰ ਹੋਟਲ ਨਾਲੋਂ ਬਿਹਤਰ ਸੀ। ਔਰ ਸਵਿਮਿੰਗ ਪੂਲ ਤੱਕ ਉਹਦੇ ਵਿੱਚ, ਔਰ ਕਿਆ ਕਮਰੇ। ਔਰ ਜੇ ਅਸੀਂ ਉਹਨਾਂ ਨੂੰ ਕਿਹਾ ਕਿ ਜਨਾਬ ਬੁਰਾ ਨਾ ਮਨਾਇਆ ਜੇ, ਇਹਦੇ ਨਾਲੋਂ ਚੰਗੀਆਂ ਥਾਵਾਂ ਅਸੀਂ ਤੱਕੀਆਂ ਹੋਈਆਂ ਨੇ, ਅਤੇ ਸਾਨੂੰ ਜੇ ਠਹਿਰਾਣਾ ਹੈ ਤੇ ਸਾਨੂੰ ਦਰਾਜ਼ੇ ਸ਼ਰੀਫ ਲੈ ਜਾਓ। ਦਰਾਜ਼ਾ ਜੀ ਸਿੰਧੀ ਦੇ ਵਿੱਚ ਉਹ ਥਾਂ ਹੁੰਦੀ ਹੈ ਪਿੰਡ ਤੋਂ ਬਾਹਰ, ਜਿੱਥੇ ਉਸ ਪਿੰਡ ਦੇ ਕੰਮੀ ਰਹਿੰਦੇ ਨੇ, ਔਰ ख़ास ਤੌਰ 'ਤੇ ਉਹ ਕੰਮੀ ਜਿਨ੍ਹਾਂ ਨੂੰ ਅਸੀਂ ਮਾਜ਼ਰਤ ਨਾਲ, ਮੇਰੇ ਲਈ ਤੇ ਬਹੁਤ ਮੈਂ ਸਲਾਮ ਕਰਨਾ ਉਹਨਾਂ ਨੂੰ, ਜਿਨ੍ਹਾਂ ਨੂੰ ਅਸੀਂ ਚੂੜੇ ਕਹਿੰਦੇ ਹਾਂ। ਹਾਂ, ਮੈਂ ਤੇ ਇਸ ਲਈ ਉਹਨਾਂ ਨੂੰ ਸਲਾਮ ਕਰਨਾ ਕਿ ਅਸੀਂ ਗੰਦ ਪਾਉਣ ਵਾਲੇ ਹਾਂ, ਉਹ ਗੰਦ ਸਾਫ਼ ਕਰਨ ਵਾਲੇ ਨੇ। ਭਗਤ ਸਿੰਘ ਆਪਣੀ ਕੋਠੜੀ ਦੇ ਚੂੜੇ ਨੂੰ ਆਪਣੀ ਬੇਬੇ ਕਹਿੰਦਾ ਸੀ, ਪਤਾ ਨਾ ਤੁਹਾਨੂੰ? ਤੇ ਜਦੋਂ ਉਹਨੇ ਕਿਹਾ ਸਰਦਾਰਾ ਤੂੰ ਐਡੀ ਉੱਚੀ ਜ਼ਾਤ ਦਾ ਜੱਟ ਹੈ, ਤੂੰ ਮੈਨੂੰ ਬੇਬੇ ਕਹਿੰਦਾ, ਮੇਰਾ ਗੰਦ ਸਾਫ਼ ਕਰਨ ਦਾ ਕੰਮ ਜਾਂ ਮੇਰੀ ਮਾਂ ਨੇ ਕੀਤਾ ਜਾਂ ਤੂੰ ਵੱਡੇ ਲੋਕਾਂ ਦੀ। ਤੇ ਮਰਨ ਲੱਗਿਆ ਉਹਨੇ ਖਾਸ਼ ਵੀ ਇਹ ਕੀਤੀ ਸੀ ਕਿ ਮੈਂ ਬੇਬੇ ਦੇ ਹੱਥ ਦੀ ਰੋਟੀ ਖਾਣੀ। ਤੇ ਜਦੋਂ ਉਹਦਾ ਨਾਂ ਬੋਗਾ ਸੀ, ਉਹ ਰੋਟੀ ਲੈ ਕੇ ਆਇਆ ਤੇ ਉਹਨੇ ਕਿਹਾ ਓਏ ਭਗਤ ਸਿੰਘ ਤੇ ਰਾਤੀ 2 ਵਜੇ ਪਹਿਲਾਤਾ ਸੀ। ਯਾਨੀ ਉਹ ਬੰਦਾ ਜਿਹੜਾ ਡਿਪਟੀ ਕਮਿਸ਼ਨਰ ਨੂੰ ਕਹਿ ਰਿਹਾ ਕਿ ਤੂੰ ਕਿੰਨਾ ਖੁਸ਼ਕਿਸਮਤ ਹੈ, ਤੂੰ ਵੇਖੇਂਗਾ ਕਿ ਇਨਕਲਾਬੀ ਕਿਵੇਂ ਆਪਣੀ ਜਾਨ ਦਿੰਦੇ ਨੇ। ਜੀ ਇਸ ਤੋਂ ਅਗਲੀ ਜਿਹੜੀ ਕਾਫੀ ਮੈਂ ਸੋਚੀ ਸੀ, ਤੁਸੀਂ ਦੱਸ ਦਿਓ। ਇੱਕ ਮੈਂ ਤੇ ਇਹ ਸੋਚਿਆ ਸੀ ਬਹਿਣਾ ਮੈਂ ਕੱਤ ਦੀ ਹੁੱਟੀ, ਕਿਉਂਕਿ ਅਖੀਰ ਤੇ ਮੈਂ ਗਾਣਾ ਚਾਹੁੰਦਾ ਮੈਂ ਉਲਟੇ ਹੋਰ ਜ਼ਮਾਨੇ ਆਏ, ਜਾਂ ਫਿਰ ਰਾਂਝਾ ਜੋ ਕੀੜਾ ਬਣਾਇਆ। ਇਹਦਾ ਇੱਕ ਅੰਤਰਾ ਮੈਂ ਰਿਸਾਈਟ ਕਰ ਦੇਣਾ ਤੇ ਹਿਤਮ ਮੈਂ ਤੁਹਾਡੇ ਤੋਂ ਇਹ ਆਸ ਕਰਨਾ ਕਿ ਤੁਸੀਂ ਇਸ ਅੰਤਰੇ ਦੇ ਉੱਤੇ ਇੱਕ ਪੂਰਾ ਮਜ਼ਮੂਨ ਲਿਖੋਗੇ। ਮੇਰੀ ਖੁਆਇਸ਼ ਵੀ ਹੈ, ਆਸ ਵੀ ਹੈ, ਤੁਸੀਂ ਬਹੁਤ ਸੋਹਣਾ ਲਿਖਦੇ ਹੋ ਯਾਰ। ਉਹ ਅੰਤਰਾ ਹੈ ਜੀ, ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ, ਬੁੱਲਾ ਉਹਨਾਂ ਤੋਂ ਵੀ ਆ ਗਿਆ ਹਾ, ਦਾਦਾ ਗੋਦ ਖਿਡਾਇਆ। ਕਿਸ ਮੰਜ਼ਿਲ ਤੋਂ ਗੁਜ਼ਰ ਰਿਹਾ ਸੀ ਬੁੱਲਾ। ਰਾਗ ਦੇਸ ਜੀ। ਇਸ ਮੌਸਮ ਦਾ ਰਾਗ ਹੈ ਜੀ। ਸਾਵਣ ਭਾਦਰੋਂ 'ਚ ਹੁਮ ਲੱਗਾ ਹੋਵੇ ਤੇ ਦੇਸ ਚੰਗਾ ਗਾ ਦਈਏ ਤੇ ਸ਼ਾਇਦ ਵਾਰ ਪਵੇ।
अच्छा जी, ये भी कवाला दी तरफ है, स्रोत है। ढोला आदमी बन ढोला आदमी बन आया नी ढोला आदमी बन आया नी ढोला आदमी बन आया। बाबा आया छुपा छुपाया, बाबा आया नी बाबा आया छुपा छुपाया, ढोला आदमी बन ढोला आदमी बन आपे आहू आपे चीता आपे आवाज आ रही जी? आपे आहू आपे चीता आपे आहू आपे चीता आपे मारया आपे मारया आपे मालिक आपे बरदान आपे मालिक आपे बरदा आपे मुल बिकाया आया नी ढोला आदमी बन हबील कबील आदम दे जाए रे रे मामा पा मामा पा 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 मामा नि दा पा नि दा नि दा पा नि दा नि 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 सा नि पा मा पा गा मा रे पा मा गा मा रे सा हबील कबील आदम दे जाए आदम के बाजा आदम के बाजा बुलाओ ना तो भी आगे आ बुलाओ ना
ਬਣਿਆ ਦਾਦਾ ਗੋਦ ਖਿਡਾਇਆ ਗੋਦਾ ਆਦਮੀ ਬਣਿਆ। ਉਹ ਕਵਾਲ ਕਿਵੇਂ ਕਰਦੇ ਨੇ? ਆਦਮੀ ਬਣਿਆ ਆਦਮੀ ਬਣਿਆ ਆ ਆ ਆ सचल दी दो बोल नाल कहना एक और काफी दे। निराजा निरा राजा हर कहीं दा सांझा अपने सुर ते अपना नाला सचो की वेलेंदा किथ बाबल ते किथ माई सयोड़े मैं तां रांझण दे लड़ लगिया किथ बाबल ते किथ माई सयोड़े मैं तां रांझण दे लड़ लगिया किथ बाबल ते किथ माई सयोड़े मैं तां रांझण दे लड़ लगिया मैं तां रांझू हिक थियो से मैं तां रांझू हिक थियो से खेड़े नाल लड़ाई खेड़े नाल लड़ाई किथ बाबल ते किथ माई सयोड़े मैं तां रांझण दे लड़ लगिया। जेड़ा अंतरा मैनूं बहुत चंगा लगदा मैं ओह गा लगा। बेले वैसा रांझू वाले बेले वैसा रांझू वाले छोड़ बबानी शाही छोड़ बबानी शाही किथ बाबल ते किथ माई सयोड़े मैं तां रांझण दे लड़ लगिया बई हर काई मां प्यो जाई बई हर काई बई हर काई मां प्यो जाई हीर शक दी जाई हीर शक दी जाई किथ बाबल ते किथ माई सयोड़े मैं तां रांझण दे सचो आखे
ਸੋਜ਼ ਮਾਹੀ ਦਾ ਸੱਚੋ ਆਕੇ ਸੱਚੋ ਆਕੇ ਸੋਜ਼ ਮਾਹੀ ਦਾ ਦੇਂਦਾ ਇਸ਼ਕ ਗਵਾਹੀ ਦੇਂਦਾ ਇਸ਼ਕ ਗਵਾਹੀ ਕਿਤ ਬਾਬਲ ਤੇ ਕਿਤ ਮਾਈ ਸਯੋੜੇ ਮੈਂ ਤਾਜ ਦੇ ਮੈਂ ਤਰਾ ਜਣ ਦੇ ਗਾਓ ਮੈਂ ਤਰਾ ਜਣ ਦੇ ਮੈਂ ਤਰਾ ਜਣ ਦੇ ਮੈਂ ਤਰਾ ਜਣ ਦੇ ਮੈਂ ਤਰਾ ਜਣ ਦੇ ਮੈਂ ਤਰਾ ਜਣ ਮੈਂ ਤਰਾ ਜਣ ਦੇ ਲੜ ਲੱਗਿਆ ਮੈਂ ਤਰਾ ਜਣ ਦੇ ਮੈਂ ਤਰਾ ਜਣ ਦੇ ਮੈਂ ਤਰਾ ਜਣ ਦੇ ਲੜ ਇਹ ਆਖਰੀ ਜੀ ਬਸ ਉਹ ਮੈਂ सोच के ऐसा करूँ कि भाद्रों रेनी सीजन है साढ़े ग्रामर स्कूल के अंदर रेनी सीजन आ गया ये राग मियाँ दी मल्हार है और तीन ताल लाना ठीक है ਇਹ जी तुसी जिक्र किया सी तुहाडा मजमून तो मैं पढ़ना है उल्टे होर जमाने आए ਤਾਂ मैं भेद सजन दे पाए मैं ਇਹਦੇ ਤੇ सिर्फ इन्नी गल करना चाहना कि उल्टे ज़माने आए ਤਾਂ मैं भेद सजन दे पाए या मैं भेद सजन दे पाए ਤਾਂ मैं ज़माने ਨੂੰ उल्टाया या तीसरी भी एक सूरत हाल कि साइमल्टेनियस होया ਜਿਉਂ-ਜਿਉਂ मैं भेद सजन दे पाउंदा गया मैं वेले ਨੂੰ उल्टाउंदा गया ਜਿਉਂ-ਜਿਉਂ ਵੇਲੇ ਨੂੰ ਉਲਟਾਉਂਦਾ ਗਿਆ ਤਿਉਂ-ਤਿਉਂ ਸੱਜਣ ਦਾ ਭੇਦ ਔਰ ਦੂਸਰੀ ਤੁਸੀਂ ਇੱਕ ਗੱਲ ਕੀਤੀ ਸੀ ਹੁਣ ਮੈਨੂੰ ਮੈਂ ਵਾਕਈ ਮੈਂ ਫਿਜ਼ੀਕਲੀ ਆ ਜੁੜ ਤੁਸੀਂ ਬੁੰਗਾ ਕਿਹਾ ਸੀ ਬੰਗਾਲ ਨਹੀਂ ਬੁੰਗਾ ਲਸ਼ਕਰ ਦਾ ਉਹ ਹਿੱਸਾ ਹੁੰਦਾ ਜਿਹੜਾ ਸਭ ਤੋਂ ਪਿੱਛੇ ਹੁੰਦਾ ਜਿਹਨੇ ਲੰਘ ਗਏ ਦੀ ਨਿੱਕ ਸੁੱਖ ਸਮੇਟਣਾ ਹੁੰਦਾ ਨਾ ਉਹਨੂੰ ਬੁੰਗਾ ਕਹਿ ਅਗਲੇ ਜਾ ਬੁੰਗਾ ਲੈ ਬੈਠ ਜਿਹੜੇ ਫਰੰਟ ਤੇ ਸਨ ਉਹ ਬੁੰਗਾ ਤੇ ਚਲੇ ਗਏ ਨੇ ਤੇ ਪਿਛਲੇ ਜਿਹੜੇ ਸਨ ਉਹਨਾਂ ਨੇ ਫਰਸ਼ ਵਿਛਾਏ ਇਹ ਉਲਟਾ ਜ਼ਮਾਨਾ ਸੋ ਬੁੰਗਾ ਦਾ ਸੀ ਅੱਜ ਮਤਲਬ ਜਿਹੜਾ ਇਹ ਬਾਕਾਇਦਾ ਇਸਤਲਾਹ ਹੈ ਜੀ ਫੌਜ ਦੀ ਹਾਂ ਮੀਆਂ ਦੀ ਮਲਹਾਰ ਬਾਰਿਸ਼ਦਾਰ ਆ ਗਏ हाँ जी ਕਾਂ ਲੱਗਣ ਨੂੰ ਮਾਰਨ ਲੱਗੇ ਲੱਗੇ ਨਹੀਂ ਲੱਗੇ ਦਾ ਲਫ਼ਜ਼ ਹੈ ਲੱਗਾ ਨਹੀਂ ਹੈ ਇਹਦਾ ਮਤਲਬ ਹੈ ਬਹੁਤ ਸਾਰੇ ਕਾਂ ਨੇ ਸੋ ਜਦੋਂ ਨਜਮ ਸਾਹਿਬ ਦੀ ਇੱਕ ਨਜ਼ਮ ਦੇ ਮਿਸਰੇ ਮੈਂ ਇਹਦੇ ਨਾਲ ਜੋੜ ਦੇਣਾ ਕਿ ਬਾਜ਼ ਰੱਖਿਆ ਸੀ ਇੱਕ ਬਾਦਸ਼ਾਹ ਨੇ ਉਹ ਰੋਜ਼ ਉੱਠਦਾ ਤੇ ਚਿੜੀਆਂ ਮਾਰਦਾ ਇੱਕ ਦਿਹਾੜੇ ਚਿੜੀਆਂ ਨੇ ਅੱਖਾਂ ਉੱਤੇ ਖੋਪੇ ਚਾੜ ਲੈ ਉਹਨਾਂ ਨੂੰ ਬਾਜ਼ ਦਿਸਿਆ ਨਾ ਤੇ ਉਹ ਡਰੀਆਂ ਨਾ ਉਹ ਨਾ ਡਰੀਆਂ ਤੇ ਇਹ ਡਰਿਆ ਉਹ ਪੜ੍ਹੀਏ ਤੁਸੀਂ ਕੰਪਨੀ ਬਾਗ ਦੀ ਸੈਰ ਬੜੀ ਵੱਡੀ ਗੱਲ ਬਹੁਤ ਵੱਡੀ ਉਹ ਜਿਹਦੇ ਬਾਦ ਕਾਣਾ ਹੋ ਗਿਆ ਸੋ ਕਾਂ ਲੱਗਣ ਨੂੰ ਮਾਰਨ ਲੱਗੇ ਚਿੜੀਆਂ ਜੁਰੇ ਟਾਏ ਜੁਰਾ ਵੀ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਬਾਜ਼ ਦੀ ਇੱਕ ਕਿਸਮ ਹੈ ਇਹ ਮੈਂ ਇਹ ਗੱਲ ਕਰਨਾ ਚਾਹੁੰਦਾ ਤੁਹਾਨੂੰ ਸਭ ਨੂੰ ਇਹਦਾ ਮਤਲਬ ਪਤਾ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਸੋ ਉਹਨਾਂ ਦਾ ਮੈਂ ਪੜਾਂਗਾ ਕਿ ਬੁੱਲੇ ਦੇ ਵੇਲੇ ਚਿੜੀਆਂ ਜੁਰੇ ਢਾ ਰਹੀਆਂ ਨੇ ਅਬਦਾਲੀ ਨਾਲ ਜਿਹੜੇ ਉਕਾਬ ਆਏ ਸਨ ਨਾ ਆਪਣੇ ਵੱਲੋਂ ਉਹਨਾਂ ਨੂੰ ਢਾ ਰਹੇ ਨੇ
ਮੁਗਲਾਂ ਨੂੰ ਢਾਹ ਰਹੇ ਨੇ। ਤਾਂ ਹੀ ਬੁੱਲੇ ਨੇ ਪ੍ਰੇਮ ਨਗਰ ਬਣਦਾ ਵੇਖਿਆ ਹੈ। ਬੁੱਲੇ ਦੇ ਸਾਹਮਣੇ ਪ੍ਰੇਮ ਨਗਰ ਦੀ ਨੀਂਹ ਧਰੀ ਜਾ ਰਹੀ ਹੈ। ਤਾਂ ਹੀ ਤੇ ਕਹਿੰਦਾ ਘੜਿਆਲੀ ਦਿਓ ਨਿਕਾਲਨੀ, ਅੱਜ ਪੀ ਘਰ ਆਇਆ ਲਾਲਨੀ। ਅਨਹਦ ਨਾਦ, ਅਨਹਦ ਵਾਜਾ ਵਜੇ ਸ਼ਹਾਨਾ। ਠੀਕ ਹੈ ਜੀ, ਹਿਤਮ ਚਲਾ ਗਿਆ, ਮੈਂ ਜ਼ਿਕਰ ਕਰ ਦਿਆਂ। ਅਨਹਤ ਅਸਲ ਵਿੱਚ ਲਫ਼ਜ਼ ਹੈ ਜੀ, ਅਨਹਤ ਅਰਬੀ ਦਾ ਲਫ਼ਜ਼। ਐਸੀ ਆਵਾਜ਼ ਜਿਹਨੂੰ ਅਸੀਂ ਨਹੀਂ ਸੁਣ ਸਕਦੇ, ਉਹਨੂੰ ਅਨਹਦ। ਇਹ ਅਨਹਦ ਨਾਦ ਹੀ ਸੀ ਜਿਹੜੀ ਵੱਜੀ ਸੀ ਤੇ ਇਹ ਦੁਨੀਆ ਬਣੀ ਸੀ। ਮੇਰੀ ਗੱਲ ਨੂੰ ਪਲੀਜ਼ ਜ਼ਰਾ ਥੋੜ੍ਹਾ ਜਿਹਾ ਗੌਰ। ਸੋ ਰੱਬ ਨੇ ਜਿਹੜੀਆਂ 3 ਕਿਆਮਤਾਂ ਕਮਿਟ ਕੀਤੀਆਂ ਨੇ, ਪਹਿਲੀ ਲੂਤ ਦੇ ਵੇਲੇ, ਫਿਰ ਨੂਹ ਦੇ ਵੇਲੇ, ਔਰ ਤੀਸਰੀ ਹੁਣ ਆਉਣੀ ਹੈ। ਮੈਂ ਕੋਈ ਮਜ਼ਹਬੀ ਇੰਟਰਪ੍ਰੀਟੇਸ਼ਨ ਨਹੀਂ ਕਰ ਰਿਹਾ। ਅਨਹਦ ਨਾਦ, ਬੁੱਲਾ ਕਹਿ ਰਿਹਾ ਅਨਹਦ ਨਾਦ ਵਾਜਾ ਵਜੇ ਸ਼ਹਾਨਾ, यानी एक नवी दुनिया क्रिएट हो रही है, पुरानी टुट रही है, तबाह हो रही है। ठीक है जी, ਜਿਹੜਾ ਇੱਕ ਜਗ੍ਹਾ ਤੇ ਬੁੱਲਾ ਕਹਿੰਦਾ ਪੜਾ ਜਹਾਨ ਬਿਰਾਜਾ ਰੇ, ਜਿਹੜਾ ਤਾਰੀਖ ਦੇ ਵਿੱਚ ਬਿਰਾਜਾ ਕਿਹਾ ਜਾਂਦਾ ਨਾ, ਰਾਜ ਦਾ ਉਲਟ ਹੈ ਬਿਰਾਜ, ਉਹ ਬੁੱਲੇ ਦੇ ਨਜ਼ਦੀਕ ਉਹ ਅਸਲ ਰਾਜ ਹੈ। ਕਿ ਇਹਨਾਂ ਬਾਦਸ਼ਾਹਾਂ ਦਾ ਰਾਜ ਉਲਟ ਕੇ ਤੇ ਬਿਰਾਜਾ ਪਿਆ ਨਾ, ਤੇ ਬਿਰਾਜਾ ਤੇ ਪਹਿਣਾ ਚਾਹੀਦਾ। ਬੰਦਾ ਰੱਬ ਭਇਓ ਇੱਕ ਬੁੱਲਾ, ਪੜਾ ਜਹਾਨ ਬਿਰਾਜਾ ਰੇ। ਆਓ ਫਕੀਰੋ ਮੇਲੇ ਚਲੀਏ, ਆਰਫ ਕਾ ਸੁਣ ਵਾਜਾ ਰੇ। ਉਹ ਸਾਡੇ ਨਾਲ ਵਾਜਾ ਵਜਾਉਂਦਾ ਹੁੰਦਾ ਸੀ, ਉਹਦਾ ਨਾਂ ਸੀ ਆਰਫ। ਕਹਿੰਦਾ ਮੇਰਾ ਜ਼ਿਕਰ ਹੋ ਰਿਹਾ। ਇੱਕ ਹੋਰ ਲਤੀਫਾ, ਅਸੀਂ ਸਰਗੋਦੇ ਸ਼ਾਹ ਹੁਸੈਨ ਦਾ ਪ੍ਰੋਗਰਾਮ ਕਰਨਾ ਸੀ, ਬੈਨਰ ਤੇ ਲਿਖਿਆ ਸੀ ਸ਼ਾਹ ਹੁਸੈਨ, ਪੁਲਿਸ ਆ ਗਈ। ਉਹਨੇ ਕਿਹਾ ਜੀ ਤੁਸੀਂ ਇਮਾਮ ਹੁਸੈਨ ਦਾ ਫੰਕਸ਼ਨ ਬਗੈਰ ਇਜਾਜ਼ਤ ਤੇ ਨਹੀਂ ਦੱਸੋ। ਸਰਗੋਦੇ ਵਾਲਿਆਂ ਦੀ ਚੰਗੀ ਬੇਇੱਜ਼ਤੀ ਕੀਤੀ ਤੁਸੀਂ। ਰਾਜਾ ਪੁਲਿਸ ਵਾਲੇ ਸਰਗੋਦੇ ਦੇ ਨਹੀਂ ਸਨ, ਉਹ ਮਤਲਬ ਦੂਸਰੇ ਜ਼ਿਲ੍ਹੇ ਦੀ ਪੋਸਟਿੰਗ ਹੁੰਦੀ ਨਾ। ਬਚਾ ਸਰਗੋਦਾ। ਇਹ ਪੁਲਿਸ ਵਾਲੇ ਨੇ ਜਾਏ ਹੁੰਦੇ ਨੇ। ਦੋਸਤੋ ਤੁਹਾਡੀ ਗੱਲ, ਇਹ ਦੋਸਤੋ ਤੁਹਾਡੀ ਗੱਲ। ਬਸ ਮਹੀਨੇ ਨਾ ਬੈਠਾ ਇਹਨੇ ਤੇ ਹੋਰ ਮਜ਼ਾ ਆਣਾ। ਸਾਡੇ ਪ੍ਰੋਗਰਾਮ ਦੀਆਂ ਸਾਰੀਆਂ ਫੋਟੋ ਕਾਪੀਆਂ ਉਹਦੇ ਦਫ਼ਤਰ ਤੋਂ ਹੁੰਦੀਆਂ। ਆਈਜੀ ਦੇ ਦਫ਼ਤਰ ਤੋਂ ਫੋਟੋ ਕਾਪੀਆਂ ਆ ਰਹੀਆਂ ਨੇ ਜੀ। ਠੀਕ ਹੈ, ਇਰਾਕੀਆਂ ਨੂੰ ਚਾਬਕ ਪਾਉਂਦੀ। ਇਰਾਕੀ ਘੋੜੇ ਦੁਨੀਆ ਦੇ ਵਿੱਚ ਮਸ਼ਹੂਰ ਨੇ। ਗੱਦੋਂ ਖੋਦ ਪਵਾਏ। ਖੋਦ ਦੇ 2 ਮਤਲਬ ਨੇ। ਇੱਕ ਤੇ ਹੈ ਜਿਹੜਾ ਅਸੀਂ ਹੈਲਮਟ ਪਾਉਂਦੇ ਹਾਂ, ਉਹ ਵੀ ਖੋਦ। ਵੈਸੇ ਤਾਂ ਬੜੇ ਉਚੇਰੇ ਫੌਜੀ ਖੋਦ ਪਾਉਂਦੇ ਸਨ, ਲੇਕਿਨ ਇੱਥੇ ਜਿਹੜਾ ਦੂਜਾ ਮਤਲਬ ਪਲੈਟਸ ਨੇ ਦਿੱਤਾ ਹੈ, ਬਹੁਤ ਆਲਾ ਜਿਹੜੀ ਘਾਹ ਹੈ ਉਹਨੂੰ ਵੀ ਖੋਦ ਕਹਿੰਦੇ ਨੇ। ਗੱਦੋਂ ਖੋਤੇ ਨੇ, ਖੋਤੇ ਬਹੁਤ ਆਲਾ ਘਾਹ ਖਾ ਰਹੇ ਨੇ ਤੇ ਇਰਾਕੀਆਂ ਨੂੰ ਚਾਬਕਾਂ ਪੈ ਰਹੀਆਂ ਨੇ। ਅਗਲੇ ਜਾ ਬੰਗਾਲ ਲੈ ਬੈਠੇ। ਪਿਛਲੇ ਫਰਚ ਮੈਂ ਉਹਨੇ ਗੱਲ ਕਰ ਦਿੱਤੀ ਹੈ। ਭੂਰਿਆਂ ਵਾਲੇ, ਇਹ ਵੀ ਉਹਨਾਂ ਨੇ ਗੱਲ ਕੀਤੀ ਸੀ। ਨਹੀਂ, ਭੂਰਿਆਂ ਵਾਲੇ ਜਿਹੜੇ ਫਕੀਰ ਭੂਰੇ ਪਾਉਂਦੇ ਨੇ, ਸੂਫ ਪਾਉਂਦੇ ਨੇ, ਭੂਰੇ ਨੇ, ਉਹ ਰਾਜੇ ਕੀਤੇ ਨੇ। ਉਹ ਫਕੀਰਾਂ ਦੀ ਪੂਰੀ। ਸੋ ਉਹ ਭੂਰਿਆਂ ਵਾਲੇ ਜਿਹੜੇ ਨੇ, ਜਿਹੜੇ ਬਹੁਤ ਢੇਰ ਨੇ, ਖਲਕੇ ਖੁਦਾਏ, ਉਹ ਰਾਜਾ ਬਣੀ ਹੋਈ ਹੈ। ਰਾਜਿਆਂ ਭੀਖ ਮੰਗਾਏ ਤੇ ਰਾਜੇ ਭੀਖ ਮੰਗਦੇ ਫਿਰਦੇ ਨੇ। ਗਲੀਆਂ 'ਚ ਰੋਲ ਦਿੱਤਾ ਉਹਨਾਂ ਨੂੰ। ਬੁੱਲਾ ਹੁਕਮ ਹਜ਼ੂਰੋਂ ਆਇਆ। ਮੈਂ ਵੀ ਇਹਨੂੰ ਇਹ ਸਮਝਣਾ ਕਿ ਉਹਨਾਂ ਨੇ ਗੱਲ ਕੀਤੀ ਸੀ, ਉਹਨਾਂ ਦਾ ਆਪਣਾ ਨੁਕਤਾ ਨਜ਼ਰ ਹੈ, ਮੈਂ ਕੋਈ ਇਖਤਲਾਫ ਨਹੀਂ ਕਰਦਾ। ਕਿ ਨਾ ਤਾਂ ਮੈਨੂੰ ਇਹ ਲੱਗਦਾ ਕਿ ਇਹ ਸ਼ਾਹ ਇਨਾਇਤ ਹੈ, ਨਾ ਇਹ ਕੋਈ ਰਾਂਝਾ ਹੈ। ਇਹ ਖਲਕੇ ਖੁਦਾ ਦਾ ਹੁਕਮ ਹੈ, ਇਹ ਕੁਦਰਤੀ ਹੁਕਮ ਹੈ। ਜਿਵੇਂ ਨਾਨਕ ਕਹਿ ਰਹੇ ਨੇ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਟਣ ਬਾਜ਼ਾਰ ਹੁਕਮੀ ਢੈਸੀਓ। ਖਲਕੇ ਖੁਦਾ ਦੇ ਹੁਕਮ ਨਾਲ ਟਹਿਣਗੇ, ਖਲਕਤ ਦੇ ਹੁਕਮ ਨਾਲ। ਆਰਡਰ ਆਫ ਪੀਪਲ। ਗਾਣੇ ਆ ਜੀ ਮੀਆਂ ਦੀ ਮਲਾ।
ਥੋੜਾ ਜਿਹਾ ਆਲਾਪ ਕਰਨ ਦੀ ਇਜਾਜ਼ਤ ਹੈ। ਅਸਲ में ਉਸਤਾਦ ਜੀ ਦੀ ਤਰਫ ਉਸਤਾਦ ਸਲੀਮ ਹੁਸੈਨ ਉਹਨਾਂ ਦੀ ਤਰਫ ਉਲਟੇ ਹੋਰ ਜ਼ਮਾਨੇ ਜਾ ਕੇ ਸ਼ੁਰੂ ਕਰ ਦਿਓ। ਸਜਣ ਦੇ ਪਾਏ ਕਾਲ ਗਣੇ ਨੂੰ ਮਾਰਨ ਲੱਗੇ ਕਾਲ ਗਣੇ चिड़िया जुड़े ढाए उल्टे और ज़माने इराकिया चाबक गदों खोद पुआए उल्टे और ज़माने पमा पगा मरे पमा म पगा मरे सारे में सारे निरा निसारे सारे पमा पगा मरे अगले जा बुंगा अगले जा बुंगाल बैठे पिछले फर्श बिछाए उल्टे और ज़माने आए भूरे आवाज़
वाले राजे बुरे वाले राजे राजे किते बुरे वाले राजे राजे अभीक मंगाए उल्टे और ज़माने बुल्ला हुक्म हजूरों हजूरों आया बुल्ला हुक्म किसनु कौन हटाए उल्टे और ज़माने भेद सजन दे पा